everyone, welcome to another podcast. We are here again with Jasveet sir to answer all the questions that were not covered before. ਸਾਨੂੰ ਇੰਨੇ ਸਾਰੇ questions ਆਏ ਸੀ ਕਿ ਸਭ ਕਵਰ ਨਹੀਂ ਹੋ ਪਾਏ ਸੀ ਤੇ ਜਸਵੀਤ ਸਰ ਸਾਡੇ ਕੋਲ ਦੁਬਾਰਾ ਆਏ ਆ to answer all the questions that were remaining. ਤੇ ਸਾਡੇ ਇਸ ਹਫਤੇ ਦੇ ਜਿਹੜੇ questions ਹੈਗੇ ਆ ਉਹ ਆਪਾਂ ਸਟਾਰਟ ਕਰ ਦਿੰਦੇ ਆ। ਸਭ ਤੋਂ ਪਹਿਲਾ ਸਵਾਲ ਜਿਹੜਾ ਹੈਗਾ ਕਿ ਜਿਹੜੇ ਬੱਚੇ ਆਲਰੇਡੀ ਕੈਨੇਡਾ ਦੇ ਵਿੱਚ ਆ ਚੁੱਕੇ ਆ ਜਾਂ ਨਵੇਂ ਆ ਉਹਨਾਂ ਲਈ ਥੋੜੀ ਆਇਲਸ ਦੇ ਰਿਲੇਟਡ ਕੀ ਐਡਵਾਈਸ ਰਹੇਗੀ? ਪੁਰਾਣੇ का बहुत इंपॉर्टेंट क्वेश्चन है। ਜਿਹੜੇ ਬੱਚੇ ਆਇਲਸ ਦੀ ਜਿਹੜੇ ਬੱਚੇ ਸਟੂਡੈਂਟ ਆ ਗਏ ਕੈਨੇਡਾ ਔਰ ਉਹ ਹਾਲੇ ਪੜ੍ਹਾਈ ਚੱਲ ਰਹੀ ਹੈ ਉਹਨਾਂ ਲਈ ਆਇਲਸ ਇੰਨਾ ਇੰਪੋਰਟੈਂਟ ਹੈ। ਦੇ ਵਿਲ ਨਾਟ ਰਿਅਲਾਈਜ਼ ਐਟ ਦਿਸ ਸਟੇਜ, ਮੇਬੀ ਦੇ ਵਿਲ ਰਿਅਲਾਈਜ਼ ਆਫਟਰ ਕਮਿੰਗ ਟੂ ਅ ਪੁਆਇੰਟ ਜਿੱਥੇ PGWP ਉਹਨਾਂ ਨੂੰ ਮਿਲ ਜੂਗਾ ਐਂਡ PR ਲਈ ਦੇ ਆਰ ਰੈਡੀ। ਲੇਕਿਨ ਅਗਰ ਇੱਥੇ ਹੁਣ ਸਟੱਡੀ ਤੇ ਹੈਗੇ ਆ ਦੇ ਹੈਵ ਟਾਈਮ, ਮਾਈ ਬੈਸਟ ਐਡਵਾਈਸ ਵੁੱਡ ਬੀ ਕਿ ਆਇਲਸ ਦੀ ਤਿਆਰੀ ਹੁਣੇ ਹੀ ਕਰ ਲਓ। ਮੈਜਿਕ ਨੰਬਰ ਫॉर ਆਇਲਸ ਇਜ਼ 8777। ਅਗਰ ਤੁਸੀਂ ਵਿਚ CLB 9 ਅਗਰ ਤੁਹਾਡਾ 8777 ਆ ਜਾਂਦਾ, ਲਿਸਨਿੰਗ 8 ਬਾਕੀਆਂ 'ਚੋਂ 7। ਇੰਡੀਆ ਅਗਰ ਤੁਹਾਡਾ ਜਦੋਂ ਤੁਸੀਂ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਲਾਈ ਸੀ 6 ਈਚ ਸੀਗੇ, 6.5 ਈਚ ਸੀਗੇ, ਯੂ ਕੈਨ ਈਜ਼ੀਲੀ ਅਚੀਵ 7 ਈਚ ਐਂਡ ਲਿਸਨਿੰਗ 8777। ਦਿਸ ਵਿਲ ਬੀ ਹੈਲਪਫੁਲ ਫॉर ਯੂ ਜਦੋਂ PR ਲੈਣੀ ਹੈ। PR ਦੇ ਟਾਈਮ ਤੁਸੀਂ ਪੇਪਰ ਦੇ ਦੇਣਾ, ਦੈਟ ਵਿਲ ਬੀ ਵੈਰੀ ਡਿਫਿਕਲਟ ਫॉर ਯੂ। ਟਾਈਮ ਨਹੀਂ ਹੋਣਾ, ਹੁਣ ਟਾਈਮ ਹੈਗਾ। 1 ਵਾਰ 2 4 ਵਾਰ 2 ਤਿਆਰੀ ਕਰੋ ਔਰ ਆਇਲਸ ਦਾ ਮੈਜਿਕ ਨੰਬਰ ਲੈ ਕੇ ਰੱਖ ਲਓ। ਆਇਲਸ ਦਾ ਸਕੋਰ 2-2 ਸਾਲ ਵੈਲਿਡ ਹੁੰਦਾ। ਜਦੋਂ ਤੁਸੀਂ ਆਇਲਸ ਦੇ ਨੰਬਰ ਲੈ ਲੈਂਦੇ ਹੋ, ਮੰਨ ਲਓ ਤੁਸੀਂ ਆਇਲਸ ਦੀ ਤਿਆਰੀ ਕਰਦੇ ਹੋ ਐਂਡ ਯੂ ਥਿੰਕ ਕਿ ਯਾਰ 8777 ਤੇ ਬਹੁਤ ਮੁਸ਼ਕਿਲ ਆ, ਲੇਕਿਨ 8777 ਇਜ਼ ਵੈਰੀ ਈਜ਼ੀ ਇਨ ਦ ਸੈਂਸ ਦੈਟ ਤੁਸੀਂ YouTube ਦੇ, ਮੈਂ ਤੁਹਾਨੂੰ ਤਰੀਕਾ ਦੱਸਦਾ, YouTube ਤੇ ਵੀਡੀਓਜ਼ ਦੇਖੋ ਵਾਟ ਨਾਟ ਟੂ ਡੂ। YouTube ਤੇ ਵੀਡੀਓਜ਼ ਇਹ ਨਹੀਂ ਤੁਸੀਂ ਦੇਖਣਾ ਤਿਆਰੀ ਇਹ ਨਹੀਂ ਕਰਨੀ ਵੀ ਕੀ ਕਰਨਾ ਚਾਹੀਦਾ, ਤਿਆਰੀ ਕਰਨੀ ਹੈ ਵੀ ਵਾਟ ਨਾਟ ਟੂ ਡੂ। ਕਾਮਨ ਮਿਸਟੇਕਸ ਪੀਪਲ ਡੂ ਇਨ ਆਇਲਸ। ਜਿੱਦਾਂ ਮੈਂ ਇੱਕ ਟਿਪ ਦੇ ਦੇਣਾ, ਇੱਦਾਂ 15-16 ਟਿਪਸ ਹੈ। ਆਇਲਸ ਦੀ ਆਫੀਸ਼ੀਅਲ ਵੈਬਸਾਈਟ, ਆਫੀਸ਼ੀਅਲ YouTube ਤੇ ਵੀ, ਸੈਲਫ ਦਾ ਆਫੀਸ਼ੀਅਲ YouTube ਤੇ ਵੀ ਤੁਹਾਨੂੰ ਮਿਲ ਜਾਣਾ ਔਰ ਜਿਹੜੇ ਲੋਕ ਤਿਆਰੀ ਕਰਾਉਂਦੇ ਆ ਉਹਨਾਂ ਦੇ YouTube ਤੇ ਵੀ ਤੁਹਾਨੂੰ ਮਿਲ ਜਾਣਾ। ਕਾਮਨ ਮਿਸਟੇਕਸ ਕਿਹੜੀ ਬੱਚੇ ਕਰਕੇ ਆਉਂਦੇ, ਅਗਰ ਤੁਸੀਂ ਕਾਮਨ ਮਿਸਟੇਕਸ ਆਪਣੀ ਅਵੋਇਡ ਕਰ ਦੋਗੇ ਤੁਹਾਡੇ ਨੰਬਰ ਆ ਜਾਣੇ ਆ। ਇੱਕ ਟਿਪ ਦੇ ਦੇਣਾ, ਜਦੋਂ ਆਪਾਂ ਸਪੀਕਿੰਗ ਦਾ ਟੈਸਟ ਦੇ ਕੇ ਆਉਂਦੇ ਆ, ਆਪਾਂ ਅਗਰ ਕੋਈ ਵਰਡ ਰਿਪੀਟ ਕਰਦੇ ਆ ਜਾਂ ਕੋਈ ਰਾਈਟਿੰਗ 'ਚ ਵਰਡ ਰਿਪੀਟ ਕਰਦੇ ਆ, ਸੈਂਟੈਂਸ ਸਿਮਿਲਰ ਬਣਾਉਂਦੇ ਆ, ਸਾਡੇ ਨੰਬਰ ਕੱਟ ਲੈਂਦੇ ਆ। ਦਿਸ ਇਜ਼ ਇੰਗਲਿਸ਼ ਟੈਕਨੀਕਲ ਐਗਜ਼ਾਮ। ਤੁਸੀਂ ਗਲਤੀ ਕਰੋਗੇ ਨੰਬਰ ਕੱਟ ਲੈਂਦੇ ਆ। ਤੁਸੀਂ ਗਲਤੀ ਨਹੀਂ ਕਰਨੀ, ਇੱਦਾਂ ਫੋਕਸ ਕਰਨਾ ਕਿ ਵੀ ਕਾਮਨ ਮਿਸਟੇਕਸ ਅਵੋਇਡ ਕਰੋ ਔਰ ਗਲਤੀ ਨਾ ਕਰੋ। 6 ਦੇ 7 7.5 ਵੀ ਆ ਸਕਦੇ ਆ, 7 ਦੇ 7.5 8 ਵੀ ਕਰ ਸਕਦੇ ਹੋ, ਲੇਕਿਨ ਤੁਹਾਨੂੰ ਸਟ੍ਰੈਟਜੀ ਚੇਂਜ ਕਰਨੀ ਪੈਣੀ ਹੈ ਔਰ ਕੋਈ ਕੋਚਿੰਗ ਦੀ ਲੋੜ ਨਹੀਂ। ਆਪਣੀ ਮਿਹਨਤ ਕਰੋ, 3 ਵਾਰ ਦਿਓ, 2 ਵਾਰ ਦਿਓ, 4 ਵਾਰ ਪੇਪਰ ਤੋਂ ਨੰਬਰ ਆ ਜਾਣੇ। ਬਟ ਰਾਈਟ ਟਾਈਮ ਹੈ, ਪੜ੍ਹਦੇ ਤੁਸੀਂ ਆਪਣਾ ਟਾਈਮ ਯੂਟੀਲਾਈਜ਼ ਕਰਕੇ ਆਇਲਸ ਦਾ ਪੇਪਰ ਦੇ ਦਿਓ ਕਿਉਂਕਿ ਬਹੁਤ ਕੀਮਤੀ ਚੀਜ਼ ਹੈ। ਇਹਨੇ ਤੁਹਾਨੂੰ PR ਕਰਾਉਣੀ ਹੈ। ਕੈਨੇਡਾ ਦੀ PR ਬਹੁਤ ਔਖੀ ਹੋਈ ਵੀ ਆ। ਅਗਰ ਆਇਲਸ ਕਰੈਕ ਕਰ ਲੋਗੇ ਤਾਂ ਇਹਨੇ ਬਹੁਤ ਹੈਲਪਫੁਲ ਹੋਣਾ। ਜਿਹੜੇ ਬੱਚੇ ਸਪੈਸ਼ਲੀ 12 ਤੋਂ ਬਾਅਦ ਆਏ ਆ ਉਹਨਾਂ ਦਾ ਵੀਕੈਸਟ ਪੁਆਇੰਟ ਹੈ ਗ੍ਰੈਜੂਏਸ਼ਨ ਨਹੀਂ ਹੈ ਔਰ ਇੰਡੀਅਨ ਐਕਸਪੀਰੀਅੰਸ ਨਹੀਂ ਹੈ, ਲੇਕਿਨ ਸਟਰੋਂਗੈਸਟ ਪੁਆਇੰਟ ਹੈ ਅਗਰ ਉਹ ਆਇਲਸ ਕਰੈਕ ਕਰ ਲੈਂਦੇ ਆ ਦੈਨ ਦੇ ਆਰ ਬੈਕ ਇਨ ਦ ਰੇਸ। ਕੈਨੇਡੀਅਨ 2 ਸਾਲ ਦਾ ਐਕਸਪੀਰੀਅੰਸ ਗੇਨ ਕਰ ਲਓ ਔਰ ਇੱਕ LMI ਲੈ ਲਓ, PR ਮਿਲ ਜੂਗੀ। ਲੇਕਿਨ ਆਇਲਸ ਦੀ ਇੰਪੋਰਟੈਂਸ ਸਮਝਣੀ ਬਹੁਤ ਜ਼ਰੂਰੀ ਹੈ ਐਟ ਦਿਸ ਸਟੇਜ। ਅਗਰ ਪੜ੍ਹ ਰਹੇ ਹੋ ਸਟੂਡੈਂਟ ਹੋ ਤਾਂ ਵੀ, ਔਰ ਅਗਰ ਪੜ੍ਹ ਕੇ ਵਰਕ ਪਰਮਿਟ 'ਤੇ ਆ ਗਏ ਹੋ ਤਾਂ ਵੀ। ਜੇ ਆਪਾਂ ਹੁਣ ਸਟੱਡੀ ਐਕਸਪੀਰੀਅੰਸ ਯੂਟੀਲਾਈਜ਼ ਕਰਨ ਦੀ ਗੱਲ ਕਰ ਹੀ ਲਈ ਹੈ ਤੇ ਤੁਸੀਂ ਆ ਵੀ ਦੱਸੋ ਕਿ ਜਿਹੜਾ ਕੈਨੇਡੀਅਨ ਵਰਕ ਐਕਸਪੀਰੀਅੰਸ ਹੈ ਤੇ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ ਹੈ ਉਹਦਾ ਆਪਸ 'ਚ ਕੀ ਕੋਰਿਲੇਸ਼ਨ ਹੈ ਤੇ ਕਦੋਂ ਕੈਨੇਡੀਅਨ ਐਕਸਪੀਰੀਅੰਸ ਸਾਨੂੰ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਨ ਆਰਡਰ ਟੂ ਪ੍ਰੋਸੀਡ ਕਿ ਆਪਾਂ ਆਪਣੀ ਕੱਲ੍ਹ ਨੂੰ ਐਕਸਪ੍ਰੈਸ ਐਂਟਰੀ ਫਾਈਲ ਲਾ ਸਕੀਏ? ਓਕੇ ਪ੍ਰਾਨਿਕਾ, ਦਿਸ ਇਜ਼ ਵੈਰੀ ਇੰਪੋਰਟੈਂਟ ਐਂਡ ਮਿਥ ਬਣੀ ਹੋਈ ਹੈ ਕਿ ਟੂ ਗੈਟ ਕੈਨੇਡੀਅਨ PR ਜਾਂ ਐਕਸਪ੍ਰੈਸ ਐਂਟਰੀ ਥਰੂ PR ਲੈਣੀ ਹੈ ਤੇ ਕੈਨੇਡੀਅਨ ਐਕਸਪੀਰੀਅੰਸ ਲੈਣਾ ਬਹੁਤ ਜ਼ਰੂਰੀ ਹੈ। ਉਹ ਮਿਥ ਇੱਥੇ ਮੈਂ ਬਰਸਟ ਕਰ ਦਿੰਦਾ ਕਿ ਕੈਨੇਡੀਅਨ ਐਕਸਪੀਰੀਅੰਸ ਇਜ਼ ਨਾਟ ਨੈਸੈਸਰੀ। ਬਹੁਤ ਦੁਨੀਆ ਇੰਡੀਆ ਤੋਂ ਜਾਂ ਆਪਣੇ ਮੁਲਕਾਂ ਤੋਂ PR ਲੈ ਕੇ ਸਿੱਧੇ ਕੈਨੇਡਾ ਆਉਂਦੇ ਆ। ਉਹਨਾਂ ਦੇ ਪੁਆਇੰਟ ਬੇਸ ਸਿਸਟਮ ਹੈ, ਪੁਆਇੰਟ ਬਣਦੇ ਆ ਜਾਂ ਉਹਨਾਂ ਦੀ ਜਿਹੜੀ ਜੌਬ ਪ੍ਰੋਫਾਈਲ ਹੈ, ਪ੍ਰੋਫੈਸ਼ਨ ਹੈ, ਉਹ ਇਨ ਡਿਮਾਂਡ ਹੈ, ਫਾਈਲ ਪਿਕ ਹੋ ਜਾਂਦੀ ਹੈ PNB ਦੇ ਥਰੂ, ਕੈਟੇਗਰੀ ਬੇਸਡ ਡਰਾ ਜਾਂ ਕੈਨੇਡੀਅਨ ਫੈਡਰਲ ਸਕਿੱਲ ਵਰਕਰ ਦੇ ਥਰੂ ਜਿਹੜੇ ਐਕਸਪ੍ਰੈਸ ਐਂਟਰੀ ਦੇ ਅੰਦਰ ਆ ਪਿਕ ਹੁੰਦੀ ਹੈ, ਉਹ PR ਲੈ ਲੈਂਦੇ ਆ। ਹੁਣੇ ਹੀ ਸਾਡਾ ਕਲਾਇੰਟ ਹੈ, ਪਿਛਲੇ ਵੀਕ ਉਹਦੀ ਇਨਵੀਟੇਸ਼ਨ ਆਈ ਹੈ ਉਹਨੂੰ ਐਕਸਪ੍ਰੈਸ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਦਰ। ਕੋਈ ਕੁਆਲੀਫਾਈ ਨਹੀਂ ਕਰਦਾ ਸੀ, ਫੈਡਰਲ ਸਕਿੱਲ ਵਰਕਰ ਦੇ ਅੰਦਰ ਕੁਆਲੀਫਾਈ ਕਰਦਾ ਸੀਗਾ। ਉਹਦੀ ਵਾਈਫ ਦੀ ਹੈਲਥ ਕੇਅਰ ਦੇ ਅੰਦਰ ਐਕਸਪੀਰੀਅੰਸ ਸੀਗਾ ਬੈਕ ਹੋਮ ਦਾ। ਇੱਥੇ ਪੜ੍ਹਾਈ ਚੱਲ ਰਹੀ ਹੈ ਹਾਲੇ ਤੇ ਫਾਈਲ ਪਿਕ ਹੋ ਗਈ ਕਿ ਹੈਲਥ ਕੇਅਰ ਦੇ ਡਰਾ 428 ਸਕੋਰ ਸੀਗਾ। ਸੋ ਅਗਰ ਤੁਹਾਡਾ ਬੈਕ ਹੋਮ ਐਕਸਪੀਰੀਅੰਸ ਹੈ, ਗ੍ਰੈਜੂਏਸ਼ਨ ਕੀਤੀ ਹੋਈ ਹੈ, ਆਇਲਸ ਦਾ ਸਕੋਰ ਆਇਲਸ ਦਿੱਤਾ ਹੋਇਆ ਤੇ ਆਪਣੀ ਪ੍ਰੋਫਾਈਲ ਬਣਾ ਕੇ ਪੂਲ 'ਚ ਪਾ ਲਓ। ਈਵਨ ਇਫ ਯੂ ਆਰ ਸਟੱਡਿੰਗ ਇਨ ਕੈਨੇਡਾ ਜਾਂ ਵਰਕ ਪਰਮਿਟ 'ਤੇ ਹੋ, ਯੂ ਨੈਵਰ ਨੋ ਅਗਰ ਤੁਹਾਡੀ ਫਾਈਲ ਪਿਕ ਹੋ ਜੇ। ਬਹੁਤ ਬੈਕ ਐਂਡ ਫੋਰਥ ਚੇਂਜਸ ਹੋ ਰਹੇ ਆ, ਡਰਾਜ਼ ਆ ਰਹੇ ਆ, ਫਾਈਲ ਪਿਕ ਹੋ ਰਹੀ ਹੈ। ਅਗਰ ਤੁਹਾਡੀ ਫਾਈਲ ਪਿਕ ਹੋ ਜਾਏ ਤੁਹਾਡੀ PR ਆ ਸਕਦੀ ਹੈ। ਕੈਨੇਡੀਅਨ ਐਕਸਪੀਰੀਅੰਸ ਦੀ ਲੋੜ ਨਹੀਂ ਹੈ, ਲੇਕਿਨ ਹਾਂ ਅਗਰ ਫਾਈਲ ਪਿਕ ਨਹੀਂ ਹੁੰਦੀ ਤਾਂ ਕੈਨੇਡੀਅਨ ਐਕਸਪੀਰੀਅੰਸ ਲਓ। Tier 0 1 2 3 ਦੀ ਜੌਬ ਦਾ ਕੈਨੇਡੀਅਨ ਐਕਸਪੀਰੀਅੰਸ ਵਿਲ ਗੈਟ ਯੂ PR, will add points to your Canadian express entry account profile ਤੇ ਤੁਹਾਡੀ PR ਆ ਸਕਦੀ ਹੈ। ਤੇ ਉਹ ਪੁਆਇੰਟ ਐਡ ਹੋ ਜਾਣਗੇ। ਅਦਰਵਾਈਜ਼ ਅਗਰ ਤੁਹਾਡਾ ਉੱਦਾਂ ਹੀ ਸਕੋਰ ਬਣਦਾ ਹੈ ਤੁਹਾਨੂੰ ਲੋੜ ਹੀ ਨਹੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ। ਤੇ ਜਿਹੜਾ ਮਿਥ ਹੈ ਕਿ ਕੈਨੇਡੀਅਨ ਐਕਸਪੀਰੀਅੰਸ ਚਾਹੀਦਾ ਟੂ ਗੈਟ PR, ਉਹ ਗਲਤ ਹੈ। ਰਾਈਟ।
ਜਦੋਂ ਆਪਾਂ ਸਟੱਡੀ ਪਰਮਿਟ ਐਪਲੀਕੇਸ਼ਨ ਆਪਣੀ ਲਗਾਉਂਦੇ ਆ, ਕਿਉਂਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਉਹ ਸਟੱਡੀ ਪਰਮਿਟ 'ਤੇ ਆਉਂਦੇ ਆ, ਅਤੇ ਉਸ ਟਾਈਮ 'ਤੇ ਉਹ ਯੂਜੂਲੀ 12th ਪਾਸ ਹੁੰਦੇ ਆ, ਅਤੇ ਉਹਨਾਂ ਨੇ ਕੋਈ ਵਰਕ ਐਕਸਪੀਰੀਅੰਸ ਜਾਂ ਹੋਰ ਕੋਈ ਸਟੱਡੀ ਐਕਸਪੀਰੀਅੰਸ ਐਕਸੈਪਟ 12th ਗ੍ਰੇਡ ਨਹੀਂ ਲਾ ਰਿਹਾ ਹੁੰਦਾ। ਅਤੇ ਕਿਉਂਕਿ ਕੱਲ੍ਹ ਨੂੰ ਮੈਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ ਜਾਂ ਆਪਣੀ PR ਐਪਲੀਕੇਸ਼ਨ ਦੇ ਵਿੱਚ ਆਪਣਾ ਵਰਕ ਐਕਸਪੀਰੀਅੰਸ ਜਾਂ ਕੋਈ ਸਟੱਡੀ ਐਕਸਪੀਰੀਅੰਸ ਜੋ ਮੈਂ ਸਟੱਡੀ ਐਪਲੀਕੇਸ਼ਨ ਟਾਈਮ ਨਹੀਂ ਲਾਇਆ ਸੀ, ਉਹ ਮੈਂ ਪਾ ਸਕਦੇ ਹਾਂ? ਓਕੇ, ਮੈਂ ਬਹੁਤ ਇੰਪੋਰਟੈਂਟ ਕੁਐਸਚਨ ਹੈ। ਬਹੁਤ ਸਾਡੇ ਕਲਾਇੰਟਸ ਹੈਗੇ ਜਿਹੜੇ ਪਰੇਸ਼ਾਨ ਹੁੰਦੇ ਬਾਅਦ 'ਚ, ਅਤੇ ਹੁਣ ਅਸੀਂ ਬਹੁਤਾਂ ਦਾ ਇੱਦਾਂ ਦਾ ਕੰਮ ਕੀਤਾ ਹੋਇਆ ਪਹਿਲੇ। ਮੈਂ ਹਾਈਲੀ ਰਿਕਮੈਂਡ ਕਰਦਾ, ਅਗਰ ਤੁਸੀਂ ਆਪਣੀ ਜਿਹੜੇ ਬੱਚੇ ਸੁਣ ਰਹੇ ਜਿਹੜੇ ਹਾਲੇ ਤੱਕ ਕੈਨੇਡਾ ਨਹੀਂ ਆਇਆ, ਜਦੋਂ ਵੀ ਤੁਸੀਂ ਕੈਨੇਡਾ ਦੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਲਾ ਰਹੇ ਹੋ ਔਰ ਤੁਹਾਡੇ ਕੋਲ ਇੰਡੀਅਨ ਐਕਸਪੀਰੀਅੰਸ ਹੈਗਾ Tier 0 1 to 3 ਦੀ ਜੌਬ ਦਾ, ਉਹ ਐਕਸਪੀਰੀਅੰਸ ਸ਼ੋਅ ਕਰਨਾ ਹੈ, ਕਿਉਂਕਿ PR ਦੇ ਟਾਈਮ ਉਸ ਐਕਸਪੀਰੀਅੰਸ ਦੇ ਪੁਆਇੰਟ ਮਿਲਣੇ ਆ। ਠੀਕ ਹੈ, ਜਿਹੜੇ ਬੱਚੇ ਸਟੱਡੀ ਪਰਮਿਟ 'ਤੇ ਆ ਗਏ ਔਰ ਐਕਸਪੀਰੀਅੰਸ ਸ਼ੋਅ ਨਹੀਂ ਕੀਤਾ ਏਜੰਟ ਨੇ, ਤਾਂ ਤੁਸੀਂ ਜਦੋਂ ਵੀ ਸਟੱਡੀ ਪਰਮਿਟ ਐਕਸਟੈਂਸ਼ਨ ਦੀ ਫਾਈਲ ਲਾਣੀ ਹੈ, PGWP ਦੀ ਫਾਈਲ ਲਾਣੀ ਹੈ, ਉਹ ਐਕਸਪੀਰੀਅੰਸ ਸ਼ੋਅ ਕਰਨਾ ਹੈ। ਫਿਰ ਜਦੋਂ ਐਕਸਪ੍ਰੈਸ ਐਂਟਰੀ ਦੇ ਤੁਸੀਂ ਫਾਈਲ ਲਾਓਗੇ ਤਾਂ ਵੀ ਉਹ ਐਕਸਪੀਰੀਅੰਸ ਸ਼ੋਅ ਕਰਨਾ। ਕੱਲ੍ਹ ਨੂੰ ਅਗਰ ਤੁਸੀਂ ਸਿੱਧਾ ਹੀ ਐਕਸਪੀਰੀਅੰਸ ਸ਼ੋਅ ਕਰ ਦਿੰਦੇ ਹੋ ਐਕਸਪ੍ਰੈਸ ਐਂਟਰੀ ਦੇ ਅੰਦਰ, ਤਾਂ ਇਮੀਗ੍ਰੇਸ਼ਨ ਆਫਿਸਰ ਨੇ ਕਹਿਣਾ ਜਾਂ ਤਾਂ ਤੁਸੀਂ ਉਸ ਟਾਈਮ ਝੂਠ ਬੋਲਿਆ, ਮੇਰੇ ਕੋਲ ਐਕਸਪੀਰੀਅੰਸ ਨਹੀਂ ਹੈ, ਜਾਂ ਹੁਣ ਤੁਸੀਂ ਝੂਠ ਬੋਲਦੇ ਹੋ ਮੇਰੇ ਕੋਲ ਐਕਸਪੀਰੀਅੰਸ ਹੈ, ਤੁਸੀਂ ਪੁਆਇੰਟ ਲੈਣ ਲਈ ਝੂਠ ਬੋਲ ਰਹੇ ਹੋ, ਐਂਡ ਮਿਸ ਰਿਪਰੈਜ਼ੈਂਟੇਸ਼ਨ ਲਾ ਕੇ ਤੁਹਾਡੀ ਫਾਈਲ ਕੈਂਸਲ ਵੀ ਹੋ ਸਕਦੀ ਹੈ, ਬੈਨ ਵੀ ਲੱਗ ਸਕਦਾ। ਲੇਕਿਨ ਅਗਰ ਗਲਤੀ ਹੋ ਗਈ ਹੈ, ਜੈਨੂਇਨ ਮਿਸਟੇਕ ਹੋ ਗਈ ਹੈ, ਏਜੰਟ ਤੋਂ ਗਲਤੀ ਹੋ ਗਈ ਹੈ, ਤੁਹਾਡੇ ਤੋਂ ਗਲਤੀ ਹੋ ਗਈ, ਉਹਨੂੰ ਰੈਕਟੀਫਾਈ ਕਰ ਸਕਦੇ ਹੋ। ਸਟੱਡੀ ਪਰਮਿਟ ਦੇ ਟਾਈਮ ਗਲਤੀ ਹੋ ਗਈ, ਸਟੱਡੀ ਪਰਮਿਟ ਐਕਸਟੈਂਸ਼ਨ ਦੇ ਟਾਈਮ ਨਹੀਂ ਹੋਈ, PGWP ਦੇ ਟਾਈਮ ਨਹੀਂ ਹੋਈ, ਔਰ ਐਕਸਪ੍ਰੈਸ ਐਂਟਰੀ ਜਦੋਂ ਫਾਈਲ ਲੱਗਣੀ ਹੈ ਤਾਂ ਨਹੀਂ ਹੋਈ। ਤੁਸੀਂ ਡਿਕਲੇਅਰ ਕਰਤਾ, ਤੁਸੀਂ ਜਸਟੀਫਾਈ ਕਰ ਸਕਦੇ ਹੋ, ਜੈਨੂਇਨ ਰੀਜ਼ਨ ਹੈ ਤੁਹਾਡੀ ਮਿਸਟੇਕ ਦਾ, ਐਂਡ ਯੂ ਕੈਨ ਜਸਟੀਫਾਈ, ਤੁਸੀਂ ਕਰ ਸਕਦੇ ਹੋ, ਇਹਦਾ ਰੈਕਟੀਫਿਕੇਸ਼ਨ ਹੈਗਾ। ਬਟ ਅਗਰ ਕੋਈ ਆਫਿਸਰ ਇਮੀਗ੍ਰੇਸ਼ਨ ਆਫਿਸਰ ਕੋਈ ਕੰਸਰਨ ਰੇਜ਼ ਕਰਦਾ ਹੈ, ਤੁਸੀਂ ਜਵਾਬ ਦੇ ਸਕਦੇ ਹੋ, ਦੈਨ ਯੂ ਕੈਨ ਗੋ ਫॉर ਇਟ। ਅਦਰਵਾਈਜ਼ ਇਫ ਯੂ ਆਰ ਥਿੰਕਿੰਗ ਕਿ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈ, ਮੈਂ ਫੇਕ ਐਕਸਪੀਰੀਅੰਸ ਬਣਾ ਕੇ ਆਪਣਾ ਗੈਪ ਪੂਰਾ ਕਰਕੇ ਪਾ ਦਿੰਦਾ ਅਤੇ ਮੈਂ ਪੁਆਇੰਟ ਕਲੇਮ ਕਰ ਲਾਂਗਾ, ਅਤੇ ਵੀਜ਼ਾ ਆਫਿਸਰਸ ਆਰ ਵੈਰੀ ਸਟ੍ਰਿਕਟ, PFL ਵੀ ਆਉਂਦੇ ਆ, ਫਾਈਲ ਰਿਜੈਕਟ ਵੀ ਹੁੰਦੀ ਹੈ, ਬੈਨ ਵੀ ਲੱਗਦੇ ਆ ਜਿਹੜੇ ਬੰਦੇ ਇਹਦੇ ਫੇਕ ਐਕਸਪੀਰੀਅੰਸ ਪਾ ਰਹੇ ਆ। ਆਈ ਡੋਂਟ ਰਿਕਮੈਂਡ ਫੇਕ ਐਕਸਪੀਰੀਅੰਸ ਪਾ ਕੇ ਤੁਸੀਂ ਆਪਣੇ ਪੁਆਇੰਟਸ ਕਲੇਮ ਕਰੋ ਜਾਂ ਪ੍ਰੋਫਾਈਲ ਨੂੰ ਕੁਆਲੀਫਾਈ ਕਰੋ ਇਫ ਯੂ ਡੋਂਟ ਕੁਆਲੀਫਾਈ, ਰੈਦਰ ਦੈਨ ਥੋੜ੍ਹਾ ਟਾਈਮ ਲੇਟ ਹੋ ਕੇ ਸਾਲ 2 ਸਾਲ ਰੁਕ ਕੇ PR ਲੈ ਲਓ। ਇਹ ਪੁੱਠੇ ਸਿੱਧੇ ਕੰਮ ਮੈਂ ਰਿਕਮੈਂਡ ਨਹੀਂ ਕਰਦਾ। ਰਾਈਟ। ਜਦੋਂ ਬੱਚੇ ਸਟੱਡੀ ਪਰਮਿਟ 'ਤੇ ਆਉਂਦੇ ਆ, ਬਹੁਤ ਸਾਰੇ ਬੱਚੇ ਜਿਹੜੇ ਹੁੰਦੇ ਆ ਉਹ ਆਲਰੇਡੀ ਇੱਕ ਫਾਈਨੈਂਸ਼ੀਅਲੀ ਇੱਕ ਪ੍ਰੈਸ਼ਰ 'ਚ ਹੁੰਦੇ ਆ, ਅਤੇ ਫੀਸਾਂ ਇਕੱਠੀਆਂ ਕਰਨੀਆਂ ਬਹੁਤ ਵੱਡਾ ਵਰਕਲੋਡ ਹੈ ਫॉर ਮੋਸਟ ਆਫ ਦ ਸਟੂਡੈਂਟਸ। ਜਿਹੜੇ ਬੱਚਿਆਂ ਤੋਂ ਫੀਸਿਸ ਦਾ ਪ੍ਰੈਸ਼ਰ ਹੈ ਜਾਂ ਪੇਮੈਂਟਸ ਦਾ ਪ੍ਰੈਸ਼ਰ ਹੈ, ਉਹਨਾਂ ਨੂੰ ਤੁਸੀਂ ਕਿਆ ਐਡਵਾਈਸ ਕਰਦੇ ਹੋ? ਮੈਂ ਐਡਵਾਈਸ ਕਰੂੰਗਾ ਜਿਹੜੇ ਬੱਚੇ ਨੂੰ ਫਾਈਨੈਂਸ਼ੀਅਲ ਦਿੱਕਤ ਆਉਂਦੀ ਹੈ ਫॉर ਪੇਇੰਗ ਨੈਕਸਟ ਸਮੈਸਟਰ ਫੀਸ ਜਾਂ 3rd ਸਮੈਸਟਰ ਫॉर ਜੋ ਵੀ ਸਮੈਸਟਰ ਤੁਹਾਡੀ ਫੀਸ ਪੈਂਡਿੰਗ ਹੈ, ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਤੁਸੀਂ ਆਪਣੀ ਯੂਨੀਵਰਸਿਟੀ ਜਾਂ ਕਾਲਜ ਨਾਲ ਗੱਲ ਕਰੋ, ਉੱਥੇ ਇੰਟਰਨੈਸ਼ਨਲ ਡਿਪਾਰਟਮੈਂਟ ਹੁੰਦਾ, ਔਰ ਉਹਨਾਂ ਨਾਲ ਗੱਲ ਕਰੋ ਵੀ ਮੈਨੂੰ ਪ੍ਰੋਬਲਮ ਹੈ, ਮੇਰੇ ਇੰਸਟਾਲਮੈਂਟ ਬਣਾ ਦਿਓ। ਮੈਜੋਰਿਟੀ ਕਾਲਜਸ ਔਰ ਮੈਜੋਰਿਟੀ ਯੂਨੀਵਰਸਿਟੀਜ਼ ਤੁਹਾਡੀ ਹੈਲਪ ਕਰਦੇ ਆ, ਤੁਹਾਡੀ ਇੰਸਟਾਲਮੈਂਟ ਬਣਾ ਦਿੰਦੇ, ਤੁਹਾਡੀ ਥੋੜ੍ਹੀ ਕਰਕੇ ਫੀਸ ਪੇ ਕਰ ਸਕਦੇ ਹੋ। ਹੁਣੇ ਹੀ ਪਿੱਛੇ ਸਾਡੇ ਕੋਲ 2 ਕਲਾਇੰਟ ਆਏ ਸੀ, ਉਹਨਾਂ 'ਚੋਂ ਇੱਕ ਬੱਚਾ ਨਾਇਗਰਾ ਕਾਲਜ ਪੜ੍ਹਦਾ ਸੀਗਾ, ਅਤੇ ਉਹਦਾ ਵੀ ਇਹ ਚੱਕਰ ਸੀਗਾ ਪੈਸੇ ਨਹੀਂ ਸੀਗੇ, ਅਤੇ ਮੈਂ ਕਿਹਾ ਵੀ ਤੂੰ ਪਹਿਲਾ ਕੰਮ ਕਰ, ਅਤੇ ਉੱਦਾਂ ਵੀ ਤੂੰ ਪ੍ਰੋਬਲਮ ਚਾਹੇ ਹੁਣ ਵੀ ਹੈ, ਕਾਲਜ ਨੂੰ ਜਾ ਕੇ ਰਿਕੁਐਸਟ ਕਰ। ਅਤੇ ਮੰਡੇ ਕਾਲਜ ਗਿਆ ਅਤੇ ਰਿਕੁਐਸਟ ਕੀਤੀ ਹੈ, ਅਤੇ ਉਹਦੇ ਕਾਲਜ ਨੇ ਗੱਲ ਮੰਨ ਲਈ, ਅਤੇ ਉਹਨੂੰ ਇੰਸਟਾਲਮੈਂਟ ਬਣਾ ਕੇ ਦੇ ਦਿੱਤੀ। ਅਦਰਵਾਈਜ਼ ਉਹਨੂੰ ਗੈਪ ਲੈਣਾ ਪੈਣਾ ਸੀ, ਬ੍ਰੇਕ ਲੈ ਕੇ ਪੈਸੇ ਕਮਾ ਕੇ ਫਿਰ ਫੀਸ ਇਕੱਠੀ ਹੋਣੀ ਸੀ, ਅਤੇ ਇੰਡੀਆ ਤੋਂ ਪੈਸੇ ਆ ਨਹੀਂ ਰਹੇ ਸੀ। ਠੀਕ ਹੈ, ਸੋ ਯੂ ਨੀਡ ਟੂ ਐਕਸਪਲੋਰ all the options. One of them is talk to your international departments, speak to them, request them ਕਿ ਸਾਨੂੰ ਹੈਲਪ ਕਰੋ ਐਂਡ ਇੰਸਟਾਲਮੈਂਟ ਬਣਾ ਦਿਓ। ਰਾਈਟ। ਦ ਨੈਕਸਟ ਕੁਐਸਚਨ ਮੈਂ ਉਹਨੂੰ ਥੋੜ੍ਹਾ ਜਿਹਾ ਕੰਪਾਈਲ ਕਰ ਦੂੰਗੀ ਕਿ ਤੁਸੀਂ ਰਿਫਿਊਜੀ ਐਪਲੀਕੇਸ਼ਨਸ ਨਾਲ ਡੀਲ ਕਰਦੇ ਹੋ, ਜਾਂ ਜੇ ਕਿਸੇ ਬੱਚੇ ਨੇ ਆਪਣੀ ਰਿਫਿਊਜੀ ਐਪਲੀਕੇਸ਼ਨ ਵਿਡਰਾਅ ਕਰਨੀ ਹੈ ਜਾਂ ਅਪਲਾਈ ਕਰਨੀ ਹੈ, ਅਤੇ ਤੁਸੀਂ ਉਹ ਸਟੂਡੈਂਟਸ ਨੂੰ ਹੈਲਪ ਕਰਦੇ ਹੋ? ਓਕੇ, ਪ੍ਰਾਨਿਕਾ, ਸਭ ਤੋਂ ਪਹਿਲੇ ਜਿਹੜੇ ਵੀ ਬੱਚੇ ਨੇ ਰਿਫਿਊਜੀ ਐਪਲੀਕੇਸ਼ਨ ਲਾਣੀ ਹੈ, ਮੈਂ ਸਭ ਤੋਂ ਜ਼ਿਆਦਾ ਕਿਸੇ ਰਿਫਿਊਜੀ ਕਰਦਾ ਤਾਂ ਮੈਂ ਸਭ ਤੋਂ ਮਨਾ ਵੀ ਕਰਦਾ ਹਰ ਇੱਕ ਨੂੰ, ਰਿਫਿਊਜੀ ਨਾ ਲਾਓ। ਰਿਫਿਊਜੀ ਇਜ਼ ਨਾਟ ਫॉर ਯੂ। ਤੁਸੀਂ ਇੱਥੇ ਪੜ੍ਹਨ ਆਏ ਸੀ, ਤੁਹਾਡੀ ਪੜ੍ਹਾਈ ਪੂਰੀ ਕਰੋ, ਪੜ੍ਹਾਈ ਨਹੀਂ ਪੂਰੀ ਹੁੰਦੀ ਵਰਕ ਪਰਮਿਟ ਲੈ ਲਓ, ਕੋਈ ਹੋਰ ਆਪਸ਼ਨ ਕਰ ਲਓ, ਲੇਕਿਨ ਜਿਹੜਾ ਮੇਨ ਪਰਪਸ ਆਫ ਵਿਜ਼ਿਟ ਹੈ ਉਹ ਪੜ੍ਹਾਈ ਹੈ, ਪੜ੍ਹਾਈ ਪੂਰੀ ਕਰੋ। ਰਿਫਿਊਜੀ ਜਿੱਦਾਂ ਟਰੈਂਡਿੰਗ ਚੱਲਦਾ ਨਾ ਇੰਸਟਾਗ੍ਰਾਮ 'ਤੇ, ਕੋਈ ਮਿਊਜ਼ਿਕ ਟਰੈਂਡਿੰਗ ਚੱਲਦਾ, ਉੱਦਾਂ ਅੱਜ ਕੱਲ੍ਹ ਟਰੈਂਡਿੰਗ ਚੱਲ ਰਿਹਾ ਬਈ ਮੈਂ ਤੋਂ ਪੜ੍ਹਾਈ ਨਹੀਂ ਹੋਣੀ, ਮੈਂ ਰਿਫਿਊਜੀ ਮੈਂ ਲਾ ਦਿੰਦਾ। ਉਹ ਮੁੰਡੇ ਨੇ ਵੀ ਰਿਫਿਊਜੀ ਲਾਇਆ ਸੀ, ਉਹਨੇ ਵੀ ਰਿਫਿਊਜੀ ਲਾਤਾ, ਮੈਂ ਵੀ ਲਾ ਦਿੰਦਾ। ਹਰ ਬੰਦਾ ਹੀ ਲੱਗਿਆ ਹੋਇਆ ਮੈਂ ਰਿਫਿਊਜੀ ਲਾ ਦਿਓ, ਰਿਫਿਊਜੀ ਲਾ ਦਿਓ। ਰਿਫਿਊਜੀ ਇਜ਼ ਨਾਟ ਫॉर ਐਵਰੀਬਡੀ, ਰਿਫਿਊਜੀ ਇਜ਼ ਫॉर ਪੀਪਲ ਜਿਨ੍ਹਾਂ ਨੂੰ ਜੈਨੂਇਨ ਥ੍ਰੈਟ ਹੈ ਲਾਈਫ ਦਾ। ਅਗਰ ਤੁਹਾਨੂੰ ਜੈਨੂਇਨ ਥ੍ਰੈਟ ਆ ਤੁਹਾਡੀ ਲਾਈਫ ਦਾ, ਤੁਹਾਨੂੰ ਲੱਗਦਾ ਪਿੱਛੇ ਜਾਓਗੇ ਤਾਂ ਤੁਹਾਨੂੰ ਮਾਰ ਦੇਣਗੇ, ਤੁਹਾਨੂੰ ਪਰਸਨਲੀ ਥ੍ਰੈਟ ਹੈ, ਬਾਕੀ ਸਾਰਾ ਕੁਝ ਠੀਕ ਹੈ, ਤਾਂ ਤੁਸੀਂ ਰਿਫਿਊਜੀ ਸੋਚ ਸਕਦੇ ਹੋ। ਇੱਦਾਂ ਨਹੀਂ ਵੀ ਇੱਥੇ ਰੁਕਣਾ ਹੈ ਅਤੇ ਸਟੇ ਲੈਣ ਲਈ ਰਿਫਿਊਜੀ ਪਾਤਾ। ਅਗਰ ਤੁਹਾਡਾ ਪਰਪਸ ਹੈ ਇੱਥੇ ਲੌਂਗ ਟਰਮ ਟਿਕਣਾ ਹੈ, ਬਸਣਾ ਹੈ ਕੈਨੇਡਾ, ਤਾਂ ਰਿਫਿਊਜੀ ਇਜ਼ ਨਾਟ ਦ ਵੇ। 21 22 ਸਾਲ 25 ਸਾਲ ਦੇ ਮੁੰਡੇ ਨੂੰ ਕੋਈ ਖਤਰਾ ਨਹੀਂ ਹੁੰਦਾ ਇੰਡੀਆ। ਅਗਰ ਕੋਈ ਹੈਗਾ, ਜਿੱਦਾਂ ਬਹੁਤ ਲੋਕੀ ਮੈਰਿਜਸ ਕਰਾ ਕੇ ਆਏ ਆ, ਕਿਸੇ ਨੇ ਕੰਟਰੈਕਟ ਮੈਰਿਜ ਕਰਾਈ ਹੋਈ ਹੈ ਅਤੇ ਉਹਦੇ ਇਨਲੌਜ਼ ਉਹਨੂੰ ਥ੍ਰੈਟ ਦੇ ਰਹੇ ਆ, ਕੋਈ FIR ਹੋ ਗਈ ਹੈ ਅਤੇ ਉਹਨੂੰ ਡਰ ਲੱਗਦਾ ਵੀ ਮੈਨੂੰ ਮਾਰ ਦੇਣਗੇ, ਦੈਨ ਰਿਫਿਊਜੀ ਇਜ਼ ਫॉर ਯੂ।
that may be a reason genuine cases ਆਪਣੇ ਹੋਣੇ ਚਾਹੀਦਾ ਐਂਡ ਕੇਸ ਟੂ ਕੇਸ ਵੈਰੀ ਕਰਦਾ ਤੁਸੀਂ ਡਿਸਕਸ ਕਰ ਸਕਦੇ ਹੋ ਲੇਕਿਨ ਇਹ ਭੁਲੇਖਾ ਕੱਟ ਦਿਓ ਕਿ ਵੀ ਅਗਰ ਪੜ੍ਹਾਈ ਨਹੀਂ ਹੋ ਰਹੀ ਰਿਫਿਊਜੀ ਲਾ ਦਿਓ ਦਿਸ ਇਜ਼ ਨਾਟ ਫॉर ਯੂ ਅਗਰ 4-5-6 ਲੱਖ ਕੇਸਿਸ ਰਿਫਿਊਜੀ ਲੱਗ ਗਏ ਉਹਨਾਂ ਚੋਂ 75-76 ਹਜ਼ਾਰ ਨੂੰ ਦੇਣਾ ਉਹ ਵੀ ਜੈਨੂਇਨ ਕੇਸਿਸ ਨੂੰ ਉੱਥੇ ਇਹ ਨਹੀਂ ਹੈਗਾ ਤੁਸੀਂ ਲਾਤਾ ਤੁਹਾਨੂੰ ਮਿਲ ਜਾਣਾ ਰਿਫਿਊਜੀ ਇਟਸ ਨਾਟ PR ਕੈਟੇਗਰੀ ਹੋਰ ਬਥੇਰੀ ਹੈ ਦਿਸ ਇਜ਼ ਫॉर ਪੀਪਲ ਹੂ ਨੀਡ ਪ੍ਰੋਟੈਕਸ਼ਨ ਤੁਹਾਨੂੰ ਅਗਰ ਪ੍ਰੋਟੈਕਸ਼ਨ ਦੀ ਲੋੜ ਨਹੀਂ ਹੈ ਤੁਸੀਂ ਲਾਤਾ ਹੈ ਤੁਸੀਂ ਆਪਣਾ ਟਾਈਮ ਸਰਕਾਰ ਦਾ ਟਾਈਮ ਵੇਸਟ ਕਰਦੇ ਹੋ ਔਰ ਉੱਥੇ ਐਵੀਡੈਂਸ ਦੇਣੇ ਪੈਣੇ ਆ ਪ੍ਰੂਫ ਕਰਨਾ ਪੈਣਾ ਹੈ ਦੱਸਣੀ ਪੈਣੀ ਆਪਣੀ ਕਹਾਣੀ ਵੀ ਕਿਉਂ ਤੁਹਾਨੂੰ ਜੋ ਲੋੜ ਹੈ ਰਿਫਿਊਜੀ ਦੀ ਤਾਂ ਰਿਫਿਊਜੀ ਤੁਸੀਂ ਲਾ ਸਕਦੇ ਹੋ ਅਤੇ ਜਿੰਨੇ ਬੱਚੇ ਸੁਣ ਰਹੇ ਉਹ ਮੈਂ ਰਿਕਮੈਂਡ ਨਹੀਂ ਕਰਦਾ ਲੇਕਿਨ ਹਾਂ ਕਿਸੇ ਨੂੰ ਜੈਨੂਇਨ ਲੀਡ ਹੈ ਮੇਰੇ ਕੋਲ ਆ ਸਕਦੇ ਆ ਮੇਰੇ ਕੋਲ ਰਿਫਿਊਜੀ ਬੋਰਡ ਦਾ ਲਾਇਸੈਂਸ ਹੈ ਮੈਂ ਜਾ ਸਕਦਾ ਮੈਂ ਰਿਪਰੈਜ਼ੈਂਟ ਕਰ ਸਕਦਾ ਰਿਫਿਊਜੀ ਬੋਰਡਸ ਤੁਹਾਨੂੰ ਤੁਹਾਡਾ ਰਿਫਿਊਜੀ ਦਾ ਕੇਸ ਆਪਾਂ ਲੜ ਸਕਦੇ ਅਗਰ ਜੈਨੂਇਨ ਹੈਗਾ ਤੇ ਰਾਈਟ ਹੁਣ ਥੋੜ੍ਹਾ ਜਿਹਾ ਤੁਸੀਂ ਸਾਨੂੰ ਕੰਟਰੈਕਟ ਜੌਬਸ ਬਾਰੇ ਦੱਸੋ ਕਿਉਂਕਿ ਬੇਸਿਕਲੀ ਨਾਰਮਲ ਜੌਬਸ ਜਿਹਦੇ ਵਿੱਚ ਬਹੁਤ ਸਾਰੇ ਬੱਚੇ ਆਲਰੇਡੀ ਵੈਲ ਅਵੇਅਰ ਹੈਗੇ ਆ ਬਟ ਕੰਟਰੈਕਟ ਜੌਬਸ ਕਿਆ ਹੈਗੀਆਂ ਅਤੇ ਇਹ PR ਦੇ ਵਿੱਚ ਕਿਵੇਂ ਹੈਲਪ ਕਰਦੀ ਹੈ ਓਕੇ ਕੰਟਰੈਕਟ ਦੋ ਤਰੀਕੇ ਦੀ ਹੁੰਦੀ ਹੈ ਇੱਕ ਕੰਟਰੈਕਟ ਹੁੰਦਾ ਤੁਹਾਨੂੰ ਫੁੱਲ ਟਾਈਮ ਜੌਬ ਹੈ ਤੁਹਾਨੂੰ ਪੇਰੋਲ 'ਤੇ ਹੈਗੇ ਹੋ ਕੰਪਨੀ ਨੇ ਕੰਟਰੈਕਟ ਕੀਤਾ ਹੋਇਆ ਕਿ ਤੁਸੀਂ ਸਾਡੇ ਕੋਲ 6 ਮਹੀਨੇ ਕੰਮ ਕਰੋਗੇ ਸਾਲ ਕੰਮ ਕਰੋਗੇ 2 ਸਾਲ ਕੰਮ ਕਰੋਗੇ ਦਿਸ ਇਜ਼ ਟਰਮ ਕੰਟਰੈਕਟ ਕਿ ਪੇਰੋਲ 'ਤੇ ਹੋ EMPLOYEE ਹੋ ਫੁੱਲ ਟਾਈਮ ਲੇਕਿਨ ਟਰਮ ਕੰਟਰੈਕਟ ਹੈ 2 ਸਾਲ ਦਾ ਪੀਰੀਅਡ ਹੈਗਾ ਇੱਕ ਇਸ ਤੋਂ ਬਾਅਦ ਰੀਨਿਊ ਹੋਣਾ ਹੈ ਕੰਟਰੈਕਟ ਜਾਂ ਖਤਮ ਹੋ ਗਿਆ ਜਾਂ ਰੀਨਿਊ ਹੋਣਾ ਉਸ ਤੋਂ ਬਾਅਦ ਠੀਕ ਹੈ ਇੱਕ ਕੰਟਰੈਕਟ ਹੁੰਦਾ ਹੈ ਦਿਸ ਇਜ਼ ਵੈਲਿਡ ਦਿਸ ਐਕਸਪੀਰੀਅੰਸ ਵਿਲ ਬੀ ਕਾਊਂਟਡ ਟੂਵਰਡਸ ਯੋਰ PR ਦਿਸ ਐਕਸਪੀਰੀਅੰਸ ਵਿਲ ਬੀ ਕਾਊਂਟਡ ਟੂਵਰਡਸ ਕੈਂਡੀਡੇਟ ਐਕਸਪੀਰੀਅੰਸ ਵਰਕ ਐਕਸਪੀਰੀਅੰਸ ਕਾਊਂਟ ਹੋਣਾ ਠੀਕ ਹੈ ਲੇਕਿਨ ਅਗਰ ਤੁਹਾਡਾ ਕੰਟਰੈਕਟ ਹੈਗਾ ਐਜ਼ ਅ ਸੈਲਫ EMPLOYED ਤੁਸੀਂ ਕੰਪਨੀ ਨੂੰ ਬਿਲ ਕਰਦੇ ਹੋ ਐਂਡ ਦੈਨ ਕੰਪਨੀ ਪੇਜ਼ ਯੂ this will not count as experience this will be a self-employed experience this will not be counted as full-time job ਤੁਹਾਨੂੰ ਸੈਲਰੀ ਨਹੀਂ ਮਿਲ ਰਹੀ ਤੁਹਾਨੂੰ ਕੰਟਰੈਕਟ 'ਤੇ ਹੈਗੇ ਤੁਹਾਨੂੰ ਪੇਮੈਂਟ ਮਿਲ ਰਹੀ ਹੈ ਸੋ ਦੋ ਕੰਟਰੈਕਟ ਲੋਕ ਕਨਫਿਊਜ਼ ਹੋ ਜਾਂਦੇ ਆ ਜਿਹੜਾ ਕੰਟਰੈਕਟ ਫੁੱਲ ਟਾਈਮ ਜੌਬ ਦਾ ਹੈ ਬਟ ਫॉर ਅ ਪੀਰੀਅਡ that is valid ਤੁਹਾਨੂੰ ਕਾਊਂਟ ਹੋਣਾ ਉਹ ਸਾਰਾ ਪੀਰੀਅਡ ਜੌਬ ਦਾ ਲੇਕਿਨ ਜਿਹੜਾ ਉੱਦਾਂ ਕੰਟਰੈਕਟ ਬਣਿਆ ਹੋਇਆ ਪੇਰੋਲ 'ਤੇ ਨਿਊ ਕੰਪਨੀ ਦੈਨ ਉਹ ਕਾਊਂਟ ਨਹੀਂ ਹੋਣਾ ਰਾਈਟ even though you've covered this question a little bit but I would want ਕਿ ਤੁਸੀਂ ਥੋੜ੍ਹੀ ਜਿਹੀ ਇਸ ਬਾਰੇ ਹੋਰ ਗੱਲ ਕਰੋ ਕਿ ਤੁਸੀਂ ਉਹ ਬੱਚਿਆਂ ਨੂੰ ਕੀ ਸੁਜੈਸ਼ਨ ਦਿੰਦੇ ਹੋ ਕਿ ਜਿਹੜੇ ਸੋਚਦੇ ਆ ਆਪਾਂ ਰਿਫਿਊਜੀ ਲਾ ਲੈਂਦੇ ਕਿਉਂਕਿ ਇੱਕ ਦੋਸਤ ਨੂੰ ਦੇਖ ਕੇ ਦੂਜੇ ਨੇ ਲਾ ਲਈ ਤੀਜੇ ਨੇ ਲਾ ਲਈ ਅਤੇ ਆਹ ਜਿਹੜਾ ਰਿਫਿਊਜੀ ਇੰਨਾ ਥੋੜ੍ਹਾ ਕਾਮਨ ਹੋ ਰੱਖਿਆ ਇਹਦੇ ਕਿਆ ਡਰਾਬੈਕਸ ਹੈਗੇ ਆ ਓਕੇ ਅਗੇਨ ਮੈਂ ਜਿੱਦਾਂ ਪਹਿਲਾਂ ਕਿਹਾ ਵੀ ਜਿਹਨੂੰ ਕੋਈ ਵੀ ਰਿਫਿਊਜੀ ਬੱਚੇ ਨੂੰ ਲੋੜ ਨਹੀਂ ਹੈ ਉਹ ਨਾ ਲਾਓ ਠੀਕ ਹੈ ਕੋਈ ਟਰੈਂਡਿੰਗ ਹੈਗਾ ਕਿਸੇ ਨੂੰ ਭੇਡ ਚਾਲ ਦੇਖ ਕੇ ਨਾ ਪੰਗਾ ਲਓ ਜਿਹਨੂੰ ਜੈਨੂਇਨ ਲੋੜ ਹੈ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਸਮਝਾ ਦੂੰਗਾ ਜਿਹਨੂੰ ਬਿਲਕੁਲ ਮਨ ਬਣਾ ਲਿਆ ਵੀ ਮੈਂ ਪਾਉਣਾ ਹੀ ਪਾਉਣਾ ਹੈ ਔਰ ਬਟ ਉਹਨੂੰ ਕੋਈ ਸਮਝਾਉਣ ਵਾਲਾ ਨਹੀਂ ਹੈਗਾ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਸਮਝਾ ਦੂੰਗਾ ਕਿ ਕਿਉਂ ਤੁਹਾਨੂੰ ਪਾਉਣਾ ਚਾਹੀਦਾ ਹੈ ਨਹੀਂ ਪਾਉਣਾ ਚਾਹੀਦਾ ਪਾਓਗੇ ਅਤੇ ਉਹਦੇ 5 ਸਾਲ ਤੱਕ ਤੁਹਾਡੀ ਲਾਈਫ ਕਿੱਦਾਂ ਦੀ ਹੋਊਗੀ ਇਹਦੇ ਬਾਅਦ ਕਿਹੜਾ ਸਟੈਪ ਹੁੰਦਾ ਹੈ ਰਿਫਿਊਜੀ ਅਪੀਲ ਤੋਂ ਬਾਅਦ ਜੁਡੀਸ਼ੀਅਲ ਰਿਵਿਊ ਉਸ ਤੋਂ ਬਾਅਦ ਉਸ ਤੋਂ ਬਾਅਦ HNC ਤੁਹਾਡੀ ਲਾਈਫ ਕਿੱਦਾਂ ਹੋਊਗੀ ਤੁਸੀਂ ਵਾਪਸ ਨਹੀਂ ਜਾ ਸਕਦੇ ਆਪਣੇ ਮੁਲਕ ਠੀਕ ਹੈ ਕਿਉਂਕਿ ਦੁੱਖ ਸੁੱਖ ਲੱਗਿਆ ਰਹਿਣਾ ਮਾਂ ਪਿਓ ਕੋਲ ਵੀਜ਼ਾ ਹੈ ਨਹੀਂ ਹੈ ਤੁਹਾਡਾ ਪਰਪਸ ਕੀ ਇੱਥੇ ਰੁਕਣ ਦਾ ਤੁਸੀਂ ਸਿਰਫ ਪੈਸੇ ਬਣਾਉਣੇ ਆ ਬਸਣਾ ਇੱਥੇ ਤੁਹਾਡੇ ਅੱਗੇ ਆਪਸ਼ਨ ਕੀ ਹੋਣਗੇ ਇੱਦਾਂ ਅਗਰ ਤੁਹਾਡੇ ਮਨ 'ਚ ਕੋਈ ਵੀ ਡਾਊਟ ਹੈ ਰਿਗਾਰਡਿੰਗ ਰਿਫਿਊਜੀ ਸਾਨੂੰ ਕੰਟੈਕਟ ਕਰਕੇ ਸਾਡੇ ਕੋਲ ਆ ਜਾਓ ਅਪਾਇੰਟਮੈਂਟ ਬੁੱਕ ਕਰੋ ਮੇਰੇ ਕੋਲ ਆ ਜਾਓ ਜਿੰਨੇ ਦਿਲ 'ਚ ਤੁਹਾਡੇ ਕੁਐਸਚਨ ਹੈ ਨੋਟ ਕਰਕੇ ਆ ਜਾਓ ਅਤੇ ਮੈਂ ਆਨਸਰ ਦਊਂਗਾ ਹਰ ਇੱਕ ਕੁਐਸਚਨ ਦਾ ਲੇਕਿਨ ਇੱਦਾਂ ਕਿਸੇ ਦੀ ਗੱਲਾਂ 'ਚ ਆ ਕੇ ਨਹੀਂ ਪਾਉਣਾ ਸੋਚ ਸਮਝ ਕੇ ਸਮਝੋ ਹੈ ਕਿ ਕਿਉਂ ਪੜ੍ਹਾਇਆ ਉਹਨਾਂ ਨੇ ਰਿਫਿਊਜੀ ਬੋਰਡ ਕਿਹਦੇ ਲਈ ਹੈ ਤੁਹਾਡੇ ਲਈ ਉਹ ਬਣਦਾ ਹੈ ਨਹੀਂ ਬਣਦਾ ਔਰ ਪਰਪਸ ਕੀ ਹੈ ਤੁਹਾਡਾ ਪਾਉਣ ਦਾ ਜੈਨੂਇਨ ਹੈ ਨਹੀਂ ਹੈ ਅਗਰ ਜੈਨੂਇਨ ਹੈ ਤੁਸੀਂ ਪ੍ਰੂਫ ਕਰ ਸਕਦੇ ਹੋ ਤਾਂ ਤੁਸੀਂ ਰਿਫਿਊਜੀ ਲਾਣਾ ਅਦਰਵਾਈਜ਼ ਨਹੀਂ ਲਾਣਾ ਠੀਕ ਹੈ ਮੈਂ ਕੋਈ ਤੁਹਾਨੂੰ ਐਡਵਾਈਸ ਨਹੀਂ ਕਰੂੰਗਾ ਕਿ ਫਰਜ਼ੀ ਰਿਫਿਊਜੀ ਕੇਸਿਸ ਤੁਸੀਂ ਲਾ ਲਓ ਕੋਈ ਵੀ ਕੁਐਸਚਨ ਕੰਸਰਨ ਹੈ ਅਪਾਇੰਟਮੈਂਟ ਬੁੱਕ ਕਰੋ ਆ ਜਾਓ ਮੈਨੂੰ ਮਿਲਣ ਨੈਕਸਟ ਕੁਐਸਚਨ ਵਾਜ਼ ਅਗੇਨ ਰਿਲੇਟਡ ਟੂ ਦਿਸ ਓਨਲੀ ਜੇ ਈਵਨ ਦੋ ਆਪਾਂ ਬਹੁਤ ਸਾਰੇ ਕੁਐਸਚਨਸ ਪੋਡਕਾਸਟ 'ਤੇ ਆਨਸਰ ਕਰ ਦਿੰਦੇ ਹਾਂ ਪਰ ਜੇ ਕਿਸੇ ਕੋਲ ਇੰਨੇ ਪੇਸ਼ੈਂਸ ਨਹੀਂ ਹੈ ਜਾਂ ਕਿਸੇ ਨੂੰ ਕੁਇਕ ਕੁਐਸਚਨ ਹੈਗਾ ਕੋਈ ਜਿਹੜਾ ਉਹ ਤੁਹਾਡੇ ਤੋਂ 1-on-1 ਪੁੱਛਣਾ ਚਾਹੁੰਦਾ ਹੈ ਵੇਅਰ ਕੈਨ ਦਿਸ ਪਰਸਨ ਰੀਚ ਆਊਟ ਟੂ ਯੂ ਐਂਡ ਹਾਊ ਕੈਨ ਦੇ ਬੈਸਟ ਵੇ ਟੂ ਰੀਚ ਆਊਟ ਟੂ ਮੀ ਇਜ਼ 1-to-1 ਕੰਸਲਟੇਸ਼ਨ ਦੈਟ ਇਜ਼ ਤੁਸੀਂ ਮਿਲਣਾ ਚਾਹੁੰਦੇ ਹੋ ਅਪਾਇੰਟਮੈਂਟ ਬੁੱਕ ਫੋਨ ਕਰੋ ਆਫਿਸ ਅਪਾਇੰਟਮੈਂਟ ਬੁੱਕ ਕਰੋ ਆ ਜਾਓ ਔਨਲਾਈਨ ਵੈਬਸਾਈਟ 'ਤੇ ਜਾ ਕੇ ਅਪਾਇੰਟਮੈਂਟ ਬੁੱਕ ਕਰ ਲਓ ਫਿਰ ਆ ਜਾਓ 1-to-1 ਜਾਂ ਤਾਂ ਮੈਂ ਵੀਡੀਓ ਕਾਲ 'ਤੇ ਗੱਲ ਕਰ ਲੂੰਗਾ ਜਾਂ ਫੋਨ 'ਤੇ ਕਰ ਲੂੰਗਾ ਜਾਂ ਆਫਿਸ ਆ ਕੇ ਗੱਲ ਕਰ ਲਓ ਅਗਰ ਫੋਨ 'ਤੇ ਵੀਡੀਓ ਕਾਲ 'ਤੇ ਨਹੀਂ ਕਰਨੀ ਆਫਿਸ ਆਓ 1 ਘੰਟੇ ਦੀ ਬੁੱਕ ਕਰੋ ਅੱਧੇ ਘੰਟੇ ਦੀ ਅਪਾਇੰਟਮੈਂਟ ਬੁੱਕ ਕਰੋ ਮਿਲ ਕੇ ਜਾਓ ਮੇਰੀ ਸਾਰੀ ਅਪਾਇੰਟਮੈਂਟਸ ਪੇਡ ਹੈ ਮੈਂ ਫ੍ਰੀ ਅਪਾਇੰਟਮੈਂਟਸ ਕੰਸਲਟੇਸ਼ਨਸ ਨਹੀਂ ਦਿੰਦਾ ਅਗਰ ਤੁਹਾਨੂੰ ਫਾਈਨੈਂਸ਼ੀਅਲ ਪ੍ਰੋਬਲਮ ਹੈ ਤੁਹਾਨੂੰ ਕੋਈ ਪ੍ਰੋਬਲਮ ਹੈ ਕਿਸੇ ਬੱਚੇ ਨੂੰ ਕਿ ਵੀ ਉਹ ਅਫੋਰਡ ਨਹੀਂ ਕਰ ਸਕਦੇ ਕੰਸਲਟੇਸ਼ਨ ਰਿਕੁਐਸਟ ਕਰ ਲਓ ਮੈਂ ਕੋਈ ਨਾ ਕੋਈ ਅਵੇਲੇਬਲ ਟਾਈਮ ਤੁਹਾਨੂੰ ਦੇ ਦੂੰਗਾ ਤੁਸੀਂ ਆ ਕੇ ਮੇਰੇ ਨਾਲ ਗੱਲ ਕਰ ਲਓ ਸਿਰਫ ਪੈਸੇ ਪਿੱਛੇ ਤੁਸੀਂ ਆਪਣਾ ਕੇਸ ਖਰਾਬ ਨਹੀਂ ਕਰਨਾ ਸਿਰਫ ਪੈਸੇ ਪਿੱਛੇ ਤੋਂ ਫਾਈਨੈਂਸ਼ੀਅਲ ਸਿਚੁਏਸ਼ਨ ਕਰਕੇ ਕੋਈ ਆਪਣੀ ਲਾਈਫ ਜੈਪੋਡਾਈਜ਼ ਨਹੀਂ ਕਰਨੀ ਸਟੇਟਸ ਖਰਾਬ ਨਹੀਂ ਕਰਨਾ ਇਸ ਕੰਟਰੀ ਦੇ ਅੰਦਰ ਅਗਰ ਕੋਈ ਜੈਨੂਇਨ ਪ੍ਰੋਬਲਮ ਹੈ ਮੈਂ ਤੁਹਾਡੇ ਨਾਲ ਹਾਂ ਅਗਰ ਇਫ ਯੂ ਕਾਂਟ ਅਫੋਰਡ ਮਾਈ ਕੰਸਲਟੇਸ਼ਨ ਫੀ ਬਟ ਇਫ ਯੂ ਕੈਨ ਅਫੋਰਡ ਮੇਰੇ ਨਾਲ ਬੁੱਕ ਕਰਕੇ ਕੰਸਲਟੇਸ਼ਨ 'ਤੇ ਆ ਜਾਓ ਐਂਡ ਰਿਕੁਐਸਟ ਹੈ ਜਿਹੜੇ ਵੀ ਲੋਕ ਆਊਟਸਾਈਡ ਕੈਨੇਡਾ ਬੈਠੇ ਆ ਜਿਹੜੇ ਪੋਡਕਾਸਟ ਸੁਣਦੇ ਆ ਪਾਕਿਸਤਾਨ ਬੈਠੇ ਆ ਇੰਡੀਆ ਬੈਠੇ ਆ ਦੁਬਈ ਬੈਠੇ ਆ ਮਿਡਲ ਈਸਟ ਬੈਠੇ ਆ
ਮੈਨੂੰ WhatsApp ਤੇ ਕਾਲ ਨਾ ਕਰਿਆ ਕਰੋ, ਕਿਉਂਕਿ ਆਫਿਸ ਦਾ ਨੰਬਰ ਹੈ, ਉਹ ਐਮਰਜੈਂਸੀ ਹੈ, ਐਂਡ ਦੈਟ ਨੰਬਰ ਇਜ਼ ਓਨਲੀ ਫॉर ਪੀਪਲ ਜਿਹੜੇ ਇਨਸਾਈਡ ਕੈਨੇਡਾ ਬੈਠੇ ਆ। ਸਾਡੀ ਸਰਵਿਸਿਜ਼ ਜਿਹੜੀ ਆ ਉਹ ਪੇਡ ਹੈ। ਮੈਂ WhatsApp ਤੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ, ਕਿਉਂਕਿ ਉਹ ਮੇਰੇ ਕੋਲ ਹੈ ਹੀ ਨਹੀਂ ਨੰਬਰ। ਅਗਰ ਤੁਹਾਡਾ ਕੋਈ ਵੀ ਕੰਸਰਨ ਹੈ, ਕੋਈ ਕੁਐਸਚਨ ਹੈ, ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ, ਇਮੀਗ੍ਰੇਸ਼ਨ ਦੀ ਕੋਈ ਸਲਾਹ ਲੈਣੀ ਹੈ, ਕੋਈ ਕੰਸਰਨ ਹੈ, ਤੁਹਾਡੇ ਬੱਚੇ ਇੱਥੇ ਬੈਠੇ ਆ, ਤੁਸੀਂ ਆਪਣੇ ਬੱਚਿਆਂ ਬਾਰੇ ਕੋਈ ਗੱਲ ਕਰਨੀ ਹੈ, ਤਾਂ ਅਪਾਇੰਟਮੈਂਟ ਬੁੱਕ ਕਰਕੇ ਮੇਰੇ ਨਾਲ ਗੱਲ ਕਰ ਲਓ। ਆਈ ਐਮ ਆਲਵੇਜ਼ ਦੇਅਰ, ਆਈ ਐਮ ਵੈਰੀ ਹੈਪੀ, ਆਈ ਵਿਲ ਬੀ ਵੈਰੀ ਹੈਪੀ ਟੂ ਹੈਲਪ ਯੂ ਟੂ ਆਨਸਰ ਆਲ ਯੂਰ ਕੰਸਰਨਸ, ਐਂਡ ਤੁਹਾਨੂੰ ਰਸਤਾ ਦੱਸ ਦੂੰਗਾ। ਮੇਰੇ ਕੋਲ ਸੋਲਿਊਸ਼ਨ ਹੋਊਗਾ, ਮੈਂ ਸੋਲਿਊਸ਼ਨ ਦਊਂਗਾ, ਨਹੀਂ ਹੋਊਗਾ ਮੈਂ ਰਸਤਾ ਦੱਸ ਦੂੰਗਾ। ਲੇਕਿਨ ਐਟਲੀਸਟ ਤੁਹਾਨੂੰ ਪਤਾ ਹੋਊਗਾ ਕਿ ਕੈਨੇਡਾ ਦੀ PR ਹੋਣੀ ਹੈ, ਨਹੀਂ ਹੋਣੀ, ਹੋਣੀ ਹੈ ਤੇ ਕਿੱਦਾਂ ਹੋਣੀ ਹੈ, ਕਿੰਨਾ ਟਾਈਮ ਲੱਗਣਾ, ਸਿੱਧਾ ਆਨਸਰ। ਲੇਕਿਨ WhatsApp ਕਰਕੇ ਜਾਂ ਈਮੇਲਾਂ ਕਰਕੇ ਤੰਗ ਨਾ ਕਰਿਓ, ਗੋ ਥਰੂ ਅ ਡਾਇਰੈਕਟ ਰਾਊਟ। ਜਿਹੜਾ ਰਾਈਟ ਤਰੀਕਾ ਹੈ ਉਹ ਹੈਗਾ ਵੀ ਅਪਾਇੰਟਮੈਂਟ ਬੁੱਕ ਕਰਕੇ ਗੱਲ ਕਰ ਲਓ। ਰਾਈਟ। ਜਿਹੜੇ ਬੱਚੇ ਬਿਜ਼ਨਸ ਦੇ ਥਰੂ ਇਮੀਗ੍ਰੇਸ਼ਨ ਆਪਣੀ ਕਰਨਾ ਚਾਹੁੰਦੇ ਆ, ਫੋਰ ਐਗਜ਼ਾਮਪਲ ਲੈਟਸ ਸੇ ਦੇ ਵਾਂਟ ਟੂ ਬਾਈ ਅ ਬਿਜ਼ਨਸ, ਜਾਂ ਉਹਨਾਂ ਨੇ LMI ਖਰੀਦਣੀ ਹੈ, ਉਹਦੇ ਬਾਰੇ ਤੁਹਾਡਾ ਕੀ ਓਪੀਨੀਅਨ ਹੈ? ਓਕੇ, ਬਹੁਤ ਸਾਰੇ ਬੱਚੇ ਹੈ ਜਿਹੜੇ ਪੈਸਾ ਹੈਗਾ ਬੈਕ ਹੋਮ, ਪੈਸਾ ਲੈ ਕੇ ਆਏ ਆ, ਔਰ ਉਹਨਾਂ ਦਾ ਫਰੋਮ ਡੇ 1 ਦ ਮਾਈਂਡ ਇਜ਼ ਕਲੀਅਰ, ਦਿਮਾਗ ਬਿਲਕੁਲ ਕਲੀਅਰ ਹੈ ਕਿ ਮੈਂ ਬਿਜ਼ਨਸ ਕਰਨਾ। ਐਂਡ ਪਿੱਛੇ ਵੀ ਬੈਕਗਰਾਊਂਡ ਬਿਜ਼ਨਸ ਦਾ ਸੀਗਾ, ਉਹਨਾਂ ਦੇ ਪੇਰੈਂਟਸ ਬਿਜ਼ਨਸ ਕਰਦੇ ਆ, ਪੇਰੈਂਟਸ ਨਾਲ ਉਹਨਾਂ ਨੇ ਸਾਲ 2 ਸਾਲ ਦਾ ਬਿਜ਼ਨਸ ਕੀਤਾ ਹੋਇਆ, ਔਰ ਪੈਸਾ ਹੈ ਉਹਨਾਂ ਕੋਲ। ਦ ਬੈਸਟ ਵੇ, ਔਰ PR ਟਫ ਹੋਈ ਵੀ ਹੈ, ਤੁਹਾਨੂੰ ਵੀ ਪਤਾ, ਬੈਸਟ ਵੇ ਇਜ਼ ਫॉर them to get into business immigration. There are many options, और student भी हैगे ते मैनीटोबा ਦਾ, ਸਸਕੈਚੁਅਨ ਦਾ, ਐਲਬਰਟਾ ਦਾ, there are many options। वो student ਲਈ ਜਿਹੜੇ ਉੱਥੇ ਪੜ੍ਹਾਈ ਕਰਦੇ ਆ, ਪੜ੍ਹਾਈ ਕਰਕੇ ਆ, ਉੱਥੇ ਨਹੀਂ ਕਰਦੇ, ਪੂਰੇ ਕੈਨੇਡਾ ਜਿੱਥੇ ਵੀ ਕਰਦੇ ਆ, ਉੱਥੇ ਪੜ੍ਹਾਈ ਕਰਕੇ ਉੱਥੇ PNP ਲੈ ਸਕਦੇ ਆ ਬਿਜ਼ਨਸ ਇਮੀਗ੍ਰੇਸ਼ਨ ਦੀ। ਜਿਹੜੇ ਯੰਗ ਇੰਟਰਪ੍ਰੀਨਿਓਰ ਦੇ ਬਿਜ਼ਨਸ ਇਮੀਗ੍ਰੇਸ਼ਨ ਪ੍ਰੋਗਰਾਮਸ ਹੈ, ਬਹੁਤ ਸਸਤੇ, 15,000 20,000 25,000 50,000 ਤੋਂ ਸ਼ੁਰੂ ਕਰ ਸਕਦੇ ਹੋ ਬਿਜ਼ਨਸ। ਇਕਵਿਟੀ ਤੁਹਾਡੇ ਕੋਲ ਸਭ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ, ਮੈਜੋਰਟੀ ਸ਼ੇਅਰ ਹੋਣਾ ਚਾਹੀਦਾ ਹੈ। ਇੱਕ ਪ੍ਰੋਵਿਜ਼ਨ ਦਾ ਤਾਂ 35% ਇਕਵਿਟੀ ਹੈ, ਤਾਂ ਵੀ ਗੁੱਡ ਹੈ, ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਔਰ ਉਹਦੇ ਥਰੂ PNP ਲੈ ਲਓ, PNP ਲੈ ਕੇ ਪੱਕੇ ਹੋ ਜਾਓ, ਰੈਦਰ ਦੈਨ ਪੇਇੰਗ ਟੂ ਸਮਬਡੀ ਫॉर LMI। ਪੁੱਠੇ ਸਿੱਧੇ ਕੰਮ ਕਰਨੇ, ਤੁਸੀਂ ਆਪਣਾ ਬਿਜ਼ਨਸ ਦੇ ਥਰੂ ਸਟਾਰਟ ਕਰ ਲਓ, ਬਾਏ ਕਰ ਲਓ ਤੇ PR ਲੈ ਲਓ। ਅਗਰ ਪੂਰੇ ਕੈਨੇਡਾ ਇੱਕ ਹੋਰ ਤਰੀਕਾ ਹੁੰਦਾ ਹੈ, ਬਟ ਦੈਟ ਰਿਕੁਆਇਰਸ ਯੂਰ ਐਕਸਪੀਰੀਅੰਸ ਬੈਕ ਹੋਮ। ਅਗਰ ਐਕਸਪੀਰੀਅੰਸ ਹੈਗਾ ਔਰ ਆਪਣੇ ਪੇਰੈਂਟਸ ਦੀ ਕੰਪਨੀ ਦਾ ਬਿਜ਼ਨਸ ਦਾ ਐਕਸਪੀਰੀਅੰਸ ਹੈ, ਤੇ ਓਨਰ ਆਪਰੇਟਰ ਦੀ ਇੱਕ LMI ਹੁੰਦੀ ਹੈ, ਤੁਸੀਂ ਕੋਈ ਬਿਜ਼ਨਸ ਬਾਏ ਕਰ ਲਓ ਪੂਰੇ ਕੈਨੇਡਾ, ਛੋਟਾ ਸਸਤਾ ਜਿੱਦਾਂ ਵੀ ਬਿਜ਼ਨਸ ਬਾਏ ਕਰ ਲਓ, ਔਰ ਆਪਣੇ ਆਪ ਨੂੰ ਹੀ 50 ਪੁਆਇੰਟ ਦੀ LMI ਦੇ ਦਿਓ। ਦੈਟ ਇਜ਼ ਕਾਲਡ ਓਨਰ ਆਪਰੇਟਰ LMI। ਉਹਦੀ ਕੁਝ ਸ਼ਰਤਾਂ ਹੁੰਦੀ ਹੈ, ਕੋਈ ਰਿਕੁਆਇਰਮੈਂਟ ਹੁੰਦੀ ਹੈ, ਆਈ ਵਿਲ ਗਾਈਡ ਯੂ। ਅਗਰ ਤੁਸੀਂ ਬਿਜ਼ਨਸ ਇਮੀਗ੍ਰੇਸ਼ਨ ਕਰਨਾ ਚਾਹੁੰਦੇ ਹੋ, ਜਿਹੜੇ ਬੱਚੇ ਵਿਦ ਮਨੀ ਹੈਗੇ, ਤੁਹਾਡੇ ਕੋਲ ਪੈਸਾ ਹੈ ਔਰ ਬੈਕ ਹੋਮ ਵੀ ਬਿਜ਼ਨਸ ਦਾ ਐਕਸਪੀਰੀਅੰਸ ਸੀਗਾ, ਉਹ ਇਹ ਆਪਸ਼ਨਸ ਜ਼ਰੂਰ ਐਕਸਪਲੋਰ ਕਰੋ। You can book appointment, meet us, and I will guide you ਕਿਹੜੇ business immigration ਦੇ options ਹੈਗੇ ਆ for you to invest money in Canada and get PR for students ਜਿਹੜੇ serious ਹੈ। Right. Now I want you to put some light on ਆ ਜਿਹੜਾ ਪ੍ਰੋਗਰਾਮ ਹੈਗਾ Alberta Foreign Entrepreneur Stream, ਇਸ ਬਾਰੇ ਥੋੜਾ ਜਿਹਾ ਸਾਨੂੰ ਹੋਰ ਵਿਸਤਾਰ 'ਚ ਦੱਸੋ। ਇਹ ਉਹੀ ਹੈ, ਦਿਸ ਇਜ਼ ਸਿਮਿਲਰ ਟੂ ਐਲਬਰਟਾ ਜਿਹੜਾ ਇਨਵੈਸਟਰ ਸਟਰੀਮ ਹੈ, ਦਿਸ ਫॉर ਉਹੀ ਬਿਜ਼ਨਸ ਇਮੀਗ੍ਰੇਸ਼ਨ ਦਾ ਹੀ ਹੈ। ਸੋ ਦਿਸ ਇਜ਼ ਵਨ ਆਫ ਦੀ ਆਪਸ਼ਨ ਫॉर ਸਟੂਡੈਂਟਸ ਜਿਹੜਾ ਇਹ ਕੈਟੇਗਰੀ ਦੇ ਅੰਦਰ ਆਪਣੀ PR ਕਰਾ ਸਕਦੇ ਆ। ਜਿੱਦਾਂ ਮੈंने ਕਿਹਾ ਵੀ ਸਟੂਡੈਂਟਸ ਮੈਨੀਟੋਬਾ, ਐਲਬਰਟਾ, ਸਸਕੈਚੁਅਨ, ਇੱਦਾਂ ਦੇ ਪ੍ਰੋਗਰਾਮਸ ਇਹ ਬੱਚਿਆਂ ਲਈ ਹੈ ਜਿਹੜੇ PR ਦੇ ਥਰੂ, ਬਿਜ਼ਨਸ ਦੇ ਥਰੂ ਹੋ ਸਕਦੇ ਆ। ਜਿਹੜੇ ਬੱਚੇ ਆਊਟ ਆਫ ਸਟੇਟਸ ਹੋ ਚੁੱਕੇ ਆ, ਉਹਨਾਂ ਦਾ ਜਿਹੜਾ ਰੈਸਟੋਰੇਸ਼ਨ ਪੀਰੀਅਡ ਹੈ, ਉਸ ਬਾਰੇ ਥੋੜਾ ਜਿਹਾ ਸਾਨੂੰ ਦੱਸੋ। ਜਿਹੜੇ ਬੱਚੇ ਜਿੱਦਾਂ ਕਿਸੇ ਬੱਚੇ ਦਾ ਸਟੇਟਸ ਐਕਸਪਾਇਰ ਹੋ ਗਿਆ, ਵਰਕ ਪਰਮਿਟ ਐਕਸਪਾਇਰ ਹੋ ਗਿਆ, ਸਟੱਡੀ ਪਰਮਿਟ ਐਕਸਪਾਇਰ ਹੋ ਗਿਆ, ਉਹਨਾਂ ਕੋਲ 90 ਡੇਜ਼ ਹੁੰਦੇ ਆ ਟੂ ਰੀਸਟੋਰ। ਠੀਕ ਹੈ, 90 ਡੇਜ਼ ਦੇ ਅੰਦਰ ਤੁਸੀਂ ਸਟੱਡੀ ਪਰਮਿਟ ਅਗਤੇ ਸੀਗੇ, ਸਟੱਡੀ ਪਰਮਿਟ ਐਕਸਟੈਂਸ਼ਨ ਲਾ ਸਕਦੇ ਹੋ, ਵਿਜ਼ਟਰ ਰਿਕਾਰਡ ਲਾ ਸਕਦੇ ਹੋ, ਵਰਕ ਪਰਮਿਟ ਐਕਸਟੈਂਸ਼ਨ ਲਾ ਸਕਦੇ ਹੋ ਵਿਦ ਰੈਸਟੋਰੇਸ਼ਨ ਫੀਸ 90 ਡੇਜ਼ ਦੇ ਅੰਦਰ। ਅਗਰ ਉਹ 90 ਡੇਜ਼ ਦੇ ਅੰਦਰ ਰਹਿ ਜਾਂਦਾ ਹੈ, ਮਿਸ ਹੋ ਗਏ 90 ਡੇਜ਼ ਵੀ, ਤਾਂ ਉਸ ਤੋਂ ਬਾਅਦ TRP ਦੀ ਆਪਸ਼ਨ ਹੁੰਦੀ ਹੈ, TRP ਲਾ ਦਿਓ। ਠੀਕ ਹੈ, ਅਗਰ ਉਹ 90 ਡੇਜ਼ ਮਿਸ ਕਰਦੇ ਆ ਤਾਂ TRP ਲਾ ਸਕਦੇ ਹੋ, ਅਦਰਵਾਈਜ਼ 90 ਡੇਜ਼ ਦੇ ਅੰਦਰ ਰੈਸਟੋਰੇਸ਼ਨ ਲਾ ਦਿਓ। ਠੀਕ ਹੈ, ਰੈਸਟੋਰੇਸ਼ਨ, TRP। ਅਗਰ ਤੁਹਾਡਾ ਜਿਹੜੇ ਬੱਚੇ ਦਾ ਸਟੇਟਸ ਖਰਾਬ ਹੋਇਆ, ਉਹਦੇ ਕੋਲ ਇੱਥੇ ਵਿਆਹ ਕਰਾਇਆ ਹੋਇਆ ਸਪਾਊਸ ਹੈਗਾ ਜਿਹੜਾ PR ਜਾਂ ਸਿਟੀਜ਼ਨ ਹੈ, ਉਹ ਸਪੋਂਸਰ ਕਰ ਸਕਦਾ। ਅਗਰ ਵਿਆਹ ਨਹੀਂ ਕਰਾਇਆ, ਕਾਮਨ ਲਾਅ 'ਚ ਰਹਿ ਰਹੇ ਹੋ, ਕਾਮਨ ਲਾਅ ਇਜ਼ ਲਾਈਕ 12 ਮਹੀਨੇ ਰਿਲੇਸ਼ਨਸ਼ਿਪ ਹੈਗੇ ਹੋ ਔਰ ਇਕੱਠੇ ਰਹਿ ਰਹੇ ਹੋ ਇੱਕ ਘਰ 'ਚ, ਤਾਂ ਤੁਸੀਂ ਕਾਮਨ ਲਾਅ 'ਚ ਵੀ ਸਪੋਂਸਰਸ਼ਿਪ ਲੈ ਸਕਦੇ ਹੋ। ਫੋਰਥ ਆਪਸ਼ਨ ਹੈ HNC ਵੀ ਲਾ ਸਕਦੇ ਹੋ। ਅਗਰ ਤੁਹਾਨੂੰ ਇੱਥੇ ਰਹਿੰਦੇ ਬਹੁਤ ਟਾਈਮ ਹੋ ਗਿਆ ਤੇ HNC ਵੀ ਲਾ ਸਕਦੇ ਹੋ। ਅਗਰ ਤੁਹਾਡੀ ਕੁਆਲੀਫਾਈ ਹੈਗੀ ਹੈ, ਤੁਹਾਡੀ ਕੁਆਲੀਫਿਕੇਸ਼ਨ ਹੈ, ਅਗਰ ਤੁਸੀਂ HNC ਲਈ ਕੁਆਲੀਫਾਈ ਕਰਦੇ ਹੋ, ਮੈਂ ਤੁਹਾਨੂੰ ਗਾਈਡ ਕਰ ਦੂੰਗਾ ਫॉर HNC, ਤਾਂ ਤੁਸੀਂ ਲਾ ਸਕਦੇ ਹੋ, ਅਦਰਵਾਈਜ਼ HNC ਨਹੀਂ ਲਾ ਸਕਦੇ। ਔਰ ਲਾਸਟ ਆਪਸ਼ਨ ਹੈ, ਅਗਰ ਤੁਸੀਂ ਆਟੋ ਸਟੇਟਸ ਹੋ ਗਏ ਹੋ ਔਰ ਤੁਹਾਡੀ ਜਾਨ ਨੂੰ ਖਤਰਾ ਹੈ ਇੰਡੀਆ ਜਾਂ ਜਿਹੜੇ ਮੁਲਕ ਤੋਂ ਹੈਗੇ ਹੋ ਤੁਸੀਂ, ਤਾਂ ਤੁਸੀਂ ਰਿਫਿਊਜੀ ਲਾ ਸਕਦੇ ਹੋ। ਤੁਹਾਡੇ ਕੋਲ ਆਊਟ ਆਫ ਸਟੇਟਸ ਹੋਣ ਤੋਂ ਬਾਵਜੂਦ ਬਹੁਤ ਸਾਰੇ ਆਪਸ਼ਨਸ ਆ। ਰਾਈਟ, ਓਕੇ।
ਹੁਣ ਤੁਸੀਂ ਆ ਦੱਸੋ ਕਿ ਜਿਹੜਾ ਬਿਜ਼ਨਸ ਦੇ ਥਰੂ ਇਮੀਗ੍ਰੇਸ਼ਨ ਹੈਗੀ ਹੈ ਫॉर ਨਾਓ ਹੁਣ ਇਸ ਟਾਈਮ ਤੇ ਕੈਨੇਡਾ ਦੇ ਵਿੱਚ ਕੀ ਬੈਸਟ ਆਪਸ਼ਨ ਕੀ ਰਹੇਗਾ? ਬਿਜ਼ਨਸ ਇਮੀਗ੍ਰੇਸ਼ਨ ਦੇ ਬਹੁਤ ਸਾਰੇ 28 ਤੋਂ ਵੱਧ ਪ੍ਰੋਗਰਾਮਸ ਹੈ ਕੈਨੇਡਾ ਦੇ ਅੰਦਰ, ਲੇਕਿਨ ਬੈਸਟ ਆਪਸ਼ਨ ਹੈਗਾ ਐਲਬਰਟਾ ਰੂਰਲ ਪਾਇਲਟ ਪ੍ਰੋਗਰਾਮ, ਐਲਬਰਟਾ ਰੂਰਲ ਪ੍ਰੋਗਰਾਮ ਹੈ, ਔਰ ਇੱਕ ਹੈਗਾ ਬ੍ਰਿਟਿਸ਼ ਕੋਲੰਬੀਆ ਦਾ ਰੂਰਲ ਪ੍ਰੋਗਰਾਮ ਹੈ। ਇਹਦੇ ਅੰਦਰ 100,000 $1 ਲੱਖ ਦੀ ਇਨਵੈਸਟਮੈਂਟ ਚਾਹੀਦੀ ਹੈ, ਦਿਸ ਇਜ਼ ਮਿਨੀਮਮ, ਔਰ ਤੁਹਾਡੀ ਨੈਟ ਵਰਥ ਚਾਹੀਦੀ ਹੈ $2-3 ਲੱਖ ਦੀ, ਠੀਕ ਹੈ। ਔਰ $1 ਲੱਖ ਤੁਸੀਂ ਹੁਣ ਨਹੀਂ ਲਾਣਾ, ਪਹਿਲੇ ਤੁਹਾਨੂੰ ਇੱਥੇ ਵਿਜ਼ਿਟ ਕਰਨਾ ਹੈ, ਦੇਖਣਾ ਕਿਹੜਾ ਬਿਜ਼ਨਸ ਹੈ, ਕਿਹੜੇ ਸ਼ਹਿਰ 'ਚ ਕਰਨਾ, ਸਾਰਾ ਕੁਝ ਸਰਵੇ ਕਰਕੇ ਬਿਜ਼ਨਸ ਪਲਾਨ ਜਮ੍ਹਾਂ ਕਰਨਾ ਹੈ, ਸਾਰੀ ਐਪਲੀਕੇਸ਼ਨ ਸਰਕਾਰ ਨੂੰ ਜਮ੍ਹਾਂ ਕਰਨੀ ਹੈ। ਵਨਸ ਦੀ ਐਪਲੀਕੇਸ਼ਨ ਇਜ਼ ਅਪਰੂਵਡ ਤੁਹਾਨੂੰ ਵਰਕ ਪਰਮਿਟ ਮਿਲ ਜਾਊਗਾ। ਵਰਕ ਪਰਮਿਟ ਮਿਲਣ ਤੋਂ ਬਾਅਦ ਤੁਸੀਂ ਬਿਜ਼ਨਸ ਬਾਏ ਕਰਨਾ ਹੈ, ਉਹ ਤੋਂ ਬਾਅਦ ਇਨਵੈਸਟ ਕਰਨਾ। ਪਹਿਲੇ ਸਿਰਫ ਪੇਪਰ ਵਰਕ ਕਰਨਾ ਹੈ, ਪੇਪਰ ਵਰਕ ਕਰਕੇ ਵਰਕ ਪਰਮਿਟ ਲੈ ਲਓ, ਫਿਰ ਪੈਸਾ ਲਾ ਦਿਓ, ਪੈਸਾ ਲਾਉਣ ਤੋਂ ਬਾਅਦ PNP ਫਾਈਲ ਹੋਣੀ ਹੈ, PNP ਅਪਰੂਵਲ ਤੋਂ ਬਾਅਦ PR ਹੋਣੀ ਹੈ। 2-3 ਸਾਲ ਲੱਗ ਜਾਂਦੇ PR ਆਉਂਦੇ, ਲੇਕਿਨ ਯੂ ਹੈਵ ਟੂ ਪਲਾਨ ਇਟ। ਦੋ ਸਭ ਤੋਂ ਈਜ਼ੀ ਵੇ ਹੈ ਫॉर ਬਿਜ਼ਨਸ ਇਮੀਗ੍ਰੇਸ਼ਨ 28 ਚੋਂ 100,000 ਵਾਲੇ। ਓਕੇ, ਆਪਾਂ ਵਾਪਸ ਥੋੜੇ ਜਿਹੇ ਸਟੂਡੈਂਟਸ ਬਾਰੇ ਗੱਲ ਕਰਦੇ ਹਾਂ ਤੇ ਉਹਨਾਂ ਲਈ ਜਿਹੜੀ ਆਇਲਸ ਦੀ ਪ੍ਰੈਪਰੇਸ਼ਨ, ਜਿਵੇਂ ਤੁਸੀਂ ਕਿਹਾ ਆਇਲਸ ਇਜ਼ ਲਾਈਕ ਦ ਮੋਸਟ ਇੰਪੋਰਟੈਂਟ ਥਿੰਗ, ਠੀਕ ਹੈ, ਤੇ ਉਹਦੀ ਪ੍ਰੈਪਰੇਸ਼ਨ ਦੇ ਬਾਰੇ ਤੁਹਾਡੇ ਕੋਲ ਕੋਈ ਟਿਪਸ ਹੋਣ ਜਾਂ ਟ੍ਰਿਕਸ ਹੋਣ ਬੱਚਿਆਂ ਲਈ? ਓਕੇ, ਆਇਲਸ ਦੀ ਟਿਪ ਜਿਹੜੀ ਹੈ, ਮੈਂ ਸਭ ਤੋਂ ਪਹਿਲਾ ਕੁਐਸਚਨ ਤੁਹਾਡਾ ਸਿਮਿਲਰ ਸੀਗਾ, ਮੈਂ ਆਇਲਸ ਦੀ ਟਿਪ ਜਿਹੜੀ ਹੈ ਉਹ ਸੇਮ ਦਊਂਗਾ। ਅਗਰ ਤੁਹਾਡਾ ਮੈਂ ਤੁਹਾਨੂੰ ਦੱਸਤਾ ਸੀ ਕਿੰਨਾ ਜ਼ਰੂਰੀ ਹੈ ਬੱਚਿਆਂ ਲਈ ਆਇਲਸ, ਲੇਕਿਨ ਟਿਪ ਸੇਮ ਹੈ। ਅਗਰ ਤੁਸੀਂ ਕੋਈ ਵਰਡ, ਦਿਸ ਇਜ਼ ਟੈਕਨੀਕਲ ਇੰਗਲਿਸ਼ ਐਗਜ਼ਾਮ, ਅਗਰ ਤੁਸੀਂ ਗਲਤੀਆਂ ਕਰਦੇ ਹੋ ਤਾਂ ਤੁਹਾਡੇ ਨੰਬਰ ਕੱਟੇ ਜਾਂਦੇ, ਗਲਤੀ ਨਹੀਂ ਕਰੋਗੇ ਤੇ ਨੰਬਰ ਨਹੀਂ ਕੱਟੇ ਜਾਣੇ, ਵਧੀਆ ਸਕੋਰ ਆ ਜਾਊਗਾ। ਗਲਤੀ ਕੀ ਹੁੰਦੀ ਹੈ, ਜਿੱਦਾਂ ਮੈਂ ਇੱਕ ਟਿਪ ਦੇ ਦੇਣਾ ਤਾਂ 15-16 ਟਿਪਸ ਹੈ, ਤੁਸੀਂ ਕੋਈ ਵਰਡ ਰਿਪੀਟ ਕਰਦੇ ਹੋ ਸਪੀਕਿੰਗ ਔਰ ਰਾਈਟਿੰਗ ਦੇ ਅੰਦਰ, ਤੁਹਾਡੇ ਨੰਬਰ ਕੱਟ ਲੈਂਦੇ ਆ। ਸਿਮਿਲਰ ਸੈਂਟੈਂਸ, ਸਿਮਿਲਰ ਵਰਡਸ ਯੂਜ਼ ਕਰਦੇ ਹੋ, ਨੰਬਰ ਕੱਟ ਲੈਂਦੇ ਆ। ਇੱਦਾਂ 15-16 ਤਰੀਕੇ ਆ। ਜਦੋਂ ਤੁਸੀਂ ਉਹ ਵੀਡੀਓਜ਼ ਦੇਖੋਗੇ, ਕਾਮਨ ਮਿਸਟੇਕਸ ਇਨ ਆਇਲਸ, ਕਾਮਨ ਵਾਟ ਨਾਟ ਟੂ ਡੂ ਇਨ ਆਇਲਸ, ਈਚ ਮੋਡਿਊਲ, ਤੁਹਾਨੂੰ ਪਤਾ ਲੱਗ ਜਾਊਗਾ ਯਾਰ ਇਹ ਤਾਂ ਮੈਂ ਵੀ ਗਲਤੀਆਂ ਕਰਕੇ ਆਉਣਾ, ਬਸ ਉਹ ਗਲਤੀਆਂ ਅਵੋਇਡ ਕਰਨੀਆਂ ਤੇ ਤੁਹਾਡੇ ਨੰਬਰ ਆ ਗਏ। 6.5 ਵਾਲਾ 8 ਨੰਬਰ ਸਕੋਰ ਕਰ ਸਕਦਾ, 7.5 ਸਕੋਰ ਕਰ ਸਕਦਾ। ਜੋ ਟੈਕਨੀਕੈਲਿਟੀਜ਼, ਯੈਸ, ਅਗਰ ਇਫ ਯੂ ਆਰ ਸੀਰੀਅਸ ਐਂਡ ਫੋਲੋ ਅ ਸਟ੍ਰੈਟਜੀ ਤਾਂ ਨੰਬਰ ਆ ਜਾਣੇ। ਔਰ ਮੈਂਟਲੀ ਪ੍ਰਿਪੇਅਰ ਹੋ, 3 ਵਾਰ 5 ਵਾਰ ਪੇਪਰ ਦੇਣਾ ਹੀ ਦੇਣਾ। ਆ ਜਿਹੜਾ ਅਗਲਾ ਕੁਐਸਚਨ ਹੈ, ਮੈਨੂੰ ਲੱਗਦਾ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਹੀ ਹੋ ਰਿਹਾ ਅੱਜ ਕੱਲ੍ਹ। ਤੁਹਾਡਾ ਕੀ ਓਪੀਨੀਅਨ ਹੈ PR ਦੇ ਲਈ? ਕਿਉਂਕਿ ਬਹੁਤ ਸਾਰੇ ਬੱਚੇ ਅੱਜ ਕੱਲ੍ਹ ਆਪਾਂ ਕੇਸਿਸ ਦੇਖਦੇ ਰਹਿੰਦੇ ਹਾਂ ਕਿ PR ਦੇ ਲਈ ਵਿਆਹ ਕਰਾ ਲਿਆ, ਬਾਅਦ ਚੋਂ ਛੱਡਤਾ, ਜਾਂ ਸੈਕਿੰਡ ਸਪਾਊਸ, ਤੇ ਉਸ ਸਭ ਬਾਰੇ ਥੋੜਾ ਕੀ ਓਪੀਨੀਅਨ? ਓਕੇ, this is called contract marriages, Right. for contract marriages, for marriage of convenience, ਠੀਕ ਹੈ। ਬਹੁਤ ਲੋਕਾਂ ਨੇ ਪਿਛਲੇ 5-7 ਸਾਲ ਇੰਨਾ ਕੰਟਰੈਕਟ ਮੈਰਿਜਸ ਕੀਤੇ ਆ ਵੀ ਕੁੜੀ ਭੇਜ ਦੋ, ਕੁੜੀ ਨੇ ਆਇਲਸ ਕੀਤੀ ਹੋਈ ਹੈ ਤੇ ਰਿਵਰਸ ਹੋਇਆ ਸੀ, ਜੋ ਡਾਊਰੀ ਹੈ ਉਹ ਰਿਵਰਸ ਚੱਲ ਪਈ ਸੀ, ਸਪੈਸ਼ਲੀ ਪੰਜਾਬ। ਕੁੜੀ ਨੂੰ ਭੇਜਤਾ, ਮੁੰਡੇ ਵਾਲੇ ਨੇ ਕਹਿਤਾ ਅਸੀਂ ਪੈਸਾ ਲਾ ਦਾਂਗੇ, ਸਾਡਾ ਮੁੰਡਾ ਲੈ ਜਾਊਗੀ। ਮੁੰਡੇ ਨੇ ਨਾ ਪੜ੍ਹਾਈ ਕਰਨੀ ਹੈ ਨਾ ਆਇਲਸ ਹੈ, ਔਰ ਬੜੇ ਪ੍ਰਾਊਡਲੀ ਕਹਿੰਦੇ ਆ ਨਾ ਸਾਡੇ ਮੁੰਡੇ ਕੋਲ ਆਇਲਸ ਹੈ ਨਾ ਪੜ੍ਹਾਈ ਹੈ, ਤੇ ਇਹ ਕੁੜੀ ਤੁਹਾਡੀ ਚਲੀ ਜਾਣੀ ਹੈ ਵਿਆਹ ਕਰਕੇ ਤੇ ਸਾਡਾ ਮੁੰਡਾ ਲੈ ਜਾਊਗੀ, ਉਸ ਤੋਂ ਬਾਅਦ ਉਹ ਆਪਣੇ ਰਸਤੇ ਮੈਂ ਆਪਣੇ ਰਸਤੇ। ਇੱਦਾਂ ਦੀ ਗੱਲਾਂ ਕਰਕੇ ਇਹਨਾਂ ਨੇ ਕੰਟਰੈਕਟ ਮੈਰਿਜਸ ਕੀਤੀ ਹੋਈ ਸੀ। ਪਿਛਲੇ 5-6-7 ਸਾਲਾਂ ਤੋਂ ਇਹ ਡਰਾਮਾ ਹੋਇਆ। ਜਿਹੜਾ ਇਹ ਲੋਕਾਂ ਨੇ ਕੰਟਰੈਕਟ ਮੈਰਿਜ ਕੀਤੀ ਹੋਈ ਹੈ, ਪੁੱਠੇ ਸਿੱਧੇ ਕੰਮ, ਹੁਣ ਪਟਾਕੇ ਵੱਜ ਰਹੇ ਆ। ਅਸੀਂ ਰੋਜ਼ ਸੁਣਦੇ ਹਾਂ, ਰੋਜ਼ ਇੱਥੇ ਕੁੜੀ ਆ ਕੇ ਮੁੱਕਰ ਗਈ ਜੀ, ਇਹ ਹੋ ਗਿਆ ਜੀ, ਕੁੜੀ ਨੇ ਸਾਨੂੰ ਬੁਲਾ ਲਿਆ ਤੇ ਮੁੱਕਰ ਗਈ, ਹੁਣ ਸਾਡਾ ਐਕਸਟੈਂਸ਼ਨ ਨਹੀਂ ਕਰਾਉਂਦੀ, ਕੁੜੀ 10 ਲੱਖ ਮੰਗਦੀ ਹੈ, ਕੋਈ ਕੁੜੀ ਤੇ ਕੇਸ ਕਰ ਰਿਹਾ, ਕੋਈ, ਮਤਲਬ ਦੋਨੋਂ ਸਾਈਡ ਡਿਫਰੈਂਟ ਆ। ਜਿੱਦਾਂ ਕੁੜੀ ਨੂੰ ਕੋਈ ਨਹੀਂ ਸਮਝਦਾ ਵੀ ਕੁੜੀ ਇੱਥੇ ਆ ਕੇ ਕੰਮ ਤੇ ਵੀ ਜਾਂਦੀ ਹੈ, ਪੜ੍ਹਾਈ ਵੀ ਕਰਦੀ ਹੈ, ਅਸਾਈਨਮੈਂਟਾਂ ਵੀ ਕਰਦੀ ਹੈ, ਔਰ ਆਪਣੇ ਕੋਲ ਖਾਣਾ ਵੀ ਬਣਾਉਂਦੀ ਹੈ ਖੁਦ ਹੀ, ਔਰ ਤੁਹਾਡੇ ਨਾਲ ਗੱਲਾਂ ਵੀ ਕਰੇ, ਆਪਣੀ ਮੰਮੀ ਨਾਲ, ਆਪਣੇ ਪੇਰੈਂਟਸ ਨਾਲ ਵੀ ਗੱਲ ਕਰੇ, ਤੇ ਫਿਰ ਤੁਸੀਂ ਕਹਿੰਦੇ ਹੋ ਵੀ ਉਹ ਉੱਥੇ ਸਾਡਾ ਫੋਨ ਨਹੀਂ ਚੱਕਦੀ। ਅਗਲੀ ਨੇ ਕੰਮ ਵੀ ਕਰਨਾ, ਅਗਲੀ ਨੇ ਕਾਲਜ ਵੀ ਜਾਣਾ, ਅਗਲੀ ਨੇ ਆਪਣਾ ਪੜ੍ਹਾਈ ਲਿਖਾਈ ਵੀ ਕਰਨੀ, ਅਸਾਈਨਮੈਂਟਾਂ ਵੀ ਕਰਨੀ, ਖਾਣਾ ਵੀ ਬਣਾਉਣਾ, ਔਰ ਤੁਸੀਂ ਇੱਥੇ ਇੰਡੀਆ ਬੈਠੇ ਐਕਸਪੈਕਟ ਕਰਦੇ ਹੋ ਤੁਹਾਡੇ ਨਾਲ ਆਸ਼ਕੀਆਂ ਕਰੇ। ਉਹਦੇ ਕੋਲ ਟਾਈਮ ਹੀ ਨਹੀਂ ਹੈਗਾ, ਔਰ ਗਲਤ ਐਕਸਪੈਕਟੇਸ਼ਨਸ ਕਰਕੇ ਲੜਾਈ ਹੁੰਦੀ ਹੈ। ਲੜਾਈ ਹੋ ਗਿਆ, ਤੁਸੀਂ ਉਹਨੂੰ ਬਲੇਮ ਕਰਦੇ ਹੋ, ਸਾਡੇ ਪੈਸੇ ਲੈ ਕੇ ਚਲੀ ਗਈ। ਮੈਂ ਨਹੀਂ ਕਹਿੰਦਾ ਵੀ ਸਾਰੀ ਕੁੜੀਆਂ ਠੀਕ ਹੈ, ਵੀ ਹੋ ਸਕਦਾ ਹੈ ਥੋੜ੍ਹੀ ਬਹੁਤ ਕੁੜੀਆਂ ਮਾੜੀਆਂ ਹੋਣਗੀਆਂ ਜਿਹੜੀ ਪੈਸੇ ਲੈ ਕੇ ਮੁਕਰ ਗਈ ਤੇ ਇੱਥੇ ਆ ਕੇ ਦੂਜਾ ਮੁੰਡਾ ਲੱਭ ਲਿਆ, ਜਾਂ ਨਹੀਂ ਮੁੰਡੇ ਨੂੰ ਸੱਦਿਆ ਜਿਹੜਾ ਉਹਨਾਂ ਦਾ ਕੰਟਰੈਕਟ ਸੀਗਾ। ਪਹਿਲੀ ਗੱਲ, ਕੰਟਰੈਕਟ ਮੈਰਿਜਸ ਸ਼ੁੱਡ ਨਾਟ ਬੀ ਡਨ, ਇਹ ਕਰਨਾ ਹੀ ਨਹੀਂ ਚਾਹੀਦਾ ਤੁਹਾਨੂੰ। ਤੁਸੀਂ ਗਲਤ ਹੋ, ਕੁੜੀਆਂ ਵੇਚ ਰਹੇ ਹੋ, ਮੁੰਡੇ ਵੇਚ ਰਹੇ ਹੋ, ਇਹ ਸੌਦੇਬਾਜ਼ੀ ਤੇ ਬਿਲਕੁਲ ਨਹੀਂ ਕਰਨੀ ਚਾਹੀਦੀ। ਤੁਹਾਨੂੰ ਵੀ ਪਤਾ ਹੈ, ਪੇਰੈਂਟਸ ਨੂੰ ਪਤਾ ਹੈ, ਕੁੜੀ ਵਾਲਿਆਂ ਨੂੰ ਪਤਾ ਹੈ, ਮੁੰਡੇ ਵਾਲਿਆਂ ਨੂੰ ਪਤਾ ਹੈ, ਹਰਾਮ ਹੈ, ਦਿਸ ਇਜ਼ ਨਾਟ ਰਾਈਟ। ਤੁਸੀਂ ਪਹਿਲੇ ਪੁੱਠੇ ਕੰਮ ਆਪ ਕੀਤੇ ਆ, ਫਿਰ ਤੁਸੀਂ ਇੱਕ ਦੂਜੇ ਨੂੰ ਬਲੇਮ ਕਰਦੇ ਹੋ, ਕੁੜੀ ਵਾਲੇ ਮੁੰਡੇ ਵਾਲਿਆਂ ਨੂੰ, ਮੁੰਡੇ ਵਾਲੇ ਕੁੜੀ ਵਾਲਿਆਂ ਨੂੰ। ਇਹ ਹੁਣ ਜਿਹੜਾ ਪਿਛਲੇ 5-7 ਸਾਲ ਜਿਹੜਾ ਕੁਝ ਪੁੱਠੇ ਸਿੱਧੇ ਕੰਮ ਹੋਇਆ ਕੰਟਰੈਕਟ, ਉਹਦੇ ਹੁਣ ਕੌਨਸੀਕੁਐਂਸਿਸ ਸਾਹਮਣੇ ਹੁਣ ਆ ਰਹੇ ਆ। ਪਰੇਸ਼ਾਨ ਕੌਣ ਹੋ ਰਿਹਾ? ਬੱਚੇ, 21 ਸਾਲ ਦੇ 22 ਸਾਲ ਦੇ ਬੱਚੇ ਪਰੇਸ਼ਾਨ ਹੋ ਰਹੇ ਆ। ਕੋਈ ਮੁੰਡੇ ਸੁਸਾਈਡ ਕਰ ਰਹੇ ਆ, ਕੋਈ ਕੁੜੀਆਂ ਇੱਥੇ ਸੁਸਾਈਡ ਕਰ ਰਹੀਆਂ, ਕੋਈ ਕੁੜੀਆਂ ਪਰੇਸ਼ਾਨ ਹੈ, ਕੋਈ ਕੁੜੀਆਂ ਰਿਫਿਊਜੀ ਪਾ ਕੇ ਬੈਠੀਆਂ ਵੀ ਸਾਡੇ ਕੋਲ ਫੀਸ ਜੋ ਕਿ ਪੈਸੇ ਨਹੀਂ ਸੀਗੇ, ਜਾਂ ਅਸੀਂ ਡਿਪਰੈਸ਼ਨ ਚਲੇ ਗਏ, ਪੜ੍ਹਾਈ ਨਹੀਂ ਹੋਈ। ਔਰ ਐਂਡ ਆਫ ਦਾ ਡੇ ਇੱਕ ਦੂਜੇ ਦੀ ਅੰਡਰਸਟੈਂਡਿੰਗ ਬਣੀ ਨਹੀਂ, ਕਿਉਂਕਿ ਨਾ ਉਹ ਏਜ ਹੈ,
ਵਿਆਹ ਕਰਾਉਣ ਵਾਲੀ, ਨਾ ਉਹ ਅੰਡਰਸਟੈਂਡਿੰਗ ਦੀ ਮੈਚੋਰਿਟੀ ਸੀਗੀ। ਉਹਨੂੰ ਇੰਡੀਆ ਬੈਠੇ ਸੀਗਾ ਵੀ ਹੁਣੇ ਹੀ ਮੈਨੂੰ ਕੁੜੀ ਗਈ ਤੇ ਮੈਨੂੰ ਸੱਦ ਲੈ। ਇੱਥੇ ਰੂਲ ਚੇਂਜ ਹੋ ਗਏ, ਜਿਹੜੀ ਕੁੜੀ ਇੱਥੇ ਪੜ੍ਹਦੀ ਹੈ ਇਨ ਕਾਲਜਸ ਉਹ ਸੱਦ ਹੀ ਨਹੀਂ ਸਕਦੀ, ਉਹ ਸਪਾਂਸਰ ਹੀ ਨਹੀਂ ਕਰ ਸਕਦੀ ਔਨ ਸਪਾਊਸਲ ਓਪਨ ਵਰਕ ਪਰਮਿਟ। ਰੂਲ ਬਦਲ ਗਏ ਹੁਣ, ਕੁੜੀ ਦਾ ਕੀ ਦੋਸ਼ ਆ? ਔਰ ਅਗਰ ਕੁੜੀ ਨੇ ਬੁਲਾਣਾ ਹੈ ਮੁੰਡੇ ਨੂੰ ਤਾਂ ਉਹਦੇ ਲਈ ਉਹਨੂੰ ਜੌਬ ਲੈਟਰ ਚਾਹੀਦਾ, ਵੀ ਦੀ ਟੀਅਰ 0 1 2 3 ਦੀ ਜੌਬ ਚਾਹੀਦੀ ਹੈ ਉਹਨੂੰ ਸੱਦਣ ਲਈ, ਅਗਰ ਉਹ ਵਰਕ ਪਰਮਿਟ ਤੇ ਵੀ ਹੈ ਤਾਂ ਵੀ। ਤੇ ਉਹ ਕਿੱਥੋਂ ਲਿਆਉਗੀ? ਜੌਬ ਹੀ ਨਹੀਂ, ਉਹਨੂੰ ਫੈਕਟਰੀ ਦੀ ਜੌਬ ਨਹੀਂ ਮਿਲਦੀ, ਉਹਨਾਂ ਟੀਅਰ 0 1 2 3 ਅਗਰ ਜੌਬ ਨਹੀਂ ਮਿਲਦੀ ਕਿੱਥੋਂ ਸੱਦ ਲੂਗੀ ਮੁੰਡੇ ਨੂੰ? ਤੇ ਉਹ ਉੱਥੋਂ ਬਲੇਮ ਕਰਦੇ ਸਾਨੂੰ ਸੱਦ ਹੀ ਨਹੀਂ, ਬੁਲਾਉਂਦੀ। ਠੀਕ ਹੈ, ਇਹ ਬਹੁਤ ਕੌਨਸੀਕੁਐਂਸ ਹੋ ਰਿਹਾ। ਫਿਰ ਇੱਥੇ ਆ ਕੇ ਡਿਵੋਰਸ, ਹੋਰ ਲੜਾਈ ਝਗੜਾ ਦਿਸ ਐਂਡ ਦੈਟ ਹੋ ਰਿਹਾ। ਫਿਰ ਜਿਹੜੇ ਮੁੰਡੇ ਆ ਉਹ ਇੱਥੇ ਆ ਗਏ ਤਾਂ ਉਹ ਕਹਿੰਦੇ ਵੀ ਸਾਡੀ PR ਕਰਾ ਦਿਓ ਜਾਂ ਰਿਫਿਊਜੀ ਪਾਉਣਾ, ਜਾਂ ਜਿਹੜੀ ਕੁੜੀਆਂ ਜਿਹੜੀ ਪਰੇਸ਼ਾਨ ਹੈ ਜਾਂ ਉਹਨਾਂ ਦੇ ਪੇਰੈਂਟਸ ਨੂੰ ਦੁਖੀ ਕੀਤਾ ਜਾਂਦਾ ਵੀ ਸਾਡੇ ਪੈਸੇ ਮੋੜੋ, ਤੁਹਾਡੀ ਕੁੜੀ ਨਹੀਂ ਸਾਡੇ ਮੁੰਡੇ ਨੂੰ ਬੁਲਾਉਂਦੀ, ਉਹ ਇੱਥੇ ਕਹਿ ਰਹੀ ਹੈ ਪਰੇਸ਼ਾਨ ਹੋ ਗਏ ਵੀ ਸਾਡਾ ਰਿਫਿਊਜੀ ਲਾ ਦਿਓ ਜਾਂ ਅਸੀਂ ਬਹੁਤ ਦੁਖੀ ਹਾਂ। ਐਂਡ ਆਫ ਦ ਡੇ ਜਿਹੜਾ ਤੁਸੀਂ ਸ਼ਾਰਟਕਟ ਅਪਣਾਇਆ ਸੀ 5-7 ਸਾਲ ਪਹਿਲੇ, ਉਸ ਕਰਕੇ ਲੋਕ ਇੱਥੇ ਬੱਚੇ ਦੁਖੀ ਹੋ ਰਹੇ, ਪਰੇਸ਼ਾਨ ਹੋ ਰਹੇ ਆ। ਔਰ ਮਾਂ ਪਿਓ ਨੇ ਸੌਦੇ ਕੀਤੇ ਆਪਣੇ ਬੱਚਿਆਂ ਦੇ, ਔਰ ਹੁਣ ਮਾਂ ਪਿਓ ਦੇ ਸੌਦੇ ਕਰਕੇ ਬੱਚੇ ਪਰੇਸ਼ਾਨ ਹੋ ਰਹੇ। ਠੀਕ ਹੈ, ਇਹ ਹੈਗਾ ਕੰਟਰੈਕਟ ਮੈਰਿਜ ਦੇ ਕੌਨਸੀਕੁਐਂਸਿਸ, ਜਿਹੜਾ ਕਦੇ ਪੰਗਾ ਨਹੀਂ ਲੈਣਾ। ਨਾ ਇੱਥੇ ਆਉਣ ਤੋਂ ਬਾਅਦ ਤੁਸੀਂ ਕੁੜੀ ਮੁੰਡੇ ਲੱਭ ਕੇ ਪੈਸੇ ਦੇ ਕੇ ਪੱਕੇ ਹੋਣ ਵਾਲਾ ਕੰਮ ਸੋਚੋ, ਔਰ ਨਾ ਤੁਸੀਂ ਇੱਥੇ ਆਉਣ ਲਈ ਕਰੋ ਇਹ ਕੰਮ। ਵਿਆਹ ਕਰਨਾ ਹੈ ਸਿੱਧੇ ਪੱਕੇ ਕਰੋ, ਜੈਨੂਇਨ। ਨਹੀਂ ਕਰਨਾ ਨਾ ਕਰੋ, ਆਪਣੇ ਬਲਬੂਤੇ PR ਲਓ। ਦੁਨੀਆ ਪੱਕੀ ਹੁੰਦੀ ਹੈ ਆਪਣੇ ਬਲਬੂਤੇ। ਆ ਜਿਹੜਾ ਅਗਲਾ ਕੁਐਸਚਨ ਆ ਅਗੇਨ ਇਜ਼ ਅ ਲਿਟਲ ਬਿਟ ਰਿਲੇਟਡ ਟੂ ਵਾਟ ਐਵਰ ਯੂ ਸੈਡ ਆਲਰੇਡੀ। ਜਿਵੇਂ ਕਹਿੰਦੇ ਵੀ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦੀ ਅਦਰ ਸਾਈਡ। ਤੁਹਾਡਾ ਕਿਆ ਓਪੀਨੀਅਨ ਹੈ ਕਿ ਇਸ ਟਾਈਮ ਇੰਟਰਨੈਸ਼ਨਲ ਸਟੂਡੈਂਟਸ ਦੀ ਕਿਆ ਸਿਚੁਏਸ਼ਨ ਚੱਲ ਰਹੀ ਹੈ, ਕੰਸੀਡਰਿੰਗ ਕਿ ਜੌਬ ਕ੍ਰਾਈਸਿਸ ਹੈ ਅਤੇ ਜੋ ਵੀ ਚੀਜ਼ਾਂ ਅੱਜ ਕੱਲ੍ਹ ਰੂਲਸ ਚੇਂਜ ਹੋ ਰਹੇ ਹੈ ਐਵਰੀਥਿੰਗ ਰਿਲੇਟਡ, ਅਤੇ ਤੁਹਾਡਾ ਕਿਆ ਓਪੀਨੀਅਨ ਹੈ? ਓਕੇ, ਕੈਨੇਡਾ ਦੀ ਇਮੀਗ੍ਰੇਸ਼ਨ ਬਹੁਤ ਟਫ ਹੋਈ ਹੋਈ ਹੈ। ਦਿਸ ਇਜ਼ ਹਾਰਸ਼ ਰਿਐਲਿਟੀ। ਅਗਰ ਪੇਰੈਂਟਸ ਸੁਣ ਰਹੇ ਤੇ ਪੇਰੈਂਟਸ ਲਈ ਵੀ ਆ, ਕੈਨੇਡਾ ਦੀ ਇਮੀਗ੍ਰੇਸ਼ਨ ਬਹੁਤ ਟਫ ਹੈ। ਜਿਹੜੇ ਅਗਰ ਤੁਹਾਡੇ ਭੈਣ ਭਰਾ ਇੱਥੇ ਆਏ ਹੋਏ ਕੈਨੇਡਾ, ਤੁਹਾਡੇ ਬੱਚੇ ਆਏ ਹੋਏ ਆ, ਤੁਹਾਡੇ ਦੋਸਤ ਯਾਰ ਆਏ ਹੋਏ ਆ, ਉਹਨਾਂ ਨੂੰ ਤੁਹਾਡੀ ਲੋੜ ਆ। ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰਨ ਤੋਂ ਬਜਾਏ ਉਹਨਾਂ ਨੂੰ ਸਪੋਰਟ ਕਰੋ, ਫਾਈਨੈਂਸ਼ੀਅਲੀ ਸਪੋਰਟ ਕਰੋ, ਇਮੋਸ਼ਨਲੀ ਸਪੋਰਟ ਕਰੋ, ਗੱਲ ਕਰੋ ਫੋਨ 'ਤੇ। ਕੈਨੇਡਾ ਇਜ਼ ਨਾਟ ਸੇਮ ਐਨੀ ਮੋਰ। ਇੱਥੇ ਬਹੁਤ ਟਫ ਹੋਇਆ 2.5 ਮਿਲੀਅਨ 25 26 27 ਲੱਖ ਟੈਂਪਰੇਰੀ ਵਰਕਰ ਹੈ ਇੱਥੇ, ਵਿਜ਼ਟਰ ਵੀਜ਼ਾ ਵਾਲਾ, ਵਰਕ ਪਰਮਿਟ ਵਾਲਾ, ਸਟੱਡੀ ਪਰਮਿਟ ਵਾਲਾ। ਅਤੇ ਇਹਨਾਂ ਨੇ PR ਦੇਣੀ ਹੈ 2 ਸਵਾ 2 2.5 ਲੱਖ ਨੂੰ, ਜਿਹੜੇ ਸਿੱਧੇ ਬੱਚੇ ਨੂੰ ਮਿਲਦੀ ਹੈ ਇਕਨੋਮਿਕ ਕੈਟਾਗਰੀ ਦੇ ਅੰਦਰ, ਜਿਹਦੇ ਬਾਹਰ ਤੋਂ ਵੀ ਬੱਚੇ ਆਉਂਦੇ ਆ। ਸਿਰਫ ਕੈਨੇਡਾ ਵਾਲੇ ਬੰਦੇ ਪੱਕੇ ਨਹੀਂ ਹੁੰਦੇ, ਬਾਹਰ ਤੋਂ ਵੀ ਬੰਦੇ ਪੱਕੇ ਹੁੰਦੇ ਇਕਨੋਮਿਕ ਕੈਟਾਗਰੀ ਦੇ ਅੰਦਰ, ਐਕਸਪ੍ਰੈਸ ਐਂਟਰੀ PNP ਦੇ ਥਰੂ। ਟੋਟਲ 4 4.5 5 ਲੱਖ ਬੰਦਾ ਵੀ ਉਹਨਾਂ ਨੇ ਪੱਕਾ ਕਰਨਾ ਹਰ ਸਾਲ। ਉਹਨਾਂ 'ਚੋਂ 2 ਸਵਾ 2 ਲੱਖ 30 ਹਜ਼ਾਰ ਬੰਦਾ ਇਕਨੋਮਿਕ ਕੈਟਾਗਰੀ ਦੇ ਅੰਦਰ ਹੈ। ਔਰ ਟੋਟਲ ਲੋਕੀ ਬੈਠੇ ਆ PR ਲੈਣ ਲਈ ਇੱਥੇ 2.5 ਮਿਲੀਅਨ 25 26 27 ਲੱਖ। 10% ਨੂੰ ਵੀ PR ਨਹੀਂ ਦੇਣੀ। ਇੱਦਾਂ PR ਮਿਲਦੀ ਰਹੇ ਤੇ ਟਾਈਮ ਕਿੰਨਾ ਲੱਗ ਜਾਣਾ? ਹਰ ਇੱਕ ਨੂੰ PR ਨਹੀਂ ਮਿਲਣੀ। PR ਉਹਨੂੰ ਮਿਲਣੀ ਹੈ ਜਿਹੜਾ ਲਾਈਨ ਸਭ ਤੋਂ ਅੱਗੇ ਲੱਗਿਆ ਹੋਇਆ, ਜਿਹੜਾ ਐਕਸਟਰਾ ਟੈਲੈਂਟਡ ਹੈ, ਜਿਹਦੀ ਜੌਬ ਇਨ ਡਿਮਾਂਡ ਹੈ, ਜਿਹਦੇ ਕੋਲ ਵਧੀਆ IELTS ਹੈ, ਫ੍ਰੈਂਚ ਹੈ, ਜਿਹੜਾ ਸਭ ਤੋਂ ਬੈਟਰ ਹੈ, ਉਹਨੂੰ PR ਮਿਲਣੀ ਹੈ। ਤਾਂ ਹਰ ਇੱਕ ਲਈ PR ਹੈ ਨਹੀਂ। ਕੈਨੇਡਾ ਪਹਿਲੇ ਵਰਗਾ ਰਿਹਾ ਨਹੀਂ। ਅਤੇ ਜਿਹੜੇ ਬੰਦੇ ਦਾ ਕੰਮ, ਬਸ ਇਹ ਧਿਆਨ ਰੱਖੋ ਆਊਟ ਆਫ ਸਟੇਟਸ ਨਹੀਂ ਹੋਣਾ, ਆਪਣੇ ਆਪ ਨੂੰ ਸਾਂਭ ਕੇ ਰੱਖੋ, ਪਰੇਸ਼ਾਨ ਨਹੀਂ ਹੋਣਾ, ਆਪਣੇ ਸਟੇਟਸ ਸਾਂਭ ਕੇ ਰੱਖੋ। ਨਹੀਂ ਕੁਝ ਬਣਦਾ ਵਾਪਸ ਚਲੇ ਜਾਓ, ਸਲਾਹ ਲੈ ਕੇ ਵਾਪਸ ਚਲੇ ਜਾਓ। ਵਾਪਸ ਜਾਣ ਕੇ ਉੱਥੇ ਜਾ ਕੇ ਸਾਲ 2 ਸਾਲ ਨੌਕਰੀ ਕਰੋ, 6 ਮਹੀਨੇ ਨੌਕਰੀ ਕਰੋ, ਕੈਟਾਗਰੀ ਜਿਹੜੀ ਬੇਸ ਡਰਾ ਹੈ ਉਹ ਵਾਲੀ ਕੈਟਾਗਰੀ 6 ਮਹੀਨੇ ਨੌਕਰੀ ਕਰੋ। ਜਿੱਦਾਂ ਟ੍ਰੇਡ ਦੀ ਜੌਬ ਹੈ, ਕੰਸਟਰਕਸ਼ਨ ਸੁਪਰਵਾਈਜ਼ਰ ਦੀ ਨੌਕਰੀ ਕਰ ਲਓ, ਪਲੰਬਰ ਕਾਰਪੈਂਟਰ ਦੀ ਨੌਕਰੀ ਕਰ ਲਓ, ਵੈਲਡਰ ਦੀ ਜੌਬ ਕਰ ਲਓ। ਅਗਰ ਟਰਾਂਸਪੋਰਟ ਹੈ, ਟਰਾਂਸਪੋਰਟ ਮੈਨੇਜਰ ਬਣ ਜਾਓ, ਟਰੱਕ ਡਰਾਈਵਰ ਬਣ ਜਾਓ। ਹੈਲਥ ਕੇਅਰ ਹੈ ਤਾਂ ਲੈਬੋਰਟਰੀ ਟੈਕਨੀਸ਼ੀਅਨ ਬਣ ਜਾਓ। ਇੱਦਾਂ ਦੀ ਬੇਸਿਕ ਜੌਬਸ ਵੀ ਕਰਕੇ ਤੁਸੀਂ STEM ਹੈ, STEM 'ਚ ਡੇਟਾ ਐਨਾਲਿਸਟ ਬਣ ਜਾਓ, ਡੇਟਾ ਐਡਮਿਨਿਸਟ੍ਰੇਟਰ ਬਣ ਜਾਓ। ਇੱਦਾਂ ਦੀ ਜੌਬਸ ਕਰਕੇ ਵੀ 6 ਮਹੀਨੇ ਬਾਅਦ ਤੁਸੀਂ PR ਤੁਹਾਡੀ ਹੋ ਸਕਦੀ ਹੈ। ਠੀਕ ਹੈ, ਪਿੱਛੇ ਜਾ ਕੇ IELTS ਸਿੱਖ ਲਓ, ਮਾਸਟਰਸ ਕਰ ਲਓ, ਗ੍ਰੈਜੂਏਸ਼ਨ ਕਰ ਲਓ। ਕੈਨੇਡਾ PR ਸਭ ਨੂੰ ਮਿਲਣੀ ਹੈ। ਤੁਸੀਂ ਕੈਨੇਡਾ ਆਏ ਹੋ, ਤੁਹਾਡੇ ਕੋਲ ਪੜ੍ਹਾਈ ਦੇ ਪੁਆਇੰਟ ਹੈ, ਤੁਹਾਡੇ ਕੋਲ ਕੈਨੇਡੀਅਨ ਐਕਸਪੀਰੀਅੰਸ ਦੇ ਪੁਆਇੰਟ ਹੈ। ਵਾਪਸ ਜਾ ਕੇ ਆਪਣੀ ਪ੍ਰੋਫਾਈਲ ਹੋਰ ਬੈਟਰ ਕਰਕੇ 6 ਮਹੀਨੇ ਬਾਅਦ, ਸਾਲ ਬਾਅਦ, 2 ਸਾਲ ਬਾਅਦ ਆ ਜਾਣਾ। ਲੇਕਿਨ ਜਿਹੜੀ ਪਰੇਸ਼ਾਨੀ ਹੈ ਇਕੱਲੇ ਇੱਕ ਬੱਚੇ ਨਾਲ ਨਹੀਂ ਹੈਗੀ, ਹਜ਼ਾਰਾਂ ਹੀ ਬੱਚਿਆਂ ਨਾਲ ਪਰੇਸ਼ਾਨੀ ਹੈ। ਉਹਨਾਂ ਦਾ ਸੋਲਿਊਸ਼ਨ ਇਹ ਹੈ ਵੀ ਸੱਚਾਈ ਨੂੰ ਐਕਸੈਪਟ ਕਰੋ, ਆਪਣਾ ਕੈਲੀਬਰ, ਆਪਣੀ ਸਿਚੁਏਸ਼ਨ, ਆਪਣੀ ਜਿਹੜੀ ਪ੍ਰੋਫਾਈਲ ਹੈ ਉਹਨੂੰ ਐਕਸੈਪਟ ਕਰੋ ਅਤੇ ਪਾਥਵੇ ਲੱਭ ਕੇ ਉਹ ਤੋਂ ਫੋਲੋ ਕਰੋ। ਸ਼ਾਰਟਕਟ ਨਹੀਂ ਹੈਗਾ। 6 ਮਹੀਨੇ 'ਚ PR ਨਹੀਂ ਹੋਊਗੀ, 2 ਸਾਲ 'ਚ ਹੋ ਜੂਗੀ, ਸਾਲ 'ਚ ਹੋ ਜੂਗੀ, ਲੇਕਿਨ ਹੋ ਜਾਣੀ ਹੈ। ਅਗਰ ਤੁਸੀਂ ਕੈਨੇਡਾ ਰਹਿਣਾ, PR ਹੋ ਜੂਗੀ। ਅਗਰ ਵਾਪਸ ਜਾਣਾ ਪੈ ਜਾਏ ਤਾਂ ਸਿੱਧੇ ਤਰੀਕੇ ਜਾਓ, ਤਾਂ ਸਿੱਧੇ ਤਰੀਕੇ ਆਓ। ਇੱਥੇ ਆਊਟ ਆਫ ਸਟੇਟਸ ਹੋ ਕੇ ਗਏ, ਵਾਪਸ ਨਹੀਂ ਮੁੜ ਸਕਦੇ। ਕਾਫੀ ਸਾਰੇ ਜਿਹੜੇ ਬੱਚੇ ਆ ਜਿਹੜੇ ਸਟੱਡੀ 'ਤੇ ਆਉਂਦੇ ਆ ਜਾਂ ਵਰਕ 'ਤੇ ਆਉਂਦੇ ਆ, ਉਹ ਇਸ ਚੀਜ਼ ਬਾਰੇ ਉਹਨਾਂ ਨੂੰ ਕਾਫੀ ਅਵੇਅਰਨੈਸ ਨਹੀਂ ਹੈਗੀ। ਥੋੜ੍ਹਾ ਜਿਹਾ ਸਾਨੂੰ ਹੋਰ ਦੱਸੋ ਅਬਾਊਟ ਓਪਨ ਵਰਕ ਪਰਮਿਟ ਫॉर ਵਲਨਰੇਬਲ ਫੋਰਨ ਵਰਕਰਸ। ਓਕੇ,
ਬਹੁਤ ਸਾਰੇ ਲੋਕਾਂ ਨੇ LMI ਲਿੱਤੀ ਹੋਈ ਹੈ, LMI ਤੇ PR ਹੋ ਕੇ ਆਏ ਆ, LMI ਤੇ ਵਰਕ ਪਰਮਿਟ ਲੈ ਕੇ ਆਏ ਆ ਬਹੁਤ ਸਾਰੇ। LMI ਜਦੋਂ ਕੋਈ ਇੰਪਲੋਇਰ ਦਿੰਦਾ ਉਹ ਇਹ ਪ੍ਰੂਵ ਕਰਦਾ ਸਰਕਾਰ ਨੂੰ ਕਿ ਮੇਰੇ ਕੋਲ ਕੋਈ ਇੱਥੇ ਕੈਂਡੀਡੇਟ ਜਾਂ PR ਬੰਦਾ ਮੈਨੂੰ ਮਿਲਿਆ ਨਹੀਂ, ਠੀਕ ਹੈ, ਤਾਂ ਮੈਨੂੰ ਇਹ ਬੰਦਾ ਮਿਲ ਗਿਆ, ਇਹਨੂੰ ਮੈਂ LMI ਦੇਣੀ ਆ, ਉਹਨੂੰ ਵਰਕ ਪਰਮਿਟ ਤੇ ਸੱਦ ਲਿਆ। ਮੈਜੋਰਿਟੀ ਇੰਪਲੋਇਰਸ ਆਰ ਵੈਰੀ ਨਾਈਸ, ਮੈਜੋਰਿਟੀ ਇੰਪਲੋਇਰਸ ਵਿਲ ਦੇ ਨੀਡ ਯੂ, ਦੇ ਵਾਂਟ ਯੂ ਟੂ ਵਰਕ, ਮੈਜੋਰਿਟੀ ਇੰਪਲੋਇਰਸ ਵਿਲ ਸਪੋਰਟ ਯੂ। ਲੇਕਿਨ ਕੁਛ ਇੰਪਲੋਇਰ ਹੈਗੇ ਆ ਜਿਹੜੇ ਤੁਹਾਨੂੰ ਹੈਰਾਸ ਕਰਦੇ ਆ, ਜਿਹੜੇ ਆਪਣੇ ਇੰਪਲੋਈਜ਼ ਨੂੰ ਪੇਮੈਂਟ ਸੈਲਰੀ ਨਹੀਂ ਦਿੰਦੇ, ਗਾਲੀ ਗਲੋਚ ਕਰਦੇ ਆ, ਟਰੀਟ ਨਹੀਂ ਕਰਦੇ, ਵਲਨੇਬਲ ਸਿਚੁਏਸ਼ਨਸ ਰੱਖਦੇ ਆ, ਰਹਿਣਾ ਪ੍ਰੋਵਾਈਡ ਨਹੀਂ ਕਰਦੇ, ਠੀਕ ਹੈ, ਤੰਗ ਕਰਦੇ ਆ, ਉਹਨਾਂ ਦੀ ਹਰੈਸਮੈਂਟ ਕਰਦੇ ਆ। ਬਹੁਤ ਸਾਰੇ ਕੇਸਿਸ ਹੋਏ ਜਿੱਥੇ ਕੁੜੀਆਂ ਨੂੰ ਹਰਾਸ ਕੀਤਾ ਹੋਇਆ, ਮੁੰਡੇ ਨੂੰ ਹਰਾਸਮੈਂਟ ਕੀਤੀ ਹੋਈ ਹੈ, ਮਾਰਦੇ ਕੁੱਟਦੇ, ਉਹ ਪੁੱਠਾ ਸਿੱਧੇ ਜੋ ਕੰਮ ਕਰਦੇ ਆ, ਦੇ ਆਰ ਨਾਟ ਫੋਲੋਇੰਗ ਦੀ ਲਾਅ ਐਂਡ ਆਰਡਰ। ਔਰ ਲੋਕਾਂ ਨੂੰ ਡਰ ਹੁੰਦਾ ਵੀ ਸਾਡੀ LMI ਕੈਂਸਲ ਕਰਾ ਦੇਣੀ ਹੈ, ਵਰਕ ਪਰਮਿਟ ਕੈਂਸਲ ਕਰਾ ਦੇਣੇ, ਦਬੇ ਹੋਏ ਆ, ਪੈਸੇ ਚਾਰਜ ਕਰਦੇ ਆ, ਸੈਲਰੀ ਨਹੀਂ ਦੇਣੀ, ਪੈਸੇ ਦੇ ਕੇ ਵਾਪਸ ਲੈ ਲੈਣੇ, ਓਵਰ ਟਾਈਮ ਕੰਮ ਕਰਾਉਣਾ, ਠੀਕ ਹੈ, ਇੱਦਾਂ ਦੇ, ਔਰ ਮੈਂਟਲੀ ਪਰੇਸ਼ਾਨ ਕਰਨਾ, ਗਾਲੀ ਗਲੋਚ ਕਰਨਾ। ਉਹ ਸਾਰੇ ਲੋਕ ਵਲਨਰੇਬਲ ਕੈਟੇਗਰੀ ਦੇ ਅੰਦਰ ਓਪਨ ਵਰਕ ਪਰਮਿਟ ਫਾਈਲ ਕਰ ਸਕਦੇ ਆ। ਅਗਰ ਤੁਹਾਡਾ ਇੰਪਲੋਇਰ ਤੁਹਾਨੂੰ ਪਰੇਸ਼ਾਨ ਕਰ ਰਿਹਾ, ਸਾਡੇ ਕੋਲ ਆ ਜਾਓ, ਓਪਨ ਵਰਕ ਪਰਮਿਟ ਫਾਈਲ ਕਰਾ ਕੇ ਤੁਹਾਨੂੰ ਦਿਆਂਗੇ। ਅਗਰ ਜੈਨੂਇਨ ਆ, ਅਗਰ ਜੈਨੂਇਨ ਤੁਹਾਡਾ ਇੰਪਲੋਇਰ ਤੁਹਾਨੂੰ ਹਰਾਸ ਕਰਦਾ ਤਾਂ ਸਾਡੇ ਕੋਲ ਆਇਓ, ਅਸੀਂ ਤੁਹਾਡਾ ਓਪਨ ਵਰਕ ਪਰਮਿਟ ਕਰ ਦਾਂਗੇ। ਬਟ ਅਗਰ ਤੁਹਾਡਾ ਇੰਪਲੋਇਰ ਜੈਨੂਇਨ ਹੈ, ਤੁਹਾਨੂੰ ਸਪੋਰਟ ਕਰਦਾ, ਫ੍ਰੀ LMI ਦਿੱਤੀ ਹੋਈ ਹੈ, ਤਾਂ ਕਿਸੇ ਇੰਪਲੋਇਰ ਨਾਲ ਗਲਤ ਨਾ ਕਰੋ, ਕਿਸੇ ਇੰਪਲੋਇਰ ਦੀ ਕੰਪਲੇਂਟ ਨਾ ਫੇਕ ਕਰੋ, ਝੂਠੀ ਕੰਪਲੇਂਟਾਂ ਨਾ ਕਰੋ, ਕਿਉਂਕਿ ਉਹ ਇੰਪਲੋਇਰ ਨੇ ਤੁਹਾਨੂੰ ਤੇ ਤੁਸੀਂ ਨਿਕਲ ਜਾਣਾ ਉੱਥੋਂ, ਕਿਸੇ ਹੋਰ ਨੂੰ ਸਾਰੀ ਜ਼ਿੰਦਗੀ ਉਹਨੇ ਸਪੋਰਟ ਨਹੀਂ ਕਰਨਾ। ਇੱਦਾਂ ਦੇ ਬਹੁਤ ਇੰਪਲੋਇਰਸ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਪੱਕੇ ਕਰਾ ਕੇ ਬੱਚੇ ਆਪਣਾ ਕੰਮ ਕੱਢ ਕੇ ਚਲੇ ਗਏ। ਉਹਨਾਂ ਨੇ ਉਸ ਤੋਂ ਬਾਅਦ ਇੰਡੀਅਨ ਬੱਚਿਆਂ ਨੂੰ, ਪੰਜਾਬੀ ਬੱਚਿਆਂ ਨੂੰ ਜੋਬ ਨਹੀਂ ਦਿੱਤੀ, ਫਿਲੀਪੀਨ ਲੋਕਾਂ ਨੂੰ ਜੋਬ ਦੇ ਰਹੇ ਆ। ਉਹ ਕਹਿੰਦੇ ਵੀ ਡੋਂਟ ਟਰਸਟ ਇੰਡੀਅਨਸ ਐਨੀਮੋਰ। ਇੱਦਾਂ ਦਾ ਕੋਈ ਕੰਮ ਨਹੀਂ ਕਰਨਾ ਜਿਹਦੇ 'ਤੇ ਪੂਰੀ ਕਮਿਊਨਿਟੀ ਬਦਨਾਮ ਹੋਏ, ਪੂਰੀ ਕਮਿਊਨਿਟੀ 'ਤੇ ਗੱਲ ਆਏ। ਤਾਂ ਅਗਰ ਤੁਹਾਡਾ ਇੰਪਲੋਇਰ ਚੰਗਾ ਹੈ, ਉਹਨੂੰ ਤੁਸੀਂ ਕੋਈ ਕਮਿਟਮੈਂਟ ਦਿੱਤੀ ਹੋਈ ਹੈ, ਪੂਰੀ ਕਰੋ। ਜਲਦੀ ਜਾਣਾ ਪੈ ਜਾਏ ਤੇ ਇੰਪਲੋਇਰ ਦੀ ਰਜਾਮੰਦੀ ਨਾਲ ਜਾਣਾ, ਇੰਪਲੋਇਰ ਨੂੰ ਦੱਸ ਕੇ ਉਹਨੂੰ ਪੂਰੇ ਕੌਨਫੀਡੈਂਸ ਲੈ ਕੇ ਜਾਣਾ ਕਿ ਕੱਲ੍ਹ ਨੂੰ ਹੋਰ ਕਿਸੇ ਨੂੰ ਹੈਲਪ ਕਰੇ, ਤੁਹਾਡੇ ਕਿਸੇ ਜਾਣਕਾਰ ਨੂੰ ਜੋਬ ਦੇ ਦੇ, ਹੋਰ ਇੰਡੀਅਨਸ ਦੀ, ਹੋਰ ਪੰਜਾਬੀਆਂ ਦੀ, ਹੋਰ ਲੋਕਾਂ ਦੀ ਵੀ ਮਦਦ ਕਰੇ। ਇਹ ਨਾ ਕਿ ਵੀ ਇਹ ਬੰਦਾ ਯਾਰ ਬੜੇ ਗਲਤ ਹੁੰਦੇ ਆ, ਸਾਡੇ ਆ ਕੇ ਆਪਣਾ ਫਾਇਦਾ ਚੱਕ ਕੇ ਚਲੇ ਜਾਂਦੇ ਆ, LMI ਲੈ ਕੇ ਜਾਂ PNP ਲੈ ਕੇ ਆਪਣਾ ਮਤਲਬ ਹੋ ਕੇ ਚਲੇ ਗਏ, ਇਹ ਨਾ ਕੋਈ ਕਹੇ। ਮੈਜੋਰਿਟੀ ਇੰਪਲੋਇਰਸ ਆਰ ਵੈਰੀ ਨਾਈਸ। ਓਕੇ, ਬਟ ਹਾਂ ਅਸੀਂ ਬੈਠੇ ਹਾਂ ਤੁਹਾਡੇ ਕੋਲ, ਤੁਹਾਡੇ ਲਈ ਬੈਠੇ ਹਾਂ। ਅਗਰ ਕੋਈ ਵਲਨਰੇਬਲ ਹੈਗੀ ਕੈਟੇਗਰੀ ਜਿਹਦੇ ਅੰਦਰ ਤੁਹਾਨੂੰ ਤੰਗ ਕਰ ਰਿਹਾ, ਕੋਈ ਪਰੇਸ਼ਾਨ ਕਰ ਰਿਹਾ, ਸਾਡੇ ਕੋਲ ਆ ਜਾਓ, ਬਚਾ ਦਾਂਗੇ ਤੁਹਾਨੂੰ। ਅੱਛਾ, ਹੁਣ ਨੈਕਸਟ ਕੁਐਸਚਨ ਜਿਹੜਾ ਆ ਵੀ ਕਾਫੀ ਜ਼ਿਆਦਾ ਅੱਜ ਕੱਲ੍ਹ ਹੋ ਰਹੀ ਹੈ ਪ੍ਰੋਬਲਮ ਸਾਰਿਆਂ ਨੂੰ, ਜੋ ਕਿ ਪਹਿਲਾਂ ਨਹੀਂ ਸੀ ਨਹੀਂ। ਬਟ ਵਿਜ਼ਿਟਰ ਵੀਜ਼ਾ ਜਦੋਂ ਲੱਗ ਜਾਂਦੇ ਆਪਾਂ, ਕਦੀ ਨਹੀਂ ਵੀ ਲੱਗਦੇ, ਬਟ ਕੈਨੇਡਾ ਆਉਣ ਤੋਂ ਪਹਿਲਾਂ ਹੀ ਵਿਜ਼ਿਟਰ ਵੀਜ਼ਾਸ ਦੀ ਇੰਨੀ ਜ਼ਿਆਦਾ ਰਿਜੈਕਸ਼ਨ ਜਾਂ ਰਿਫਿਊਜ਼ਲ ਕਿਉਂ ਆ ਰਹੀ ਹੈ? ਓਕੇ, ਇਹਦਾ ਬਹੁਤ ਬੇਸਿਕ ਰੀਜ਼ਨ ਹੈ। ਕੈਨੇਡਾ ਹੁਣ ਬਹੁਤ ਸਟ੍ਰਿਕਟ ਹੋ ਗਿਆ, ਔਰ ਉਹਨਾਂ ਨੇ ਪਹਿਲੇ ਬਹੁਤ ਵੰਡੇ ਆ ਵਿਜ਼ਟਰ ਵੀਜ਼ਾਸ। ਹੁਣ ਉਹਨਾਂ ਨੂੰ ਪਤਾ ਲੱਗ ਗਈ ਵੀ ਯਾਰ ਇਹ ਕੰਮ ਗਲਤ ਹੋ ਗਿਆ ਅਤੇ ਲੋਕਾਂ ਨੇ ਬਹੁਤ ਨਜਾਇਜ਼ ਫਾਇਦਾ ਚੱਕਿਆ ਹੋਇਆ ਇਹਦਾ ਵਿਜ਼ਟਰ ਵੀਜ਼ਾ ਦਾ। ਤਾਂ ਬਹੁਤ ਸਾਰੇ ਇੱਕ ਮੰਨ ਲਓ ਕੋਈ ਏਜੰਟ ਹੈ ਇੰਡੀਆ, ਉਹਨੇ 50-100 ਆਪਣੇ ਕੰਪਿਊਟਰ ਤੋਂ ਵਿਜ਼ਟਰ ਵੀਜ਼ਾ ਲਾਤੇ, ਔਰ ਇੱਕ ਵੀਜ਼ਾ ਇਹਨਾਂ ਨੇ ਫੜ ਲਿਆ ਫਰੋਡ ਡਾਕੂਮੈਂਟਸ, ਫੇਕ ਡਾਕੂਮੈਂਟੇਸ਼ਨਸ, ਔਰ ਉਹਨਾਂ ਨੇ ਉਹਦੀ IP ਐਡਰੈਸ ਟ੍ਰੇਸ ਕੀਤਾ ਕਿ ਇਸ IP ਐਡਰੈਸ ਤੋਂ 50-100 ਐਪਲੀਕੇਸ਼ਨ ਲੱਗੀ ਹੋਈਆਂ। ਉਸ IP ਐਡਰੈਸ ਤੋਂ ਜਿੰਨੀ ਐਪਲੀਕੇਸ਼ਨ ਸੀਗੀ ਸਾਰੀ ਚੱਕੇ ਇਹਨਾਂ ਨੇ ਰਿਜੈਕਟ ਕਰਤੀ ਜਾਂ ਬੈਨ ਲਾਤਾ ਕਿ ਇਹ ਸਾਰੀ ਫੇਕ ਆ। ਇੱਦਾਂ ਮਤਲਬ ਤੁਹਾਡਾ ਕੇਸ ਹੋ ਸਕਦਾ ਜੈਨੂਇਨ ਹੋਵੇ। ਹੁਣ ਦ ਵੇ ਦੇ ਆਰ ਵਰਕਿੰਗ, ਦ ਵੇ ਗਵਰਨਮੈਂਟ ਇਜ਼ ਵਰਕਿੰਗ, ਗਵਰਨਮੈਂਟ ਨੇ CBSE ਨੂੰ ਪਾਵਰ ਦੇ ਦਿੱਤੀ ਹੈ ਕਿ ਤੁਹਾਡਾ ਵੀਜ਼ਾ ਕੈਂਸਲ ਕਰ ਸਕਦੇ ਆ। ਇਮੀਗ੍ਰੇਸ਼ਨ ਕੋ ਵੀ ਪਾਵਰ ਹੈ। ਤੁਹਾਡਾ ਹੁਣ ਆਉਣ ਤੋਂ ਪਹਿਲੇ ਹੀ ਰਿਜੈਕਸ਼ਨ, ਆਉਣ ਤੋਂ ਪਹਿਲੇ ਹੀ ਤੁਹਾਨੂੰ ਫਲਾਈਟ ਵੀ ਨਹੀਂ ਫੜੀ, ਤੁਹਾਡਾ ਵੀਜ਼ਾ ਕੈਂਸਲ। ਔਰ ਤੁਸੀਂ ਇੰਡੀਆ ਡੀਲਾਂ ਬਣਾ ਰਹੇ ਹੋ ਵੀ 50 ਲੱਖ 20 ਲੱਖ 15 ਲੱਖ ਦੇ ਦਿਓ ਅਤੇ ਵੀਜ਼ਾ ਲੈ ਲਓ। ਵੀਜ਼ਾ ਲੈਣ ਤੋਂ ਬਾਅਦ ਤੁਸੀਂ ਪੈਸੇ ਦੇ ਤੇ ਉਹਨਾਂ ਨੇ ਚੱਕ ਕੇ ਕੈਂਸਲ ਕਰਤਾ। ਕੈਨੇਡਾ ਇਜ਼ ਨਾਟ ਸੇਮ ਐਨੀਮੋਰ। ਵੀਜ਼ਾ ਮਿਲ ਗਿਆ, ਇਟਸ ਜਸਟ ਅ ਟਿਕਟ ਟੂ ਐਂਟਰ ਕੈਨੇਡਾ, ਟੂ ਵਿਜ਼ਿਟ ਕੈਨੇਡਾ, ਟੂ ਕਮ ਟੂ ਕੈਨੇਡਾ। ਐਂਟਰੀ ਲਈ ਫਿਰ ਇੰਟਰਵਿਊ ਹੋਣਾ ਹੈ, ਇੱਥੇ CBSE ਨੇ ਲੈਣਾ ਤੁਹਾਡਾ। USA ਵੀਜ਼ਾ ਲਈ ਇੰਟਰਵਿਊ ਪਹਿਲੇ ਹੁੰਦਾ, ਵੀਜ਼ਾ ਦੇਣ ਤੋਂ ਪਹਿਲੇ। ਇੱਥੇ ਮੰਨ ਲਓ ਵੀਜ਼ਾ ਮਿਲਣ ਤੋਂ ਬਾਅਦ ਇੰਟਰਵਿਊ ਹੈ, CBSE ਆਫਿਸਰ ਇੱਥੇ ਏਅਰਪੋਰਟ 'ਤੇ ਸੱਦ ਕੇ ਤੁਹਾਨੂੰ ਫਿਰ ਕੈਂਸਲ ਕਰ ਸਕਦਾ। ਸੋ ਵੀਜ਼ਾ ਮਿਲਣਾ ਇਜ਼ ਨਾਟ ਕੈਨੇਡਾ ਦੀ ਐਂਟਰੀ ਮਿਲੇਗੀ। ਅਤੇ ਬੜਾ ਧਿਆਨ ਕਰਕੇ ਹੁਣ ਲਾਇਸੈਂਸ ਬੰਦਿਆਂ ਨੂੰ ਹਾਇਰ ਕਰੋ। ਕੈਨੇਡੀਅਨ ਗਵਰਨਮੈਂਟ ਇਜ਼ ਗੈਟਿੰਗ ਵੈਰੀ ਸਟ੍ਰਿਕਟ। ਅਗਰ ਅਨਆਥੋਰਾਈਜ਼ਡ ਕੰਪਿਊਟਰਸ ਤੋਂ ਅਨਆਥੋਰਾਈਜ਼ਡ ਏਜੰਟ ਤੁਹਾਡੀ ਫਾਈਲ ਲੱਗੀ ਹੋਈ ਹੈ, ਯੂ ਆਰ ਗੈਟਿੰਗ ਮੋਨੀਟਰਡ ਐਂਡ ਸਕਰੂਟਨਾਈਜ਼ਡ। ਤੁਸੀਂ CBSE ਆਲਰੇਡੀ ਮੈਂਸ਼ਨ ਕਰ ਹੀ ਦਿੱਤਾ, ਅਤੇ ਤੁਸੀਂ ਆ ਵੀ ਦੱਸ ਦਿਓ ਹੁਣ ਕਿ ਤੁਸੀਂ ਕਲਾਇੰਟਸ ਨੂੰ ਰਿਪਰੈਜ਼ੈਂਟ ਕਰਦੇ ਹੋ ਇਨ ਫਰੰਟ ਆਫ CBSE? ਯੈਸ, ਅਗਰ ਕੋਈ ਵੀ ਕਲਾਇੰਟ ਨੂੰ CBSE ਤੋਂ ਕੋਈ ਲੈਟਰ ਆ ਜਾਂਦੀ ਹੈ, ਰਿਮੂਵਲ ਆਰਡਰ ਆ ਜਾਂਦਾ, CBSE ਕਾਲ ਕਰਦਾ, CBSE ਤੁਹਾਨੂੰ ਛਾਪਾ ਮਾਰਦਾ ਹੈ। ਅੱਜ ਕੱਲ੍ਹ ਬਹੁਤ ਕਾਮਨ ਹੋਇਆ, CBSE ਕੈਸ਼ ਵਾਲਿਆਂ ਨੂੰ ਛਾਪਾ ਮਾਰ ਰਿਹਾ, CBSE ਤੁਹਾਨੂੰ ਰਿਫਿਊਜੀ ਲਈ ਸੱਦ ਰਿਹਾ, CBSE ਤੁਹਾਨੂੰ ਕੋਈ ਫੜ ਲਿਆ, CBSE ਨੇ ਫॉर ਮਿਸ ਰਿਪਰੈਜ਼ੈਂਟੇਸ਼ਨ ਔਰ ਐਨੀਥਿੰਗ, ਤੁਸੀਂ ਸਾਨੂੰ ਕੰਟੈਕਟ ਕਰ ਲਓ। ਅਸੀਂ ਏਅਰਪੋਰਟ ਰੋਡ 'ਤੇ ਜਿਹੜਾ CBSE ਆਫਿਸ ਹੈ ਇਨ ਟੋਰਾਂਟੋ ਇਨ ਮਿਸਿਸਾਗਾ, ਉੱਥੇ ਤੁਹਾਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਓਨਲੀ ਅਗਰ ਤੁਹਾਨੂੰ ਬਾਰਡਰ 'ਤੇ ਫੜ ਲਿਆ, ਬਾਰਡਰ 'ਤੇ ਕੋਈ ਚੱਕਰ ਪੈ ਗਿਆ, ਤਾਂ ਵੀ ਤੁਹਾਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਇਫ ਯੂ ਹੈਵ ਐਨੀ ਮੈਟਰ ਰਿਲੇਟਡ ਟੂ CBSE, ਸਾਨੂੰ ਕੰਟੈਕਟ ਕਰਕੇ ਅਸੀਂ ਤੁਹਾਨੂੰ ਕਰ ਲਓ ਅਤੇ ਅਸੀਂ ਤੁਹਾਨੂੰ ਰਿਪਰੈਜ਼ੈਂਟ ਕਰਾਂਗੇ ਵਿਦ CBSE। ਰਾਈਟ।
ਸਾਰੇ LMI ਦੇ ਬਾਰੇ ਤਾਂ ਅਵੇਅਰ ਆਲਰੇਡੀ ਹੈਗੇ ਹੀ ਆ, ਥੋੜਾ ਜਿਹਾ ਡਿਫਰੈਂਸੀਏਸ਼ਨ ਕ੍ਰੀਏਟ ਕਰ ਦਿਓ ਬਿਟਵੀਨ 50 ਪੁਆਇੰਟ LMI ਐਂਡ 200 ਪੁਆਇੰਟ LMI। ਓਕੇ, LMI ਤਿੰਨ ਤਰੀਕੇ ਦੀ ਹੁੰਦੀ ਹੈ, ਮੈਂ ਟੈਕਨੀਕਲ ਉਹ 'ਚ ਨਹੀਂ ਜਾਊਂਗਾ, ਬੇਸਿਕ ਤੁਹਾਨੂੰ ਦੱਸੂੰਗਾ ਇਨ ਈਜ਼ੀ ਲੈਂਗੁਏਜ। ਇੱਕ LMI ਹੁੰਦੀ ਹੈ ਜਿਹੜੀ ਸਿਰਫ 50 ਪੁਆਇੰਟਸ ਦੀ ਹੈ, PR ਸਪੋਰਟਿੰਗ LMI। ਇੱਕ LMI ਹੁੰਦੀ ਹੈ 50 ਪੁਆਇੰਟਸ LMI ਵਿਚ PR ਸਪੋਰਟਿੰਗ ਪਲੱਸ ਵਰਕ ਪਰਮਿਟ। ਇੱਕ ਹੁੰਦੀ ਹੈ ਸਿਰਫ ਵਰਕ ਪਰਮਿਟ ਵਾਲੀ। ਜਿਹੜੀ 50 ਪੁਆਇੰਟਸ ਦੀ LMI ਉਹਦੀ ਸਰਕਾਰੀ ਫੀਸ 0 ਹੈ, ਜਿਹੜੀ ਵਰਕ ਪਰਮਿਟ ਡੂਅਲ ਇੰਟੈਂਟ ਹੈ ਉਹਦੀ ਫੀਸ 1000 ਹੈ, ਜਿਹੜੀ ਵਰਕ ਪਰਮਿਟ ਵਾਲੀ ਹੈ ਉਹਦੀ ਫੀਸ ਵੀ 1000 ਹੈ। ਜਿਹੜੀ ਬੇਸਿਕ LMI ਹੁੰਦੀ ਹੈ ਵਰਕ PR ਸਪੋਰਟਿੰਗ, ਉਹ ਮਿਲ ਜਾਏ ਜਾਂ ਡੂਅਲ ਇੰਟੈਂਟ ਮਿਲ ਜਾਏ, ਤੁਹਾਡੀ ਐਕਸਪਰਟ ਐਂਟਰੀ ਦੇ ਅੰਦਰ 50 ਪੁਆਇੰਟ ਐਡ ਹੋ ਜਾਂਦੇ ਆ। ਵਰਕ ਪਰਮਿਟ ਵਾਲੀ LMI ਹੁੰਦੀ ਹੈ ਜਿਹੜੀ ਮੈਜੋਰਟੀ ਪ੍ਰੀ ਅਪਰੂਵਡ ਹੁੰਦੀ ਹੈ, ਉਹ 'ਚੋਂ ਤੁਹਾਨੂੰ 50 ਪੁਆਇੰਟ ਨਹੀਂ ਮਿਲਦੇ। ਠੀਕ ਹੈ, ਜਦੋਂ 50 ਪੁਆਇੰਟਸ ਦੀ LMI ਹੁੰਦੀ ਹੈ ਸਿਮਿਲਰ ਇਜ਼ 200 ਪੁਆਇੰਟਸ LMI। 50 ਪੁਆਇੰਟਸ LMI ਟੀਅਰ 0 1 2 3 ਦੀ ਹੁੰਦੀ ਹੈ, ਔਰ ਜਿਹੜੀ 200 ਪੁਆਇੰਟਸ LMI ਉਹ ਡਬਲ ਓ ਕੈਟੇਗਰੀ ਦੀ ਜਿਹੜੀ LMI ਹੁੰਦੀ ਹੈ, ਟੀਅਰ ਕੋਡ ਜੌਬਸ ਹੁੰਦੀ ਉਹਦੇ ਲਈ ਹੁੰਦੀ ਹੈ, ਵਿਚ ਇਜ਼ ਜੌਬ ਟਾਈਟਲ ਹੁੰਦੇ ਆ ਜਨਰਲ ਮੈਨੇਜਰ, ਵਾਈਸ ਪ੍ਰੈਜ਼ੀਡੈਂਟ ਇੱਦਾਂ ਦੀ ਜੌਬਸ ਹੁੰਦੀ ਕੰਪਨੀ ਦੀ। ਜਿਹੜੀ ਉਹਦੇ ਲੋਐਸਟ ਜੌਬ ਹੈ, ਜੌਬ ਟਾਈਟਲ, ਉਹ ਹੈਗਾ ਸੀਨੀਅਰ ਆਪਰੇਸ਼ਨਲ ਮੈਨੇਜਰ। ਦਿਸ ਇਜ਼ ਦ ਲੋਐਸਟ ਜੌਬ। ਅਗਰ ਇਹ ਅਪਰੂਵ ਕਰਾਉਣੀ ਹੈ ਤਾਂ ਸੀਨੀਅਰ ਆਪਰੇਸ਼ਨਲ ਮੈਨੇਜਰ ਦੇ ਨੀ ਥੱਲੇ ਮੈਨੇਜਰ, ਫਿਰ ਸੁਪਰਵਾਈਜ਼ਰਸ, ਇਹਦਾ ਹਾਇਰਾਰਕੀ ਹੋਣੀ ਚਾਹੀਦੀ ਹੈ। 10-15 ਲੋਕ ਕੰਮ ਕਰਦੇ ਆ ਤਾਂ ਸੀਨੀਅਰ ਆਪਰੇਸ਼ਨਲ ਮੈਨੇਜਰ ਅਪਰੂਵ ਹੁੰਦੀ ਹੈ। ਔਰ ਅਗਰ ਉਹ ਹੋ ਜਾਏ, ਜੇ ਦਾ ਬੰਦੇ ਦਾ ਸਕੋਰ 300 325 ਹੈ, ਉਹ ਸਿੱਧਾ PR 200 ਪੁਆਇੰਟ ਲਗਾ ਕੇ ਕੈਨੇਡਾ PR ਲੈਂਡ ਕਰਦਾ। ਔਰ ਔਰ ਹਰ ਬਿਜ਼ਨਸ ਦੀ 200 ਪੁਆਇੰਟ ਨਿਕਲਦੀ ਨਹੀਂ। ਯੂ ਨੀਡ ਅ ਗੁੱਡ ਟੀਮ ਐਂਡ ਯੂ ਨੀਡ ਟੂ ਪ੍ਰੂਵ ਕਿ ਤੁਹਾਨੂੰ ਲੋੜ ਹੈ ਉਸ ਪੋਜੀਸ਼ਨ ਦੀ, ਤਾਂ ਉਹ ਅਪਰੂਵ ਹੁੰਦੀ ਹੈ 200 ਪੁਆਇੰਟ ਦੀ LMI। ਰਾਈਟ। ਜੇ ਕਿਸੇ ਨੇ, ਇਹ ਬੇਸਿਕ ਜਿਹਾ ਕੁਐਸਚਨ ਹੈਗਾ ਕਾਫੀ, ਬਟ I think a lot of people need to know this, ਜੇ ਕਿਸੇ ਨੇ ਤੁਹਾਡੇ ਕੋਲ ਐਪਲੀਕੇਸ਼ਨ ਲਗਵਾਉਣੀ ਹੈ, ਇਜ਼ ਇਟ ਮੈਂਡੇਟਰੀ ਕਿ ਉਹ ਤੁਹਾਡੇ ਨਾਲ ਕੰਸਲਟੈਂਸੀ ਪਹਿਲਾਂ ਬੁੱਕ ਕਰਨ ਤਾਂ ਹੀ ਤੁਸੀਂ ਐਪਲੀਕੇਸ਼ਨਸ ਲੈਂਦੇ ਹੋ, ਜਾਂ ਤੁਸੀਂ ਬਿਨਾਂ ਕੰਸਲਟੈਂਸੀ ਦੇ ਐਪਲੀਕੇਸ਼ਨ ਲੈ ਲੈਂਦੇ ਹੋ? ਅਗਰ ਕਿਸੇ ਦਾ ਕੁਐਸਚਨ ਹੈ, ਦੇ ਵਾਂਟ ਟੂ ਡਿਸਕਸ देयर ਫਾਈਲ, ਤਾਂ ਉਹ ਕੰਸਲਟੈਂਸੀ ਬੁੱਕ ਕਰ ਲਓ। ਅਗਰ ਕੋਈ ਕੁਐਸਚਨ ਨਹੀਂ ਹੈ, they don't want to discuss anything, they trust us, they have a reference, or you want us to proceed with the application, they can directly book, they can directly hire us ਕਿ ਮੇਰਾ ਇਹ ਐਪਲੀਕੇਸ਼ਨ ਹੈ, ਤੁਹਾਡੀ ਫੀਸ ਕਿੰਨੀ ਹੈ, you know, and give us your details and just start the book, that's it। and ਜਿਹੜੇ ਕੁਐਸਚਨ ਆਨਸਰ ਹੈ, while we working on your file we can discuss, no problem। अगर if you are clear, if you are not clear, you want to discuss, तो पहले book कर लो, consultation discuss कर लो, and then we can start your file। ਰਾਈਟ। ਕਾਫੀ ਬੱਚੇ ਜਿਹੜੀ ਆਪਣੀ ਐਪਲੀਕੇਸ਼ਨ ਪ੍ਰੋਸੈਸ ਹੈ ਉਹ ਕਹਿੰਦੇ ਵੀ ਈਜ਼ੀ ਆ, ਆਪਾਂ ਆਪਣਾ ਐਪਲੀਕੇਸ਼ਨ ਪੋਰਟਲ ਆਪ ਹੀ ਬਣਾ ਕੇ ਲਗਾ ਲਾਂਗੇ। ਤੇ ਲੈਟਸ ਸੇ ਕਿਸੇ ਨੇ ਆਪਣੀ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ ਕ੍ਰੀਏਟ ਕਰਤੀ ਹੈ ਤੇ ਉਹਨਾਂ ਨੂੰ ITA ਆ ਗਿਆ ਜਾਂ ਨਹੀਂ ਆਇਆ, ਤੇ ਤੁਸੀਂ ਮਿਡਵੇ ਐਪਲੀਕੇਸ਼ਨਸ ਲੈ ਲੈਂਦੇ ਹੋ? ਯੈਸ, ਅਗਰ ਕੋਈ ਬੱਚੇ ਦਾ ITA ਆ ਗਿਆ ਐਂਡ ਉਹ ਯੂ ਆਰ ਸਕੇਅਰਡ, ਉਹਨੂੰ ਲੱਗਦਾ ਵੀ ਯਾਰ ਹੁਣ ਮੈਂ ਕਿਸੇ ਪ੍ਰੋਫੈਸ਼ਨਲ ਨੂੰ ਹਾਇਰ ਕਰ ਲਾਂ, ਤਾਂ ਉਹ ਸਾਨੂੰ ਕੰਟੈਕਟ ਕਰਕੇ ਅਸੀਂ ਉਹਦੀ ਫਾਈਲ ਚੈੱਕ ਕਰਾਂਗੇ। ਅਗਰ ਕੋਈ ਫਾਈਲ 'ਚ ਮੇਜਰ ਬਲੰਡਰ ਨਹੀਂ ਹੈ ਤਾਂ ਫਿਰ ਅਸੀਂ ਉਹਨੂੰ ਉਦੋਂ ਡਾਕੂਮੈਂਟੇਸ਼ਨ ਸਬਮਿਟ ਕਰਕੇ, ਜਾਂ ਕੋਈ ਮਾਈਨਰ ਐਰਰਸ ਹੈ ਉਹਨੂੰ ਫਿਕਸ ਕਰਕੇ, ਪ੍ਰੋਫੈਸ਼ਨਲੀ ਸਾਰਾ ਡਾਕੂਮੈਂਟੇਸ਼ਨ ਸਬਮਿਟ ਕਰਕੇ ਉਹਦੀ ਫਾਈਲ ਸਬਮਿਟ ਕਰ ਦਾਂਗੇ, ਉਹਨੂੰ ਰਿਪਰੈਜ਼ੈਂਟ ਕਰ ਦਾਂਗੇ। ਅਗਰ ਕੋਈ ਮੇਜਰ ਬਲੰਡਰ ਹੈ, ਦੈਨ ਵਿਲ ਸਟਾਪ the person to submit ITA, to accept ITA and start everything from fresh, ਕਿਉਂਕਿ ਬੱਚੇ ਆਪ ਬਣਾ ਲੈਂਦੇ, ਮਾਈਨਰ ਗਲਤੀ ਕਰਦੇ, ਫਿਰ ITA ਤੋਂ ਬਾਅਦ ਉਹ ਚੇਂਜ ਨਹੀਂ ਹੋ ਸਕਦੀ। ਰਾਈਟ, ਓਕੇ। ਜਿਹੜਾ ਨੈਕਸਟ ਕੁਐਸਚਨ ਹੈ, ਇਹ ਕਿਸੇ ਵਿਊਅਰ ਦਾ ਹੀ ਕੁਐਸਚਨ ਹੈਗਾ, ਤੇ ਉਹ ਵਿਊਅਰ ਕਹਿ ਰਿਹਾ ਕਿ ਆਪਾਂ ਦੋਨੋਂ ਸਪਾਊਸਿਸ ਵਿਜ਼ਿਟਰ ਵੀਜ਼ੇ 'ਤੇ ਹੈਗੇ ਆ, ਅਤੇ ਸਾਡੇ ਬੋਥ ਆਰ ਚਿਲਡਰਨ ਆਰ ਬੋਰਨ ਹੀਅਰ, ਅਤੇ ਉਹ ਵਿਜ਼ਿਟਰ ਤੋਂ ਆਪਣੀ ਪਰਮਾਨੈਂਟ ਰੈਸੀਡੈਂਸੀ ਈਜ਼ੀਐਸਟ ਵੇ ਕਿਵੇਂ ਲੈ ਸਕਦੇ ਆ? ਓਕੇ, ਇਹ ਬਹੁਤ ਕਾਮਨ ਕੁਐਸਚਨ ਹੈ ਪ੍ਰਣਿਕਾ। ਬਹੁਤ ਸਾਰੇ ਪੇਰੈਂਟਸ ਇੱਥੇ ਆਉਂਦੇ ਆ, ਉਹਨਾਂ ਦੇ ਦੋਨੋਂ ਬੱਚੇ, 3 ਬੱਚੇ ਜਿੰਨੇ ਵੀ ਆਏ, ਇੱਕ ਇਕੱਲਾ ਬੱਚਾ ਇੱਥੇ ਹੀ ਸੈਟਲਡ ਹੈ, PR ਹੈ, ਸਿਟੀਜ਼ਨ ਹੈ, ਤਾਂ ਉਹ ਪੇਰੈਂਟਸ ਕਹਿੰਦੇ ਵੀ ਅਸੀਂ ਇੰਡੀਆ ਇਕੱਲੇ ਨਹੀਂ ਰਹਿਣਾ, ਸਾਨੂੰ ਇੱਥੇ ਦੀ PR ਚਾਹੀਦੀ ਆ। ਤਾਂ ਜਿਹੜੇ ਇੱਥੇ ਬੱਚੇ ਪੜ੍ਹ ਰਹੇ ਆ ਜਾਂ ਉਹਨਾਂ ਦੀ PR ਹੋ ਗਈ, ਸਿਟੀਜ਼ਨ ਹੈ, ਉਹ ਉਹਨਾਂ ਨੂੰ ਸਪੋਂਸਰ ਨਹੀਂ ਕਰ ਸਕਦੇ ਪੇਰੈਂਟ ਸਪੋਂਸਰਸ਼ਿਪ ਦੇ ਅੰਦਰ, ਜਾਂ ਉਹ ਸਪੋਂਸਰ ਨਹੀਂ ਕਰ ਸਕਦੇ, ਨਾਟ ਐਲੀਜੀਬਲ, ਜਾਂ ਉਹ ਪ੍ਰੋਗਰਾਮ ਹਾਲੇ ਬੰਦ ਹੈ, 2020 ਦੀ ਫਾਈਲਾਂ ਚੱਕ ਹੋ ਰਹੀਆਂ ਅਤੇ ਉਸ ਤੋਂ ਬਾਅਦ ਵਾਲੀ ਫਾਈਲਸ ਉਹਨੂੰ ਚੱਕ ਨਹੀਂ ਹੋ ਰਹੀ। ਤਾਂ ਉਹਨਾਂ ਕੋਲ ਆਪਸ਼ਨ ਇੱਕ ਬਚਦਾ, ਜਾਂ ਤਾਂ ਸੁਪਰ ਵੀਜ਼ਾ ਕਰਾ ਕੇ ਪੇਰੈਂਟਸ ਆਪਣੇ ਨਾਲ ਰੱਖ ਦਿਓ। ਅਗਰ PR ਕਰਾਉਣੀ ਹੈ ਪੇਰੈਂਟਸ ਦੀ, ਤਾਂ ਇੱਕ ਆਪਸ਼ਨ ਹੈ HNC। ਅਸੀਂ ਬਹੁਤ ਸਾਰੀ ਫਾਈਲ ਲਾਈ ਹੋਈ ਹੈ HNC ਦੀ। HNC ਹਿਊਮੈਨਿਟੇਰੀਅਨ ਕੰਪੈਸ਼ਨ ਗਰਾਊਂਡ 'ਤੇ ਲੱਗਦੀ ਹੈ। ਅਗਰ ਤੁਸੀਂ ਐਲੀਜੀਬਲ ਹੈਗੇ ਹੋ ਰਾਈਟ ਨਾਓ, ਐਂਡ ਦਿਸ ਇਜ਼ ਦ ਰਾਈਟ ਟਾਈਮ ਟੂ ਅਪਲਾਈ ਫॉर HNC, ਤੁਹਾਨੂੰ ਰਾਈਟ ਅਵੇ ਗਾਈਡ ਕਰ ਦਾਂਗੇ ਕੰਸਲਟ ਕਰਕੇ ਕਿ ਤੁਹਾਨੂੰ ਲਾਣੀ ਚਾਹੀਦੀ ਹੈ। ਅਗਰ ਤੁਸੀਂ ਅੱਜ ਨਹੀਂ ਕੁਆਲੀਫਾਈ, ਨਹੀਂ ਲਾਣੀ ਚਾਹੀਦੀ, ਮੈਂ ਤੁਹਾਨੂੰ ਰਾਈਟ ਅਵੇ ਕਹਿ ਦੂੰਗਾ ਅੱਜ ਨਹੀਂ ਲਾਣੀ, ਤੁਹਾਨੂੰ 6 ਮਹੀਨੇ ਰੁਕ ਜਾਓ, ਸਾਲ ਰੁਕ ਜਾਓ, ਫਿਰ ਲਾ ਦਾਂਗੇ। HNC ਦੀ ਐਪਲੀਕੇਸ਼ਨ ਹਿਊਮੈਨਿਟੇਰੀਅਨ ਕੰਪੈਸ਼ਨ ਗਰਾਊਂਡ, ਇਹਦੇ ਅੰਦਰ ਇਹ ਪ੍ਰੂਵ ਕਰਨਾ ਪੈਂਦਾ ਹੈ ਕਿ ਤੁਹਾਡੇ ਪੇਰੈਂਟਸ ਇਕੱਲੇ ਉੱਥੇ ਰਹਿ ਨਹੀਂ ਸਕਦੇ, ਤੁਹਾਡੇ ਨਾਲ ਰਹਿ ਸਕਦੇ ਆ, ਤੁਸੀਂ ਐਜ਼ ਅ ਫੈਮਿਲੀ ਯੂਨਾਈਟਿਡ ਹੋ, ਤੁਹਾਡੇ ਬੱਚੇ ਹੋਏ ਹੋਏ ਆ, ਉਹ ਗ੍ਰੈਂਡ ਪੇਰੈਂਟਸ ਨਾਲ ਤੁਹਾਡੇ ਬੱਚੇ ਦੀ ਚੰਗੀ ਬੌਂਡਿੰਗ ਹੈ, ਔਰ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਰਹਿ ਕੇ ਖੁਸ਼ ਹੈ, ਤੁਸੀਂ ਐਜ਼ ਫੈਮਿਲੀ ਰਹਿ ਸਕਦੇ ਹੋ, ਤੁਸੀਂ ਅਫੋਰਡ ਕਰ ਸਕਦੇ ਹੋ। ਪੇਰੈਂਟਸ ਆਪਣੀ ਸਾਰੀ ਜ਼ਮੀਨ ਜਾਇਦਾਦ ਇੱਥੇ ਲਾਏ ਹੋਏ ਆ, ਇਹਨਾਂ ਨੂੰ ਬੰਦੇ ਵੀ ਚਾਹੀਦੇ ਅਤੇ ਉਹਨਾਂ ਦਾ ਪੈਸਾ ਵੀ ਚਾਹੀਦਾ, ਅਤੇ ਬਹੁਤ ਹੀ ਕੰਪਲੈਕਸ ਐਪਲੀਕੇਸ਼ਨ ਹੁੰਦੀ ਹੈ। ਇਟ ਟੇਕਸ ਟਾਈਮ, ਸਾਨੂੰ ਮਹੀਨਾ ਲੱਗ ਜਾਂਦਾ ਫਾਈਲ ਤਿਆਰ ਕਰਦੇ, ਔਰ ਹਰ ਇੱਕ ਨੂੰ ਇਹ ਨਹੀਂ ਕਹੀਦਾ ਵੀ ਹਾਂ ਤੁਸੀਂ ਵੀ ਲਾ ਲਓ। ਜਿਹੜਾ ਬੰਦਾ ਕਹਿੰਦਾ ਵੀ ਲਾਣੀ ਹੈ ਫਾਈਲ, ਅਸੀਂ ਕਹਿੰਦੇ ਰੁਕ ਜਾਓ, ਵੇਟ ਕਰੋ,
ਪਹਿਲੇ ਦੇਖਦੇ ਹਾਂ ਇਨ ਦਾ ਸੈਂਸ ਕਿ ਅਗਰ ਜਿਹਦਾ ਇੱਕ ਐਗਜ਼ਾਮਪਲ ਸੀਗਾ, ਇੱਕ ਪੇਰੈਂਟ ਦਾ ਕਾਲ ਆਇਆ, ਉਹ ਕਹਿੰਦੇ ਵੀ ਸਾਡੀ 3 ਕੁੜੀਆਂ ਇੱਥੇ ਹੀ ਆ। ਮੈਂ ਪਹਿਲੇ ਜਿਹੜਾ ਹਿੰਦੀ ਪੋਡਕਾਸਟ ਹੋਇਆ ਸੀ ਉਹਦੇ ਅੰਦਰ ਵੀ ਮੈਂ ਐਗਜ਼ਾਮਪਲ ਦਿੱਤਾ ਸੀ। ਇੱਕ ਕੁੜੀ PR ਹੋਈ ਹੈਗੀ ਆ, ਸਿਟੀਜ਼ਨਸ਼ਿਪ ਫਾਈਲ ਕੀਤੀ ਹੋਈ ਆ, ਹਾਲੇ ਆਈ ਨਹੀਂ ਸਿਟੀਜ਼ਨਸ਼ਿਪ। ਇੱਕ ਕੁੜੀ ਵਰਕ ਪਰਮਿਟ 'ਤੇ PR ਫਾਈਲ ਕੀਤੀ ਹੋਈ, ਇੱਕ ਕੁੜੀ ਪੜ੍ਹਦੀ ਆ। ਤਾਂ ਮੈਂ ਉਹਨੂੰ ਕਿਹਾ ਸੀ ਸਾਲ ਰੁਕ ਜਾਓ, ਮੈਂ ਉਹਨੂੰ ਕੁਝ ਕੰਮ ਦੱਸਦੇ, ਤੁਸੀਂ ਇਹ ਕੰਮ ਕਰ ਲਓ in 1 year ਐਂਡ ਪਲੱਸ ਆਫਟਰ 1 year ਤੁਹਾਡੀ ਇੱਕ ਕੁੜੀ ਸਿਟੀਜ਼ਨ ਹੋਣੀ ਹੈ, ਇੱਕ PR ਹੋਣੀ ਹੈ, ਇੱਕ ਵਰਕ ਪਰਮਿਟ 'ਤੇ ਹੋਣੀ ਹੈ, ਠੀਕ ਹੈ। ਔਰ ਤੁਸੀਂ ਇਹ ਕੰਮ ਕਰ ਲਓ, ਆਪਾਂ ਸਾਲ ਬਾਅਦ ਤੁਹਾਡੀ ਫਾਈਲ ਲਾਣੀ ਹੈ ਟੂ ਮੇਕ ਇਟ ਸਟਰੋਂਗਰ, ਕਿਉਂਕਿ ਇਹ ਫਾਈਲ 2 ਸਾਲ ਲੱਗਦੇ ਇਹਨੂੰ ਅਪਰੂਵਲ ਆਉਂਦੇ ਆ, ਡਿਸੀਜਨ ਬਣਦੇ। ਤੁਹਾਨੂੰ ਬਹੁਤ ਸਟਰੋਂਗ ਐਪਲੀਕੇਸ਼ਨ ਲਾਣੀ ਪੈਂਦੀ ਹੈ ਵਿਦ ਆਲ ਦੀ ਡਾਕੂਮੈਂਟਸ ਫਰਮ ਆਲ ਦੀ ਐਸਪੈਕਟਸ ਪਲੱਸ ਸਾਡਾ ਸਬਮਿਸ਼ਨ ਲੈਟਰ। ਤਾਂ ਲੋਕਾਂ ਤੁਸੀਂ ਐਕਸਪੈਕਟ ਕਰ ਸਕਦੇ ਹੋ ਫਾਈਲ ਅਪਰੂਵ ਹੋਏਗੀ। HNC ਫॉर ਪੇਰੈਂਟਸ। ਰਾਈਟ। ਆ ਜਿਹੜਾ ਇੰਨਾ ਜ਼ਿਆਦਾ ਕਰੇਜ਼ ਕ੍ਰੀਏਟ ਹੋ ਚੁੱਕਿਆ ਹੈ ਬਾਹਰ ਆਉਣ ਦਾ, ਬਾਹਰਲੀ ਕੰਟਰੀਆਂ 'ਚ ਆਉਣ ਦਾ, ਅਤੇ ਆਪਾਂ ਵੀ ਕਿਸੇ ਨੂੰ ਰეკਮੈਂਡ ਕਰੀਏ ਕਿ ਹੁਣ ਇਸ ਟਾਈਮ ਨਹੀਂ ਆਉਣ ਦਾ ਕੋਈ ਫਾਇਦਾ ਜਾਂ ਜੋ ਵੀ ਹੈ, ਅਤੇ ਅਗਲੇ ਰਿਸ਼ਤੇਦਾਰੀ ਕਹਿੰਦੀ ਹੈ ਕਿ ਤੁਸੀਂ ਆਪ ਤਾਂ ਉੱਥੇ ਬੈਠੇ ਹੋ ਅਤੇ ਨਾਲੇ ਤੁਸੀਂ ਕਹਿੰਦੇ ਹੋ ਵੀ ਇੱਥੇ ਨਾ ਆਓ। ਅਤੇ ਉਹ ਸਾਰੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਜਿਹੜੇ ਇੰਡੀਆ ਬੈਠੇ ਆ ਅਤੇ ਉਹ ਬਾਹਰਲੀਆਂ ਕੰਟਰੀਆਂ 'ਚ ਆਉਣਾ ਚਾਹੁੰਦੇ, ਸਪੈਸ਼ਲੀ ਕੈਨੇਡਾ, ਥੋੜ੍ਹਾ ਕਿਆ ਉਹਨਾਂ ਲਈ ਸੁਜੈਸ਼ਨ? ਓਕੇ, ਮੇਰਾ ਸੁਜੈਸ਼ਨ ਸਾਫ਼ ਹਰ ਇੱਕ ਲਈ ਇਹ ਹੈ ਵੀ ਜਿਹੜੇ ਬੱਚੇ ਹੁਣ ਆਉਣਾ ਚਾਹੁੰਦੇ ਆ, ਪੇਰੈਂਟਸ ਜਿਹੜੇ ਭੇਡ ਚਾਲ 'ਚ ਫਸ ਰਹੇ ਆ, ਉਹ 12ਵੀਂ ਤੋਂ ਬਾਅਦ ਬੱਚਿਆਂ ਨੂੰ ਨਾ ਭੇਜੋ। 12th ਤੋਂ ਬਾਅਦ ਬੱਚੇ ਇੱਥੇ ਨਹੀਂ ਆਉਣੇ ਚਾਹੀਦੇ, ਠੀਕ ਹੈ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਨਹੀਂ ਚਾਹੁੰਦਾ ਬੱਚੇ ਇੱਥੇ ਆਉਣ, ਬੱਚੇ ਆਓ ਜੀ ਸਦਕੇ ਆਓ, ਲੇਕਿਨ ਮੈਂ ਕਹਿ ਰਿਹਾ ਥੋੜ੍ਹੀ ਮੈਚੋਰਿਟੀ ਆ ਜਾਂਦੀ 12th ਤੋਂ ਬਾਅਦ। ਇੱਥੇ ਬਹੁਤ ਮਾਹੌਲ ਖਰਾਬ ਹੈ, ਇਕਨੋਮੀ ਖਿਲੀ ਹੋਈ ਹੈ, ਪਲੱਸ PR ਲੈਣੀ ਉਹ ਵਾਲੀ ਗੱਲਾਂ ਹੈ ਨਹੀਂ। ਹੁਣ PR ਜਿਹੜੀ ਤੁਹਾਨੂੰ ਕੈਨੇਡਾ ਪਰੋਸ ਕੇ ਦਿੰਦਾ ਸੀ, ਠੀਕ ਹੈ। ਗ੍ਰੈਜੂਏਸ਼ਨ ਕਰਕੇ ਆਓ, ਗ੍ਰੈਜੂਏਸ਼ਨ ਦੇ ਪੁਆਇੰਟ ਮਿਲਣੇ ਆ, ਫਰੈਂਚ ਸਿੱਖ ਕੇ ਆਓ, ਕੋਈ ਨਾ ਕੋਈ ਐਕਸਪੀਰੀਅੰਸ ਲੈ ਕੇ ਆਓ। ਅਗਰ ਕੰਸਲਟੇਸ਼ਨ ਲੈ ਲਓ ਔਰ ਪੁੱਛ ਲਓ ਮੈਨੂੰ ਕਿਹੜੀ ਜੌਬ ਕਰੀਏ ਕਿ ਸਾਨੂੰ ਇੱਥੇ ਕੈਨੇਡਾ PR ਮਿਲ ਜਾਏ, ਫਿਊਚਰ ਈਜ਼ੀ ਹੋਊਗਾ, ਅਤੇ ਮੈਂ ਤੁਹਾਨੂੰ ਜੌਬ ਟਾਈਟਲ ਦੱਸ ਦੂੰਗਾ। ਉਹ ਜੌਬ ਟਾਈਟਲ ਦੀ ਜੌਬ ਕਰ ਲਓ, ਇਹ 3 ਸਾਲ ਦੀ ਡਿਗਰੀਆਂ ਕਰ ਲਓ, ਅਤੇ ਵਾਈਲ ਗੈਟਿੰਗ ਯੂਰ ਗ੍ਰੈਜੂਏਸ਼ਨ ਤੁਸੀਂ ਫਰੈਂਚ ਸਿੱਖ ਲਓ। ਫਰੈਂਚ ਸਿੱਖ ਲਓਗੇ, PR ਹੱਥ 'ਚ ਦੇਣਗੇ, ਘਰ ਆ ਕੇ ਦੇਣਗੇ ਕੈਨੇਡਾ ਵਾਲੇ, ਠੀਕ ਹੈ। ਔਰ 12ਵੀਂ ਤੋਂ ਬਾਅਦ ਆ ਜਾਓਗੇ ਕਿ ਉਹ ਚਲਾ ਗਿਆ ਮੈਂ ਰਹਿ ਗਿਆ, ਤਾਂ ਤੁਸੀਂ ਉਸ ਤੋਂ ਪਹਿਲੇ PR ਲੈ ਲੈਣੀ ਹੈ 3 ਸਾਲ ਬਾਅਦ ਆ ਕੇ, ਜਿਹੜੇ ਧੱਕੇ ਉਹਨੇ ਖਾਣੇ, ਉਸ ਤੋਂ ਬਾਅਦ ਹੀ PR ਦਾ ਨਹੀਂ ਪਤਾ, ਰਾਈਟ, ਠੀਕ ਹੈ। ਅਤੇ ਪੇਰੈਂਟਸ ਨੂੰ ਵੀ ਭੇਡ ਚਾਲ 'ਚ ਨਾ ਫਸੋ, ਅਤੇ ਜਿਹੜੇ ਬੱਚੇ ਆ ਰਹੇ ਪਲੀਜ਼ ਰੁਕ ਜਾਓ, ਹਲੇ ਨਾ ਆਓ, ਅਤੇ ਆਪਣੇ ਮਾਂ ਪਿਓ ਦਾ ਪੈਸਾ ਬਚਾਓ ਹਲੇ ਫॉर ਨਾਓ, ਐਂਡ ਜਦੋਂ ਰਾਈਟ ਟਾਈਮ ਹੋਊਗਾ ਤਾਂ ਆਉਣਾ। ਇਨ ਐਪਲੀਕੇਸ਼ਨ ਪ੍ਰੋਸੈਸਿਸ ਕਿੰਨਾ ਜ਼ਰੂਰੀ ਹੈਗਾ ਜੇ ਕਿਸੇ ਵੀ ਕੰਟਰੀ ਦੀ ਜਾਂ ਸਪੈਸ਼ਲੀ US ਦੀ ਹੈ, ਕਿਸੇ ਹੋਰ ਕੰਟਰੀ ਦੀ ਰਿਫਿਊਜ਼ਲ ਤੁਸੀਂ ਡਿਕਲੇਅਰ ਨਹੀਂ ਕਰਦੇ? ਬਹੁਤ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ। ਜਿਹੜਾ ਵੀ ਤੁਹਾਡਾ ਛੋਟਾ ਵੀ ਰਿਫਿਊਜ਼ਲ ਹੈਗਾ, ਅਗਰ ਤੁਹਾਡੀ ਗਲਤੀ ਹੋਈ ਹੈ, ਉਹ ਗਲਤੀ ਬਹੁਤ ਵੱਡੀ ਪੈ ਸਕਦੀ ਹੈ, ਮਿਸ ਰਿਪਰੈਜ਼ੈਂਟੇਸ਼ਨ ਪੈ ਸਕਦੀ ਹੈ, ਔਰ ਬੈਨ ਵੀ ਲੱਗ ਸਕਦਾ। ਸੀਰੀਅਸਲੀ ਲੈਂਦੇ ਆ ਵੀਜ਼ਾ ਆਫਿਸਰ ਇਸ ਗੱਲਾਂ ਨੂੰ ਕਿ ਛੋਟੀ ਗੱਲਾਂ ਤੁਸੀਂ ਦੱਸਿਆ ਕਿਉਂ ਨਹੀਂ ਵੀ ਤੁਹਾਡਾ ਰਿਫਿਊਜ਼ਲ ਲੱਗਿਆ ਹੋਇਆ। ਕਿਸੇ ਵੀ ਕੰਟਰੀ ਦਾ ਰਿਫਿਊਜ਼ਲ ਹੈ ਦੱਸੋ, ਉਹਨਾਂ ਨੂੰ ਡਿਕਲੇਅਰ ਕਰੋ। ਉਹਨਾਂ ਤੋਂ ਹਾਈਡ ਨਹੀਂ ਕਰਨੀ ਕੋਈ ਗੱਲ। ਤੁਸੀਂ ਵਿਜ਼ਟਰ ਵੀਜ਼ਾ 'ਤੇ ਹਾਈਡ ਕਰਤੀ, ਨਹੀਂ ਫੜੇ ਗਏ। ਸਟੱਡੀ ਪਰਮਿਟ 'ਤੇ ਹਾਈਡ ਕਰਦੀ, ਨਹੀਂ ਫੜੇ ਗਏ। ਵਰਕ ਪਰਮਿਟ ਤੇ ਹਾਈਡ ਕਰਦੀ, ਨਹੀਂ ਫੜੇ ਗਏ। ਜਦੋਂ ਬਾਅਦ 'ਚ PR ਦੀ ਐਪਲੀਕੇਸ਼ਨ ਲਾਣੀ ਹੈ ਤਾਂ ਉਹਨਾਂ ਨੇ ਫੜ ਲੈਣਾ, ਔਰ ਇੰਨੀ ਜਿਹੀ ਗੱਲ ਪਿੱਛੇ ਤੁਹਾਡੀ PR ਅਟਕ ਸਕਦੀ ਹੈ। ਅਤੇ ਕਦੇ ਨਹੀਂ ਹਾਈਡ ਕਰਨਾ ਕਿ ਅਗਰ ਤੁਹਾਨੂੰ ਬਾਅਦ 'ਚ ਰਿਲਾਈਜ਼ ਹੋ ਗਿਆ ਔਰ ਇਮੀਗ੍ਰੇਸ਼ਨ ਨੇ ਨਹੀਂ ਫੜਿਆ, ਵੈਬ ਫਾਰਮ ਪਾ ਕੇ ਉਹਨਾਂ ਨੂੰ ਦੱਸ ਦਿਓ, ਆਪ ਦੱਸ ਦਿਓ ਕਿ ਸਾਡੇ ਤੋਂ ਗਲਤੀ ਹੋ ਗਈ ਸੀ, ਅਸੀਂ ਨਹੀਂ ਤੁਹਾਨੂੰ ਡਿਕਲੇਅਰ ਕੀਤਾ, ਹੁਣ ਅਸੀਂ ਡਿਕਲੇਅਰ ਕਰ ਰਹੇ, ਸਾਡਾ ਰਿਜੈਕਸ਼ਨ ਸੀਗਾ, ਭੁੱਲ ਗਏ। ਰਾਈਟ। ਜਦੋਂ ਆਪਾਂ ਕਿਸੇ ਵੀ ਬਿਜ਼ਨਸ ਤੋਂ LMI ਲੈਣੀ ਹੁੰਦੀ ਹੈ, ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਕਿ ਜਿਹੜਾ ਬਿਜ਼ਨਸ ਹੈ ਉਹ ਕਿੰਨਾ ਨਵਾਂ ਜਾਂ ਕਿੰਨਾ ਪੁਰਾਣਾ ਹੋਣਾ ਚਾਹੀਦਾ ਹੈ, ਕਿਉਂਕਿ ਕਾਫੀ ਸਾਰੇ ਕਹਿੰਦੇ ਵੀ ਬਿਜ਼ਨਸ ਇੰਨੇ ਸਾਲ ਪੁਰਾਣਾ ਹੋਣਾ ਚਾਹੀਦਾ ਜਾਂ ਇੰਨੇ ਸਾਲ ਪੁਰਾਣਾ ਹੋਣਾ ਚਾਹੀਦਾ ਕਿ ਤੁਸੀਂ ਉਹ ਤੁਹਾਨੂੰ LMI ਦੇ ਸਕੋ। ਓਕੇ, ਬਿਜ਼ਨਸ ਜਿੰਨੇ PR ਸਪੋਰਟਿੰਗ ਪੁਆਇੰਟ ਵਾਲੀ LMI ਦੇਣੀ ਉਹ ਸਾਲ ਪੁਰਾਣਾ ਚਾਹੀਦਾ, ਅਤੇ ਬਿਜ਼ਨਸ ਜਿੰਨੇ ਵਰਕ ਪਰਮਿਟ ਵਾਲੀ LMI ਦੇਣੀ ਹੈ ਉਹ ਚਾਹੇ 1-2 ਮਹੀਨੇ ਪੁਰਾਣਾ ਚੱਲ ਜੂਗਾ। ਕਿਉਂਕਿ ਐਗਜ਼ਾਮਪਲ ਦੇਣਾ, ਅਗਰ ਕਿਸੇ ਨੇ ਰੈਸਟੋਰੈਂਟ ਓਪਨ ਕੀਤਾ, ਸ਼ੈਫ ਚਾਹੀਦਾ, ਸ਼ੈਫ ਆਉਣਾ ਹੈ ਤਾਂ ਹੀ ਤਾਂ ਰੈਸਟੋਰੈਂਟ ਚੱਲਣਾ, ਅਗਰ ਸ਼ੈਫ ਹੀ ਨਹੀਂ ਹੈ ਤਾਂ ਰੈਸਟੋਰੈਂਟ ਕਿੱਦਾਂ ਚੱਲ ਜੂਗਾ। ਅਤੇ 1-2 ਮਹੀਨੇ ਪੁਰਾਣੀ ਕੰਪਨੀ ਵੀ LMI ਪਾ ਸਕਦੀ ਹੈ ਓਨਲੀ ਫॉर ਵਰਕ ਪਰਮਿਟ, ਔਰ PR ਵਾਲੀ LMI ਚਾਹੀਦੀ ਹੈ ਅਤੇ ਸਾਲ ਬਾਅਦ ਲੱਗਣੀ ਹੈ। ਰਾਈਟ। ਜੇ ਬੱਚੇ ਨੇ ਟੈਕਸਿਸ ਬਚਾਉਣਾ, ਬਿਕਾਜ਼ ਟੈਕਸਿਸ ਆਰ ਰੀਲੀ ਹਾਈ ਹੇਅਰ, ਅਤੇ ਬਹੁਤ ਸਾਰੇ ਬੱਚਿਆਂ ਨੂੰ ਜੇ ਕਿਸੇ ਨੂੰ ਟੈਕਸਿਸ ਬਚਾਉਣੇ, ਤੁਹਾਡੀ ਕਿਆ ਸੁਜੈਸ਼ਨਸ ਹੋਣਗੀਆਂ ਟੂ ਸੇਵ ਮਨੀ ਔਰ ਟੈਕਸਿਸ? ਜਿਹੜੇ ਵੀ ਬੱਚਾ ਇੱਥੇ ਆਇਆ ਉਹਨੇ ਫੀਸ ਪੇ ਕੀਤੀ ਹੋਈ ਹੈ, ਟਿਊਸ਼ਨ ਫੀਸ, ਉਹਦਾ ਇੱਕ ਫਾਰਮ ਉਹਨਾਂ ਦੇ ਕਾਲਜ ਨੇ ਦੇਣਾ, ਉਹਦੇ ਕਾਲਜ ਦੇ ਪੋਰਟਲ 'ਤੇ ਫਾਰਮ ਉਹਨੇ ਡਾਊਨਲੋਡ ਕਰਨਾ ਹੈ, ਦੈਟ ਇਜ਼ ਕਾਲਡ T2202 ਫਾਰਮ। ਉਹਨੇ ਉਹ ਡਾਊਨਲੋਡ ਕਰਨਾ ਹੈ, ਆਪਣੇ CPA ਅਕਾਊਂਟੈਂਟ ਨੂੰ ਫਾਰਮ ਦੇਣਾ, CPA ਔਰ ਅਕਾਊਂਟੈਂਟ ਨੂੰ ਫਾਰਮ ਦੇ ਕੇ CPA ਔਰ ਅਕਾਊਂਟੈਂਟ ਨੂੰ ਫਾਰਮ ਦੇ ਕੇ ਉਹਨੇ ਆਪਣੇ ਟੈਕਸਿਸ ਫਾਈਲ ਕਰਾਉਣੇ ਆ, ਅਤੇ ਉਹਨੂੰ ਕ੍ਰੈਡਿਟ ਮਿਲਦੇ ਆ ਟੈਕਸਿਸ ਦੇ, ਜਿਹੜੇ ਉਹਨੇ ਫੀਸ ਪੇ ਕੀਤੀ ਹੋਈ ਹੈ, ਉਹਨੂੰ ਕ੍ਰੈਡਿਟ ਕਲੇਮ ਕਰੂਗਾ, ਅਤੇ ਅਪਰੋਕਸੀਮੇਟਲੀ ਜਿੰਨੇ ਉਹਨੇ ਫੀਸ ਪੇ ਕੀਤੀ ਸੀ 20% ਤੱਕ ਉਹਨੂੰ ਪੈਸੇ ਵਾਪਸ ਮਿਲ ਜਾਂਦੇ ਆ। ਰਾਈਟ।
ਨੈਕਸਟ ਕੁਐਸਚਨ ਇਜ਼ ਆਲਸੋ ਵੈਰੀ ਇੰਪੋਰਟੈਂਟ ਪੁਲਿਸ ਕਲੀਅਰੈਂਸ ਸਰਟੀਫਿਕੇਟ ਬਹੁਤ ਸਾਰੇ ਟਾਈਮ ਸਾਨੂੰ ਚਾਹੀਦਾ ਹੁੰਦਾ ਹੈ ਕਾਫੀ ਵਾਰ ਇੰਪਲੋਇਰਸ ਵੀ ਮੰਗ ਲੈਂਦੇ ਆ ਜਾਂ ਪੀਆਰ ਐਪਲੀਕੇਸ਼ਨ ਵਾਲੇ ਟਾਈਮ ਵੀ ਸਾਨੂੰ ਚਾਹੀਦਾ ਹੁੰਦਾ ਹੈ ਤੇ ਹਾਊ ਲੌਂਗ ਇਜ਼ ਇਟ ਵੈਲਿਡ ਓਕੇ ਇੰਪਲੋਇਰ ਨਹੀਂ ਮੰਗਦਾ ਜਦੋਂ ਪੀਆਰ ਦੀ ਐਪਲੀਕੇਸ਼ਨ ਲੱਗਣੀ ਹੈ ਤਾਂ ਪੀਸੀਸੀ ਚਾਹੀਦਾ ਹੁੰਦਾ ਹੈ ਇਟ ਇਜ਼ ਵੈਲਿਡ ਫॉर 6 ਮੰਥਸ ਫॉर ਇੰਡੀਆ ਔਰ ਅਗਰ ਤੁਸੀਂ ਆਪਣੀ ਹੋਮ ਕੰਟਰੀ ਤੋਂ ਇਲਾਵਾ ਜਿੱਥੇ ਵੀ 6 ਮਹੀਨੇ ਤੋਂ ਉੱਤੇ ਰਹੇ ਹੋ ਤੁਹਾਨੂੰ ਹਰ ਕੰਟਰੀ ਦਾ ਪੀਸੀਸੀ ਚਾਹੀਦਾ ਹੁੰਦਾ ਜੇ ਸਾਨੂੰ ਆਪਣਾ ਇੰਡੀਅਨ ਐਕਸਪੀਰੀਅੰਸ ਕਿਸੇ ਨੂੰ ਦਿਖਾਉਣਾ ਹੈ ਆਪਣੇ ਇੰਪਲੋਇਰ ਨੂੰ ਜਾਂ ਪੀਆਰ ਐਪਲੀਕੇਸ਼ਨ ਦੇ ਵਿੱਚ ਤੇ ਉਹ ਐਜ਼ ਅ ਪ੍ਰੂਫ ਸਾਨੂੰ ਪੇ ਸਟੱਬ ਲੱਗਦੇ ਆ ਓਕੇ ਅਗਰ ਇੰਡੀਅਨ ਐਕਸਪੀਰੀਅੰਸ ਤੁਸੀਂ ਡਿਕਲੇਅਰ ਕੀਤਾ ਹੋਇਆ ਐਕਸਪ੍ਰੈਸੈਂਟਰੀ ਪ੍ਰੋਫਾਈਲ ਤਾਂ ਐਕਸਪੀਰੀਅੰਸ ਲੈਟਰ ਇਜ਼ ਇਨਫ ਕਿਉਂਕਿ ਇੰਡੀਆ ਦਾ ਉਹਨਾਂ ਨੂੰ ਪਤਾ ਹੈ ਵੀ ਬਹੁਤ ਵੱਡੀ ਕੰਪਨੀਜ਼ ਉਹ ਪੇ ਸਟੱਬ ਦਿੰਦੀ ਹੈ ਛੋਟੇ ਮੋਟੀ ਕੰਪਨੀਜ਼ ਪੇ ਸਟੱਬ ਨਹੀਂ ਦਿੰਦੀ ਅਗਰ ਤੁਹਾਡੇ ਕੋਲ ਪੇ ਸਟੱਬਸ ਨਹੀਂ ਹੈ ਦੈਟ ਇਜ਼ ਨਾਟ ਨੈਸੈਸਰੀ ਆਫਰ ਲੈਟਰ ਐਕਸਪੀਰੀਅੰਸ ਲੈਟਰ ਇਜ਼ ਗੁੱਡ ਇਨਫ ਟੂ ਫਾਈਲ ਟੂ ਕਲੇਮ ਯੋਰ ਐਕਸਪੀਰੀਅੰਸ ਟੂ ਪ੍ਰੂਫ ਕਿ ਇੰਡੀਅਨ ਐਕਸਪੀਰੀਅੰਸ ਤੁਹਾਡੇ ਕੋਲ ਹੈਗਾ ਜੇ ਪੀਸੀਸੀ ਦੀ ਗੱਲ ਕਰ ਹੀ ਲਈਏ ਤੇ ਮੈਡੀਕਲ ਜਿਹੜਾ ਉਹ ਕਿੰਨੀ ਦੇਰ ਤੱਕ ਵੈਲਿਡ ਰਹਿੰਦਾ ਮੈਡੀਕਲ 1 ਸਾਲ ਦੇ ਵੈਲਿਡ ਹੁੰਦਾ ਰਾਈਟ ਜੇ ਤੁਹਾਡੇ ਕੋਲ ਬਰਥ ਸਰਟੀਫਿਕੇਟ ਨਹੀਂ ਹੈਗਾ ਤੇ ਉਸ ਦੇ ਇਲਾਵਾ ਤੁਸੀਂ ਕੁਝ ਹੋਰ ਸਬਮਿਟ ਕਰ ਸਕਦੇ ਹੋ ਬਰਥ ਸਰਟੀਫਿਕੇਟ ਨਹੀਂ ਹੈ ਤੇ ਤੁਹਾਨੂੰ ਐਫੀਡੇਵਿਟ ਦੇਣਾ ਹੁੰਦਾ ਹੈ ਕਿ ਵਾਈ ਯੂ ਡੋਂਟ ਹੈਵ ਦੀ ਬਰਥ ਸਰਟੀਫਿਕੇਟ ਬਟ ਤੁਹਾਡੀ ਬਰਥ ਡੇਟ ਹੈ ਉਹ ਤੁਹਾਡੇ ਬਹੁਤ ਸਾਰੇ ਹੋਰ ਡਿਫਰੈਂਟ ਡਾਕੂਮੈਂਟਸ ਤੇ ਮੈਂਸ਼ਨਡ ਹੁੰਦੀ ਹੈ ਲੇਕਿਨ देयर इज अ रिक्वायरमेंट ऑफ बर्थ सर्टिफिकेट एंड IRCC नोज बर्थ सर्टिफिकेट इज़ नॉट अवेलेबल बिफोर सर्टेन पीरियड और कई ਵਾਰ ਲੋਕਾਂ ਦਾ ਨਹੀਂ ਹੁੰਦਾ ਘਰ ਪੈਦਾ ਹੋਇਆ ਜਾਂ ਕਿਸੇ ਦਾ ਹੋਰ ਚੱਕਰ ਹੈ ਤਾਂ ਪੁਰਾਣੇ ਹੈਗੇ ਆ ਜਿਹਦਾ ਪੇਰੈਂਟਸ ਦੇ ਨਹੀਂ ਹੁੰਦੇ ਸੀ ਰਾਈਟ ਤਾਂ ਉਹ ਐਫੀਡੇਵਿਟ ਦੇ ਸਕਦੇ ਆ ਐਫੀਡੇਵਿਟ ਬੜੇ ਕੰਮ ਦਾ ਉਹ ਲੱਗ ਜਾਊਗਾ ਮੈਂ ਗਾਈਡ ਕਰ ਦੂੰਗਾ ਕਿ ਵੀ ਐਫੀਡੇਵਿਟ ਦੇ ਅੰਦਰ ਕੀ ਲਿਖਵਾਉਣਾ ਹੁੰਦਾ ਰਾਈਟ ਆਈ ਥਿੰਕ ਦ ਨੈਕਸਟ ਕੁਐਸਚਨ ਇਜ਼ ਨਾਟ ਟਾਕਡ ਅਬਾਊਟ ਇਨਫ ਪਰ ਇਹ ਸਾਰਿਆਂ ਦੀ ਅਵੇਅਰਨੈਸ ਲਈ ਵੈਰੀ ਇੰਪੋਰਟੈਂਟ ਹੈਗਾ ਤੇ ਜਿਹੜਾ ਡੈਪੂਟੇਸ਼ਨ ਪ੍ਰੋਸੈਸ ਹੈ ਉਹ ਕਿਸ ਤਰ੍ਹਾਂ ਹੁੰਦਾ ਓਕੇ ਡੈਪੋਟੇਸ਼ਨ ਸਭ ਨੂੰ ਲੱਗਦਾ ਹੈ ਵੀ ਬਹੁਤ ਹਊਆ ਹੈ ਔਰ ਇੱਕ ਮਿਥ ਬਣੀ ਹੋਈ ਹੈ ਕਿ ਇਹ ਕਰੋਗੇ ਤੇ ਡਿਪੋਰਟ ਹੋ ਜਾਓਗੇ ਇਹ ਕਰੋਗੇ ਤੇ ਡਿਪੋਰਟ ਹੋ ਜਾਓਗੇ ਇਹ ਕਰੋਗੇ ਤੁਹਾਨੂੰ ਚੱਕ ਕੇ ਡਿਪੋਰਟ ਕਰ ਦੇਣਾ ਠੀਕ ਹੈ ਇਦਾਂ ਨਹੀਂ ਹੁੰਦਾ ਡਿਪੋਰਟੇਸ਼ਨ ਲੰਬਾ ਪ੍ਰੋਸੈਸ ਹੈ ਇਟਸ ਨਾਟ ਈਜ਼ੀ ਪਹਿਲੇ ਡਿਪਾਰਚਰ ਆਰਡਰ ਮਿਲਦਾ ਫਿਰ ਐਕਸਕਲੂਜਨ ਆਰਡਰ ਮਿਲਦਾ ਫਿਰ ਡਿਪੋਰਟੇਸ਼ਨ ਹੁੰਦੀ ਹੈ ਇਹ 'ਚ ਟਾਈਮ ਲੱਗਦਾ ਪਲੱਸ ਤੁਹਾਡੇ ਕੋਲ ਰੈਮਡੀਜ਼ ਹੁੰਦੀ ਹੈ ਟੂ ਗੈਟ ਸਟੇ ਔਨ ਦੀਸ ਪਲੱਸ ਅਗਰ ਤੁਹਾਨੂੰ ਕਰਤਾ ਫਿਰ ਈਚ ਆਰਡਰ ਤੋਂ ਬਾਅਦ ਅਗਰ ਤੁਸੀਂ ਪਹਿਲੇ ਆਰਡਰ ਤੋਂ ਬਾਅਦ ਚਲੇ ਗਏ ਤਾਂ ਵਾਪਸ ਆ ਸਕਦੇ ਹੋ ਸੈਕੰਡ ਆਰਡਰ ਤੋਂ ਬਾਅਦ ਸਾਲ ਬਾਅਦ ਆ ਸਕਦੇ ਹੋ ਮਿਸ ਰਿਪਰੈਜ਼ੈਂਟੇਸ਼ਨ ਲੱਗੀ ਹੋਈ ਹੈ ਫਿਰ ਗਏ ਹੋ ਤਾਂ 5 ਸਾਲ ਤੱਕ ਨਹੀਂ ਆ ਸਕਦੇ ਔਰ ਡਿਪੋਰਟੇਸ਼ਨ ਕਰਤੀ ਤੇ ਲਾਈਫ ਲੌਂਗ ਬੈਨ ਹੈ ARC ਲਾ ਕੇ ਵਾਪਸ ਆ ਸਕਦੇ ਹੋ ਠੀਕ ਹੈ ਐਕਸਕਲੂਜਨ ਆਰਡਰ ਤੋਂ ਬਾਅਦ ਗਏ ਹੋ ਤੇ 1 ਸਾਲ ਬਾਅਦ ਆ ਸਕਦੇ ਹੋ ਅਗਰ ਆਣਾ ਹੈ ਤਾਂ ARC ਲੈ ਕੇ ਆਣਾ ਰਾਈਟ ਠੀਕ ਹੈ ਆਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ ਉਹ ਅਪਲਾਈ ਕਰਨੀ ਪੈਂਦੀ ਹੈ ਤਾਂ ਇਹ ਲੰਬਾ ਹੀ ਪ੍ਰੋਸੈਸ ਹੈ ਪਲੱਸ ਕੰਪਲਿਕੇਟਡ ਹੈ ਕੋਈ ਵੀ ਇੱਦਾਂ ਦੇ ਸਿਚੁਏਸ਼ਨ ਫਸਿਆ ਹੋਇਆ ਸਾਨੂੰ ਕੰਟੈਕਟ ਕਰ ਸਕਦਾ ਅਸੀਂ ਗਾਈਡ ਕਰ ਦਾਂਗੇ ਰਾਈਟ ਥੋੜ੍ਹਾ ਜਿਹਾ ਇਸ ਬਾਰੇ ਵੀ ਸਾਨੂੰ ਦੱਸੋ ਕਿ ਜਿਹੜੇ ਨਿਊ ਇਮੀਗ੍ਰੈਂਟਸ ਜਿਹੜੇ ਆਉਂਦੇ ਆ ਬਹੁਤ ਸਾਰੇ ਬੱਚੇ ਜਿਹੜੇ ਛੋਟੇ ਹੁੰਦੇ ਆ 12th ਤੋਂ ਬਾਅਦ ਆਉਂਦੇ ਆ ਕਿਸ ਤਰ੍ਹਾਂ ਦੇ ਸਕੈਮਸ ਉਹਨਾਂ ਨਾਲ ਓਕੇ ਬਹੁਤ ਸਾਰੇ ਕਾਮਨ ਸਕੈਮ ਹੁੰਦੇ ਆ ਜੌਬ ਤੋਂ ਰਿਲੇਟਡ ਸਕੈਮ ਹੁੰਦੇ ਤੁਹਾਡੀ ਜੌਬ ਲਵਾ ਦਾਂਗੇ ਠੀਕ ਹੈ ਇਦਾਂ ਦੇ ਸਕੈਮ ਹੁੰਦੇ ਆ ਤੁਸੀਂ ਇਹ ਕੰਮ ਕਰ ਲਓ ਕਮਿਸ਼ਨ ਬੇਸ ਤੁਹਾਨੂੰ ਬਾਅਦ 'ਚ ਪੈਸੇ ਮਿਲ ਜਾਣਗੇ ਔਰ ਇਦਾਂ ਦੇ ਸਕੈਮਸ ਹੁੰਦੇ ਜਿਹੜੇ ਪ੍ਰੋਨ ਹੁੰਦੇ ਆ ਫॉर ਇਮੀਗ੍ਰੈਂਟਸ ਉਹ ਟਾਰਗੇਟ ਕਰਦੇ ਇਮੀਗ੍ਰੈਂਟਸ ਨੂੰ ਕਿ ਅਸੀਂ ਹਾਇਰ ਕਰ ਰਹੇ ਹਾਂ ਤੁਸੀਂ ਵਰਕ ਫਰਮ ਹੋਮ ਕਰ ਲਓ ਠੀਕ ਹੈ ਇਦਾਂ ਦੇ ਉਹ 'ਚ ਬੱਚੇ ਫਸ ਜਾਂਦੇ ਆ ਫਿਰ ਤੁਹਾਨੂੰ ਚੈੱਕ ਭੇਜਦੇ ਆ ਤੁਸੀਂ ਚੈੱਕ ਡਿਪੋਜ਼ਿਟ ਕਰ ਲਓ ਤੇ ਸਾਨੂੰ ਪੈਸੇ ਭੇਜ ਦਿਓ ਤੇ ਚੈੱਕ ਡਿਪੋਜ਼ਿਟ ਹੋ ਜਾਂਦਾ ਹੈ ਹਫਤੇ ਬਾਅਦ ਬਾਉਂਸ ਹੋ ਜਾਂਦਾ ਹੈ ਔਰ ਤੁਹਾਡੇ ਤੋਂ ਪੈਸੇ ਲੈ ਲੈਂਦੇ ਟ੍ਰਾਂਸਫਰ ਥਰੂ ਬਹੁਤ ਸਾਰੇ ਦਾ ਸਕੈਮਸ ਹੈ ਜਦੋਂ ਤੁਸੀਂ ਨਵੇਂ ਆਉਂਦੇ ਹੋ ਇਸ ਕੰਟਰੀ ਦੇ ਅੰਦਰ ਆਪਣੇ ਆਪ ਨੂੰ ਬਚਾ ਕੇ ਰੱਖਣਾ ਕੋਈ ਇੱਦਾਂ ਦੀ ਤੁਹਾਨੂੰ ਲਿਊਕਰੇਟਿਵ ਚੀਜ਼ ਕੋਈ ਗੱਲ ਕਰਦਾ ਹੈ ਲੋਕਾਂ ਨਾਲ ਸ਼ੇਅਰ ਕਰੋ ਜਾਂ ਗੂਗਲ ਕਰਕੇ ਚੈੱਕ ਕਰ ਲਓ ਇਸ ਦਿਸ ਵੇ ਜਾਂ ਕੋਈ ਫੋਨ ਨੰਬਰ ਤਾਂ ਆਉਂਦਾ ਫੋਨ ਨੰਬਰ ਵੀ ਗੂਗਲ ਕਰਕੇ ਚੈੱਕ ਕਰ ਲਓ ਕਿ ਸਕੈਮ ਹੋਏਗਾ ਫੋਨ ਨੰਬਰ ਤੇ ਸਪੈਮ 'ਚ ਆ ਜਾਊਗਾ ਗੂਗਲ ਨੇ ਦੱਸ ਦੇਣਾ ਜਾਂ ਆਪਣੇ ਕਿਸੇ ਫਰੈਂਡ ਨੀਅਰ ਕੋਈ ਪੁਰਾਣੇ ਬੰਦੇ ਨਾਲ ਡਿਸਕਸ ਕਰੋ ਇੰਪਲੋਇਰ ਨਾਲ ਡਿਸਕਸ ਕਰੋ ਇੱਦਾਂ ਦਾ ਮੈਨੂੰ ਆਫਰ ਆਈ ਹੈ ਸ਼ੁੱਡ ਆਈ ਟੇਕ ਇਟ ਰਾਈਟ ਥੋੜ੍ਹਾ ਜਿਹਾ ਸਾਨੂੰ OINP ਦੀ ਡੈਡਲਾਈਨਸ ਬਾਰੇ ਦੱਸੋ ਓਕੇ OINP ਦੀ 2 ਤਰੀਕੇ ਦੀ ਡੈਡਲਾਈਨ ਹੁੰਦੀ ਹੈ ਇੱਕ ਹੁੰਦੀ ਹੈ ਜਦੋਂ ਤੁਸੀਂ ਐਕਸਪ੍ਰੈਸ਼ਨ ਵਿੱਚ ਇੰਟਰਸਟ ਪਾਉਂਦੇ ਹੋ ਔਰ ਇੱਕ ਹੁੰਦੀ ਹੈ ਜਦੋਂ ਤੁਹਾਨੂੰ ਇਨਵੀਟੇਸ਼ਨ ਆਉਂਦਾ ਇੱਕ ਦੀ ਇਨਵੀਟੇਸ਼ਨ ਦੀ ਇੱਕ ਦੀ ਡੈਡਲਾਈਨ ਹੈ 15 ਦਿਨ ਔਰ ਇੱਕ ਦੀ 45 ਦਿਨ ਹੈ ਰਾਈਟ ਆਈ ਐਮ ਵੈਰੀ ਸ਼ੋਰ ਕਿ ਤੁਹਾਡੇ ਕੋਲ ਬਹੁਤ ਤਰ੍ਹਾਂ ਦੇ ਕਲਾਇੰਟਸ ਆਉਂਦੇ ਹੋਣਗੇ ਹੈਜ਼ ਇਟ ਐਵਰ ਹੈਪਨਡ ਕਿ ਤੁਸੀਂ ਕਿਸੇ ਵੀ ਕਲਾਇੰਟ ਨੂੰ ਰਿਫਿਊਜ਼ ਕੀਤਾ ਹੋਏ ਟੂ ਟੇਕ ਹਿਜ਼ ਔਰ ਹਰ ਐਪਲੀਕੇਸ਼ਨ ਐਂਡ ਵਾਟ ਵੁੱਡ ਬੀ ਦ ਰੀਜ਼ਨ ਫॉर ਇਟ ਅਸੀਂ ਕਰਦੇ ਹਾਂ ਅਸੀਂ ਬਹੁਤ ਸੋਚ ਸਮਝ ਕੇ ਕੇਸਿਸ ਹੈਂਡਲ ਕਰਦੇ ਹਾਂ ਕਿਹੜੇ ਐਕਸੈਪਟ ਕਰਨੇ ਕਿਹੜੇ ਨਹੀਂ ਕਲਾਇੰਟ ਵੀ ਚੂਜ਼ ਫਰੋਮ them ਅਗਰ ਕਲਾਇੰਟ ਈਜ਼ੀ ਟੂ ਵਰਕ ਵਿਦ ਹੈ ਦੈਨ ਵੀ ਟੇਕ ਦ ਕੇਸਿਸ ਅਗਰ ਕਲਾਇੰਟ ਇਜ਼ ਨਾਟ ਈਜ਼ੀ ਟੂ ਵਰਕ ਵਿਦ ਕਲਾਇੰਟ ਰੂਡ ਹੈ ਕਲਾਇੰਟ ਇਜ਼ ਥਿੰਕਿੰਗ ਕਿ ਉਹ ਪੈਸੇ ਦੇ ਕੇ ਸਾਡੇ ਤੋਂ ਕੰਮ ਕਰਾ ਰਹੇ ਹੈ ਦੈਨ ਵੀ ਡੋਂਟ ਟੇਕ ਕੇਸਿਸ ਕਿਉਂਕਿ ਅਗਰ ਕਿਸੇ ਕਲਾਇੰਟ ਤੋਂ ਨਾਲ ਕੰਮ ਕਰਨਾ ਇਟਸ ਨਾਟ 1 ਡੇ ਜੌਬ ਇਟਸ ਨਾਟ 1 ਆਵਰ ਜੌਬ ਅਗਰ ਕਲਾਇੰਟ ਦੀ ਐਪਲੀਕੇਸ਼ਨ ਸਾਡੇ ਕੋਲ ਹੈਗੀ ਹੈ 6 ਮਹੀਨੇ ਸਾਲ 2 ਸਾਲ ਚੱਲਦੀ ਹੈ ਇਟਸ ਅ ਰਿਲੇਸ਼ਨਸ਼ਿਪ ਬਿਟਵੀਨ ਕਲਾਇੰਟ ਐਂਡ ਅਸ ਵੀ ਬੋਥ ਹੈਵ ਸੇਮ ਏਮ ਟੂ ਗੈਟ ਇਟ ਅਪਰੂਵਡ ਅਗਰ ਕਲਾਇੰਟ ਇਜ਼ ਨਾਟ ਟਰਸਟਿੰਗ ਅਸ ਔਰ ਕਲਾਇੰਟ ਇਜ਼ ਨਾਟ ਰਿਸਪੈਕਟਿੰਗ ਅਸ ਕਲਾਇੰਟ ਇਜ਼ ਨਾਟ ਰਿਸਪੈਕਟਿੰਗ ਆਵਰ ਟਾਈਮ ਦੈਨ ਸਾਨੂੰ ਵਾਈਬ ਆ ਗਈ ਵੀ ਯਾਰ ਬੰਦੇ ਨਾਲ ਕੰਮ ਕਰਨਾ ਇਜ਼ ਵੈਰੀ ਡਿਫਿਕਲਟ then we don't take those cases. It is not about money, it's about sada peace of mind because we have to work on multiple applications. Let's say we work 50 applications a day or 30 applications a day. Agar sada dimag stress free hoga ta we can give 100% on each application. Agar we are stressed, ek banda bhi office stress hunda sara office stressed hunda. If we are stressed, somebody has been rude to us, sadi baki files te effect ho sakda.
We don't want negativity in our office. We don't want negative vibes, negative people in our in our service, in our business. Right. We try our best to serve clients best and give our 100%, but ਜਿੱਥੇ ਸਾਨੂੰ feeling ਆਉਂਦੀ ਹੈ ਕਿ this client is not respectful, this client is not treating us nicely, or this client is very difficult to make him understand how things work, because ਸਾਡਾ ਕੰਮ ਹੈ, ਸਾਨੂੰ ਪਤਾ ਹੈ. ਕਈ ਵਾਰ ਸਾਡੇ ਕਲਾਇੰਟ ਸਾਨੂੰ ਇੱਕ ਬੰਦਾ ਸੀਗਾ ਹਲੇ ਤੇ ਰਿਟੇਨ ਹੀ ਨਹੀਂ ਹੋਇਆ ਤੇ ਕਹਿੰਦਾ ਤੁਹਾਡੀ ਫੀਸ ਬਹੁਤ ਜ਼ਿਆਦਾ. ਮੈਂ ਕਿਹਾ ਯੂ ਵਿਲ ਨਾਟ ਟੈਲ ਮੀ ਮਾਈ ਫੀਸ, ਰਾਈਟ. ਮਾਈ ਜੌਬ, ਆਈ ਨੋ ਮਾਈ ਕੈਲੀਬਰ, ਸਾਡੇ ਕੰਮ ਦੇ ਹਿਸਾਬ ਨਾਲ ਸਾਡੀ ਫੀਸ ਹੈ, ਸਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਸਾਡੀ ਫੀਸ ਹੈ, ਰਾਈਟ. ਯੂ ਕੈਨ ਨਾਟ ਐਕਸਪੈਕਟ ਮੀ ਟੂ ਡੂ ਦ ਸੇਮ ਵਰਕ ਜਿਹੜਾ ਕੋਈ ਬੰਦਾ ਫਾਰਮ ਭਰ ਰਿਹਾ ਹੈ, ਘਰ 'ਚ ਬੇਸਮੈਂਟ ਬਹਿ ਕੇ ਕੰਮ ਕਰਦਾ ਹੈ, ਹੀ ਇਜ਼ ਚਾਰਜਿੰਗ $100 or $50 for visitor visa. You cannot expect me to do a $50 $100 visitor visa. ਓਕੇ, ਸੋ ਇੱਦਾਂ ਦੀ ਐਕਸਪੈਕਟੇਸ਼ਨ ਜਦੋਂ ਹੁੰਦੀ ਹੈ ਅਸੀਂ ਰਾਈਟ ਮਨਾ ਕਰ ਦਿੰਦੇ ਹਾਂ, ਅਸੀਂ ਨਹੀਂ ਕਰਨਾ, ਠੀਕ. ਔਰ ਜਾਂ ਕੋਈ ਰੂਡ ਹੈ, ਠੀਕ ਹੈ, ਇਫ ਦੇ ਵਾਂਟ ਟੂ ਕਾਲ, ਜਦੋਂ ਕਾਲ ਕਰਤੀ ਵੀ ਹੁਣੇ ਹੀ ਮੈਂ ਕਾਲ ਕੀਤੀ, ਮੇਰੇ ਨਾਲ ਹੁਣੇ ਹੀ ਗੱਲ ਕਰੋ, and I'm busy with other clients. It is not possible. I have my schedule, I'm busy, and when you're calling, it is not practically possible to speak to you right away. So email कर लो, coordinate कर लो, then we can email करके पूछ लो, coordinate करके time बना लो, then we can guide. So this is very important for us, and we take this very seriously to choose our clients. ਇੱਕ ਹੋਰ ਕਾਫੀ ਡਾਊਟ ਰਹਿੰਦਾ ਹੈ ਕਿ ਜੇ ਸਾਡਾ ਜਿਹੜਾ ਸਟੇਟਸ ਹੈ ਉਹ ਰੈਸਟੋਰੇਸ਼ਨ 'ਤੇ ਹੈ, ਜੇ ਸਟੱਡੀ ਚਾਹੇ ਸਟੱਡੀ ਸੀ ਚਾਹੇ ਵਰਕ ਸੀਗਾ, ਅਤੇ ਤੁਸੀਂ ਉਸ ਰੈਸਟੋਰੇਸ਼ਨ ਪੀਰੀਅਡ 'ਚ ਜਾਂ ਜਦੋਂ ਤੁਹਾਡੀ ਫਾਈਲ ਨਹੀਂ ਲੱਗੀ ਹੋਈ ਤਦ ਤੱਕ ਤੁਸੀਂ ਵਰਕ ਜਾਂ ਸਟੱਡੀ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਨਹੀਂ ਕਰ ਸਕਦੇ. ਅਗਰ ਤੁਹਾਡਾ ਸਟੇਟਸ ਮੇਨਟੇਨਡ ਹੈ, ਤੁਸੀਂ ਹਾਲੇ ਸਟੇਟਸ 'ਤੇ ਹੋ ਔਰ ਤੁਹਾਡੀ ਐਕਸਟੈਂਸ਼ਨ ਲੱਗੀ ਹੈ, ਈਦਰ ਸਟੱਡੀ ਪਰਮਿਟ ਐਕਸਟੈਂਸ਼ਨ ਔਰ ਵਰਕ ਪਰਮਿਟ ਐਕਸਟੈਂਸ਼ਨ, ਤਾਂ ਤੁਸੀਂ ਸਟੱਡੀ ਵੀ ਕਰ ਸਕਦੇ ਹੋ, ਵਰਕ ਵੀ ਕਰ ਸਕਦੇ ਹੋ. ਅਗਰ ਤੁਸੀਂ ਆਊਟ ਆਫ ਸਟੇਟਸ ਹੋ ਗਿਆ, ਰੈਸਟੋਰੇਸ਼ਨ ਦੀ ਫਾਈਲ ਲਾਈ ਹੋਈ ਹੈ ਵਿਦ ਐਕਸਟੈਂਸ਼ਨਸ, ਤਾਂ ਤੁਸੀਂ ਨਾ ਸਟੱਡੀ ਕਰ ਸਕਦੇ ਹੋ ਨਾ ਵਰਕ ਕਰ ਸਕਦੇ ਹੋ. ਯੂ ਹੈਵ ਟੂ ਵੇਟ ਟਿਲ ਯੂ ਗੈਟ ਅਪਰੂਵਲ. ਰਾਈਟ. ਆਪਾਂ ਕਾਫੀ ਜ਼ਿਆਦਾ ਰਿਫਿਊਜੀ ਦੀ ਗੱਲ ਕਰ ਲਈ ਹੈ. ਸਾਨੂੰ ਥੋੜ੍ਹਾ ਜਿਹਾ ਰਿਫਿਊਜੀ ਦਾ ਜਿਹੜਾ ਪ੍ਰੋਸੈਸ ਹੈ, ਰਿਫਿਊਜੀ ਐਪਲੀਕੇਸ਼ਨ ਦੀ ਪ੍ਰੋਸੈਸ ਹੈਗੀ ਹੈ, ਉਹ ਥੋੜ੍ਹੀ ਜਿਹੀ ਸਾਨੂੰ ਸ਼ਾਰਟ 'ਚ ਐਕਸਪਲੇਨ ਕਰ ਦਿਓ. ਓਕੇ, ਰਿਫਿਊਜੀ ਤੁਸੀਂ ਇੱਦਾਂ ਸਮਝੋ, ਰਿਫਿਊਜੀ ਬਹੁਤ ਲੋਕੀ ਜਿਹੜੇ ਲਾਇਸੈਂਸਡ ਰਿਫਿਊਜੀ ਬੋਰਡ ਜਾਣਾ ਹੈ, ਇਟਸ ਅ ਕੋਰਟ ਟ੍ਰਿਬਿਊਨਲ ਹੈ, ਤੁਸੀਂ ਉੱਥੇ ਜਾਣਾ, ਯੂ ਨੀਡ ਲਾਇਸੈਂਸ, ਇਟਸ IRB ਲਾਇਸੈਂਸ. ਮੇਰੇ ਕੋਲ ਲਾਇਸੈਂਸ ਹੈ, ਮੇਰੀ ਟੀਮ 'ਚ ਪੈਰਾਲੀਗਲ ਹੈ 2, ਸਾਡੇ ਕੋਲ ਲਾਇਰਸ ਹੈ 2, ਅਸੀਂ ਰਿਪਰੈਜ਼ੈਂਟ ਕਰ ਸਕਦੇ ਹਾਂ ਇਨ IRB ਬੋਰਡ, ਠੀਕ ਹੈ. ਮੈਜੋਰਿਟੀ ਇਮੀਗ੍ਰੇਸ਼ਨ ਕੰਸਲਟੈਂਟਸ ਕੋਲ IRB ਦਾ ਲਾਇਸੈਂਸ ਨਹੀਂ ਹੈ. ਜਿਨ੍ਹਾਂ ਕੋਲ ਵੀ IRB ਦਾ ਲਾਇਸੈਂਸ ਹੈ, ਦੇ ਕੈਨ ਓਨਲੀ ਪ੍ਰੈਕਟਿਸ. ਵੈਨਐਵਰ ਯੂ ਹਾਇਰਿੰਗ ਸਮਬਡੀ ਫॉर ਰਿਫਿਊਜੀ, you have to see ਉਹਨਾਂ ਕੋਲ ਲਾਇਸੈਂਸ ਹੈ ਕਿ ਨਹੀਂ ਹੈ, you have to see ਉਹਨਾਂ ਕੋਲ ਐਕਸਪੀਰੀਅੰਸ ਹੈ ਕਿ ਨਹੀਂ ਹੈ, ਐਂਡ ਗੱਲ ਕਰੋ, ਮਿਲ ਕੇ ਆਓ. ਦੈਨ ਇਫ ਦੇ ਆਰ ਦ ਬੈਸਟ ਪਰਸਨ ਟੂ, ਪਹਿਲਾਂ ਤੁਹਾਡੀ ਜੌਬ ਹੈ ਟੂ ਫਾਈਂਡ ਦ ਬੈਸਟ ਪਰਸਨ ਫॉर ਯੂ. ਇਫ ਯੂ ਹੈਵ ਫਾਊਂਡ ਦ ਪਰਸਨ ਹੂ ਕੈਨ ਰਿਪਰੈਜ਼ੈਂਟ ਯੂ ਐਂਡ ਗਿਵ 100%, ਦੈਨ ਯੂ ਹਾਇਰ ਹਿਮ ਐਂਡ ਉੱਤੇ ਛੱਡ ਦਿਓ ਸਾਰਾ ਕੁਝ ਕਿ ਉਹਨੇ ਹੀ ਵਿਲ ਹੈਂਡਲ ਐਵਰੀਥਿੰਗ ਫॉर ਯੂ, ਠੀਕ ਹੈ. ਫਿਰ ਹੁਣ ਰਿਫਿਊਜੀ ਨੂੰ ਸਮਝਦੇ ਹਾਂ. ਰਿਫਿਊਜੀ ਪਹਿਲਾਂ RPD ਦਾ ਇੱਕ ਕੇਸ ਲੱਗਦਾ ਹੈ, RPD ਰਿਜੈਕਟ ਹੋ ਜਾਂਦਾ ਤੁਹਾਡਾ ਕੇਸ, ਫਿਰ ਅਪੀਲ ਲੱਗਦੀ ਹੈ, ਅਪੀਲ ਰਿਜੈਕਟ ਹੋ ਜਾਂਦਾ ਤਾਂ ਜੁਡੀਸ਼ੀਅਲ ਰਿਵਿਊ ਲੱਗਦੀ ਹੈ, ਜੁਡੀਸ਼ੀਅਲ ਰਿਵਿਊ ਰਿਜੈਕਟ ਹੋ ਜਾਂਦਾ ਤਾਂ HNC ਲਾਸਟ ਆਪਸ਼ਨ ਹੁੰਦਾ, ਤੁਸੀਂ ਉਹ ਲਾ ਸਕਦੇ ਹੋ. ਜੁਡੀਸ਼ੀਅਲ ਰਿਵਿਊ ਤੱਕ ਤੁਹਾਨੂੰ ਵਰਕ ਪਰਮਿਟ ਮਿਲਦਾ. ਅਗਰ ਜਿਸ ਡੇਟ ਨੂੰ ਜੁਡੀਸ਼ੀਅਲ ਰਿਵਿਊ ਰਿਜੈਕਟ ਹੋ ਗਿਆ, ਉਸ ਡੇਟ ਤੱਕ ਤੁਹਾਡਾ ਵਰਕ ਪਰਮਿਟ ਵੈਲਿਡ, ਤੁਸੀਂ ਕੰਮ ਕਰ ਸਕਦੇ ਹੋ. ਉਸ ਤੋਂ ਬਾਅਦ CBSE ਪਿੱਛੇ ਲੱਗ ਜਾਊਗਾ ਵੀ ਕਦੋਂ ਜਾਣਾ ਵਾਪਸ, ਤੁਹਾਡਾ ਪੂਰਾ ਪ੍ਰੋਸੈਸ ਕੰਪਲੀਟ ਹੋ ਗਿਆ, ਠੀਕ ਹੈ. ਬਹੁਤ ਦੁਨੀਆ ਇਹ ਮਿਥ ਬਣਾ ਕੇ ਬੈਠੀ ਹੈ ਰਿਫਿਊਜੀ ਮੌਂਟਰੀਅਲ ਲੱਗਦਾ, ਮੌਂਟਰੀਅਲ ਇਜ਼ ਅਪਰੂਵਲ ਰੇਟ ਜ਼ਿਆਦਾ, ਉਹ ਮਿਥ ਹੈ ਸਿਰਫ. ਰਿਫਿਊਜੀ ਅਗਰ ਤੁਹਾਡਾ ਕੇਸ ਜੈਨੂਅਨ ਹੈ, ਤੁਹਾਡੇ ਕੋਲ ਤੁਸੀਂ ਬੋਲ ਸਕਦੇ ਹੋ, ਤੁਸੀਂ ਵਧੀਆ ਲੋਕਾਂ ਨੂੰ ਗਾਈਡ, ਜੱਜ ਦੇ ਸਾਹਮਣੇ ਆਪਣਾ ਜਵਾਬ ਦੇ ਸਕਦੇ ਹੋ, ਆਪਣੀ ਗੱਲ ਰੱਖ ਸਕਦੇ ਹੋ, ਤਾਂ ਰਿਫਿਊਜੀ ਇਜ਼ ਫॉर ਯੂ. ਤੁਹਾਡਾ ਕੇਸ ਨਿਕਲ ਸਕਦਾ ਜਿੱਥੋਂ ਮਰਜ਼ੀ ਲਾ ਦਿਓ, ਚਾਹੇ ਮੌਂਟਰੀਅਲ ਲਾ ਦਿਓ ਚਾਹੇ ਇੱਥੇ ਲਾ ਦਿਓ, ਤਾਂ ਨਿਕਲ ਸਕਦਾ ਔਰ ਜੈਨੂਅਨ ਕੇਸ ਹੈ, ਤੁਹਾਡੇ ਕੋਲ ਸਾਰੇ ਆਨਸਰ ਹੈਗੇ ਆ, ਠੀਕ ਹੈ. ਰਿਫਿਊਜੀ ਬਹੁਤ ਸਾਰੀ ਦੁਨੀਆ 1500 2000 'ਚ ਪਾ ਦਿੰਦੀ ਹੈ, ਐਂਡ ਮੈਂ ਬਾਰ ਕਹਿੰਦਾ ਵੀ ਸਸਤੇ ਕੰਮ ਦੇ ਚੱਕਰ 'ਚ ਆਪਣਾ ਪੰਗਾ ਨਾ ਕਰਾ ਲਿਓ, ਕਿਉਂਕਿ ਦੁਨੀਆ ਤੁਹਾਨੂੰ ਇਹ ਕਹੂਗੀ ਵੀ ਪੜ੍ਹਾਈ ਨਹੀਂ ਹੁੰਦੀ, ਰਿਫਿਊਜੀ ਲਾ ਦੇ, ਜਿਹੜੇ ਅਨਆਥੋਰਾਈਜ਼ਡ ਹੈ, ਠੀਕ ਹੈ. ਉਹਨਾਂ ਨੇ ਤੁਹਾਨੂੰ ਪੁਸ਼ ਕਰਨਾ ਹੈ ਕਿਉਂਕਿ ਉਹਨਾਂ ਨੂੰ ਪੈਸੇ ਮਿਲ ਰਹੇ ਆ. ਮੈਂ ਰਿਫਿਊਜੀ ਸਭ ਤੋਂ ਜ਼ਿਆਦਾ ਕਰਦਾ, ਮਨਾ ਵੀ ਕਰਦਾ ਵੀ ਨਾ ਕਰੋ. 2-2 3-3 ਹਜ਼ਾਰ 1500 ਲੈ ਕੇ ਲੋਕਾਂ ਦੇ ਜ਼ਬਰਦਸਤੀ ਰਿਫਿਊਜੀ ਲਵਾ ਦਿੰਦੇ ਆ, ਠੀਕ ਹੈ. ਪੜ੍ਹਾਈ ਨਹੀਂ ਹੋ ਰਹੀ, ਰਿਫਿਊਜੀ ਲਾ ਦੇ. LMI ਲਈ ਪੈਸੇ ਨਹੀਂ ਹੈਗੇ, ਰਿਫਿਊਜੀ ਲਾ ਦੇ, ਹੋ ਜਾਣਾ. ਰਿਫਿਊਜੀ 4-4 6-6 ਲੱਖ ਕੇਸ ਲੱਗਦੇ ਸਾਲ ਦੇ, 4-4 ਲੱਖ ਕੇਸ, ਉਹਨਾਂ 'ਚੋਂ 75,000 ਨੂੰ ਰਿਫਿਊਜੀ ਦੇਣੀ ਹੈ, 76,000 ਨੇ ਦੇਣੀ ਹੈ 2024, 2025, 26, 72,000 ਨੂੰ ਦੇਣੀ ਹੈ, ਸਭ ਨੂੰ ਤਾਂ ਦੇਣੀ ਨਹੀਂ. ਤੇ ਲਾਣਾ ਰਿਫਿਊਜੀ ਇਜ਼ ਨਾਟ ਰਿਫਿਊਜੀ ਮਿਲ ਗਿਆ, ਠੀਕ ਹੈ. ਤੇ ਰਿਫਿਊਜੀ 2 ਸਟੈਪਸ ਡਿਵਾਈਡਡ ਹੈ. ਮੈਂ ਤੁਹਾਨੂੰ ਈਜ਼ੀ ਲੈਂਗੁਏਜ ਦੱਸਦਾ ਵੀ ਤੁਸੀਂ ਇੰਡੀਆ ਪੁਲਿਸ ਥਾਣੇ ਗਏ, ਉਹਦੇ ਕੰਪਲੇਂਟ ਕਰਤੀ, ਕਾਗਜ਼ੀ ਕਾਰਵਾਈ ਹੋ ਗਈ, ਉਸ ਤੋਂ ਬਾਅਦ ਉਹ ਕੇਸ ਜਾਣਾ ਕੋਰਟ ਦੇ ਅੰਦਰ. ਕੋਰਟ 'ਚ ਕਿੰਨੇ ਰਿਪਰੈਜ਼ੈਂਟ ਕਰਨਾ, ਵਕੀਲ ਕਰੋਗੇ? ਕੋਰਟ ਦਾ ਪੂਰਾ ਵਕਾਲਤ ਵਾਲਾ ਕੰਮ ਹੈ, ਕਾਗਜ਼ ਪੱਤਰ ਦਲੀਲਾਂ ਸਾਰਾ ਕੁਛ ਲੱਗਣਾ, ਠੀਕ ਹੈ. ਜਿਹੜਾ ਪਹਿਲਾ ਕੰਮ ਹੁੰਦਾ ਫਾਰਮ ਭਰਤੇ, ਸਟੋਰੀ ਲਿਖਤੀ, ਉਹ ਜਮ੍ਹਾਂ ਕਰਤਾ, ਉਹ ਤੁਹਾਡਾ 2-2.5 ਹਜ਼ਾਰ 1500 'ਚ ਕਿਹਨੇ ਕੰਮ ਕਰ ਦੇਣਾ,
ਫਿਰ ਬਾਅਦ ਜਦੋਂ ਕੋਰਟ ਜਾਣਾ ਫਿਰ ਕਿਹਨੂੰ ਫੜੋਗੇ? ਤੇ ਜਦੋਂ ਬਾਅਦ 'ਚ ਕਿਸੇ ਨੂੰ ਫੜੋਗੇ ਉਹਨੇ 5-10 ਹਜ਼ਾਰ ਲੈਣਾ, ਤੁਸੀਂ ਉਸ ਬੰਦੇ ਨੂੰ ਪਹਿਲੇ ਹੀ ਫੜਦੇ ਤੇ ਉਹਨੇ ਪਹਿਲਾਂ ਹੀ ਕੰਮ ਪੱਕਾ ਕਰਨਾ ਸੀ ਤੁਹਾਡਾ, ਜਿਹੜਾ ਉਹਦੇ ਬਾਅਦ 'ਚ ਕੋਰਟ 'ਚ ਕੰਮ ਆਉਣਾ। ਪਹਿਲੇ ਅਗਰ ਵੀਕ ਫਾਈਲ ਆਈ ਹੋਈ ਹੈ, ਬਾਅਦ 'ਚ ਕੋਰਟ 'ਚ ਬੰਦਾ ਕੀ ਕਰ ਲੂਗਾ ਤੁਹਾਡਾ? ਰਾਈਟ। ਠੀਕ ਹੈ, ਤੇ ਤੁਹਾਨੂੰ ਬੰਦਾ ਇਹ ਫੜਨਾ ਹੈ, ਜਿਹੜਾ ਬੰਦਾ ਤੁਹਾਨੂੰ ਪਹਿਲੇ ਵੀ ਰਿਪਰੈਜ਼ੈਂਟ ਕਰੇ, ਜਿਹੜਾ ਤੁਹਾਡੇ ਫਾਰਮ BOC ਸਬਮਿਟ ਹੋਣੀ ਹੈ, CBSE ਨੂੰ ਰਿਪਰੈਜ਼ੈਂਟੇਸ਼ਨ ਜਾਣੀ ਹੈ, 3 ਬੋਡੀਜ਼ ਇਹ 'ਚ ਇਨਵੋਲਵ ਹੁੰਦੀ ਹੈ, IRCC ਇਨਵੋਲਵਡ ਹੈ, CBSE ਇਨਵੋਲਵਡ ਹੈ ਤੇ IRB ਇਨਵੋਲਵਡ ਹੈ। ਤੇ ਜਿਹੜੇ ਬੰਦੇ ਨੂੰ ਐਕਸਪੀਰੀਅੰਸ ਹੈ ਉਹਨੂੰ ਹਾਇਰ ਕਰਕੇ ਉਹਨੇ ਤੁਹਾਡਾ ਸਾਰਾ ਕੰਮ ਕਰ ਦੇਣਾ, ਪਹਿਲਾ ਵੀ ਤੇ ਬਾਅਦ ਵਾਲਾ ਵੀ। ਔਰ ਬਾਅਦ ਵਾਲੇ ਕੰਮ ਪਹਿਲੇ ਤੇ ਡਿਪੈਂਡ ਕਰਦਾ, ਪਹਿਲਾ ਵਾਲਾ ਕੰਮ ਸਸਤਾ ਕਰਾ ਲੋਗੇ, ਬਾਅਦ ਵਾਲੇ ਨੂੰ ਬਹੁਤ ਪ੍ਰੋਬਲਮ ਹੋਣੀ ਹੈ, ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਕੇਸ ਅਪਰੂਵ ਹੋਣਾ। ਰਾਈਟ। ਨੈਕਸਟ ਕੁਐਸਚਨ ਥੋੜ੍ਹਾ ਜਿਹਾ ਟ੍ਰਿਕੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਯੰਗ ਕਪਲਸ ਹੈਗੇ ਜਾਂ ਯੰਗ ਬੱਚੇ ਜਿਹੜੇ ਆਉਂਦੇ ਆ ਇੱਥੇ, ਉਹ ਜਦੋਂ ਆਪਣੇ ਵਰਕ ਪਰਮਿਟ 'ਤੇ ਹੁੰਦੇ ਆ, ਈਵਨ ਸਟੱਡੀ ਪਰਮਿਟ 'ਤੇ ਹੁੰਦੇ ਆ, ਤੇ ਉਹ ਫੈਮਿਲੀ ਪਲੈਨਿੰਗ ਕਰਨ ਲੱਗ ਜਾਂਦੇ ਆ, ਈਵਨ ਦੋ ਦੇ ਪਲਾਨ ਲਾਈਕ ਚਿਲਡਰਨ। ਤੁਹਾਡੀ ਕੀ ਐਡਵਾਈਸ ਜਾਂ ਓਪੀਨੀਅਨ ਰਹੇਗਾ ਉਹ ਯੰਗਸਟਰਸ ਲਈ? ਮੇਰੀ ਨਜ਼ਰ 'ਚ ਇਹ ਬਲੰਡਰ ਹੈ। ਠੀਕ ਹੈ, ਅਗਰ ਤੁਸੀਂ ਵਰਕ ਪਰਮਿਟ 'ਤੇ ਹੈਗੇ ਹੋ, ਔਰ ਮੈਜੋਰਿਟੀ ਆਫ ਦੀਸ ਕੇਸਿਸ ਵੈਨ ਜਿਹੜੀ ਕੁੜੀ ਹੈ ਉਹੀ ਗ੍ਰੈਜੂਏਸ਼ਨ ਸੀਗੀ, ਉਹੀ 12th ਤੋਂ ਬਾਅਦ ਆਈ ਹੈ, ਉਹੀ ਆਇਲਸ ਦੇ ਸਕਦੀ ਹੈ, ਉਹੀ ਪ੍ਰਾਇਮਰੀ ਐਪਲੀਕੈਂਟ ਹੈ, ਉਹੀ PGWP 'ਤੇ ਬੈਠੀ ਹੈ। ਲੇਕਿਨ ਜਿਹੜਾ ਮੁੰਡਾ ਹੈ ਉਹ ਡਿਪੈਂਡੈਂਟ ਆਇਆ, ਨਾ ਆਇਲਸ ਦੇ ਸਕਦਾ, ਨਾ ਗ੍ਰੈਜੂਏਸ਼ਨ, ਨਾ ਕੁਛ, ਉਹ 'ਤੇ ਡਿਪੈਂਡ ਬੈਠਾ। ਤੇ PGWP ਹਲੇ ਪੜ੍ਹਾਈ ਹੋ ਗਈ, PGWP ਆ ਗਿਆ, PGWP ਆਉਣ ਤੋਂ ਬਾਅਦ ਉਹਨੇ ਕੁੜੀ ਨੇ ਵਰਕ ਐਕਸਪੀਰੀਅੰਸ ਗੇਨ ਕਰਨਾ ਸੀ PR ਲਈ, ਤੇ ਤੁਸੀਂ ਬੱਚੇ ਪੈਦਾ ਕਰ ਲਏ, ਬੱਚਾ ਪੈਦਾ ਹੋ ਗਿਆ, ਕੁੜੀ ਕੰਮ ਤੇ ਨਹੀਂ ਜਾ ਸਕਦੀ, ਕੈਨੇਡੀਅਨ ਐਕਸਪੀਰੀਅੰਸ ਨਹੀਂ ਮਿਲਣਾ। ਫਿਰ ਐਂਡ ਤੇ ਜਾ ਕੇ ਤੁਸੀਂ ਜਾਂ ਤੇ LMI ਦੇ ਚੱਕਰ 'ਚ ਪੈਣਾ, ਜਾਂ PNP ਦੇ ਚੱਕਰ 'ਚ ਪੈਣਾ, ਜਾਂ ਤੁਸੀਂ ਇੱਥੇ ਧੱਕੇ ਖਾਣੇ PR ਕਿੱਦਾਂ ਹੋਣੀ ਹੈ। PR ਦਾ ਟਾਈਮ ਹੈ, ਪਹਿਲੇ PR ਲੈ ਲਓ, ਫਿਰ ਉਸ ਤੋਂ ਬਾਅਦ ਕਰੀਅਰ ਬਣਾ ਲੈਣਾ, ਬੱਚੇ ਬਣਾ ਲੈਣਾ, ਪਹਿਲੇ PR ਲੈ ਲਓ। ਬਹੁਤ ਬੱਚੇ ਲੋਕ ਇੱਥੇ ਪਰੇਸ਼ਾਨ ਹੁੰਦੇ, ਛੋਟੀ ਛੋਟੀ ਉਮਰ 'ਚ ਕਰ ਲਏ ਬੱਚੇ, ਪੈਦਾ ਕਰ ਲਏ, ਨਾ ਮਾਂ ਪਿਓ ਇੱਥੇ ਹੈਗੇ ਆ, ਉਹਨਾਂ ਤੋਂ ਬੱਚੇ ਸਾਂਭੇ ਨਹੀਂ ਜਾਂਦੇ, ਤੇ PR ਦਾ ਵੜ ਗਈ PR। ਫਿਰ ਕੀ ਕਰੋਗੇ? PR ਦਾ ਐਕਸਪੀਰੀਅੰਸ ਹੈ ਨਹੀਂ, ਕੰਮ ਕਰੋਗੇ, ਐਕਸਪੀਰੀਅੰਸ ਗੇਨ ਕਰੋਗੇ ਤਾਂ PR ਹੋਣੀ ਹੈ, ਉਹ ਹੋਣੀ ਨੇ PR ਕਿੱਦਾਂ ਹੋਣੀ? ਸੋ ਦ ਨੈਕਸਟ ਕੁਐਸਚਨ ਇਜ਼ ਕਿ ਜਿਹੜੀ ਕੰਟਰੈਕਟ ਮੈਰਿਜ ਹੈ ਉਹਦੇ ਬਾਰੇ ਤੁਹਾਡਾ ਕੀ ਓਪੀਨੀਅਨ ਹੈ, ਤੇ ਉਸ ਵਾਟ ਆਰ ਦ ਪ੍ਰੋਬਲਮਸ ਦੈਟ ਕਮ ਵਿਦ ਕੰਟਰੈਕਟ ਮੈਰਿਜਸ? ਓਕੇ, ਕੰਟਰੈਕਟ ਮੈਰਿਜਸ ਅੱਜ ਦੀ ਨਹੀਂ, ਇਹ ਤਾਂ ਪਿਛਲੇ 5-7 ਸਾਲ 'ਚ ਬਹੁਤ ਹੋਈ ਹੈ। ਜਦੋਂ ਸਪਾਊਸਲ ਓਪਨ ਵਰਕ ਪਰਮਿਟ ਨੇ ਖੋਲ੍ਹਤਾ ਸੀ ਕਿ ਸਪਾਊਸ ਇੱਥੇ ਆ ਜਾਏ, ਪੜ੍ਹਾਈ ਕਰ ਰਹੀ ਹੈ, ਤੇ ਆਪਣਾ ਸਪਾਊਸ ਵੀ ਲਿਆ ਕੇ, ਦੂਜਾ ਆਪਣਾ ਜੋ ਸਪਾਊਸ ਹੈ ਪਾਰਟਨਰ ਉਹਨੂੰ ਲੈ ਕੇ ਇੱਥੇ ਆ ਸਕਦੀ ਹੈ ਵਰਕ ਪਰਮਿਟ 'ਤੇ। ਅਤੇ ਇੰਨੀ ਕੰਟਰੈਕਟ ਮੈਰਿਜਸ ਹੋਈ ਹੈ, ਰਿਵਰਸ ਡਾਊਰੀ ਹੋਈ ਸੀ ਪੰਜਾਬ 'ਚ, ਕਿ ਲੋਕਾਂ ਨੇ ਆਪਣੀ ਕੁੜੀਆਂ ਵੇਚੀਆਂ ਲਿਟਰਲੀ, ਔਰ ਜਿਹੜੇ ਮੁੰਡੇ ਵਾਲੇ ਉਹਨਾਂ ਨੇ ਬਾਏ ਕੀਤੀਆਂ ਕਿ ਤੁਹਾਡੀ ਕੁੜੀ ਨੂੰ ਭੇਜ ਦਿੰਦੇ ਆ ਅਸੀਂ, ਸਾਡੇ ਪੈਸੇ ਸਾਰੇ ਪੈਸੇ ਅਸੀਂ ਲਾਣੇ ਆ, ਇਹਨਾਂ ਨੇ ਉੱਥੇ ਜਾ ਕੇ ਸਾਡੇ ਮੁੰਡੇ ਨੂੰ ਸੱਦਣਾ। ਔਰ ਉੱਥੇ ਜਾ ਕੇ ਇੰਨੀ ਪ੍ਰੋਬਲਮਸ ਹੁਣ ਫੇਸ ਕਰ ਰਹੇ ਆ ਬੱਚੇ, ਕਿ ਕੁੜੀ ਨੂੰ ਪਰੇਸ਼ਾਨ ਕਰ ਰਹੇ ਆ, ਮੁੰਡੇ ਨੂੰ ਪਰੇਸ਼ਾਨ ਕਰ ਰਹੇ ਆ, ਜੇ ਮੁੰਡਾ ਇੱਥੇ ਆ ਕੇ ਕੁੜੀਆਂ ਮੁੱਕਰ ਗਈ, ਇਹ ਸਾਰਾ ਡਰਾਮਾ ਚੱਲ ਰਿਹਾ ਹੈ। ਤੇ ਨਾ ਉਹਦੀ PR ਹੋ ਰਹੀ ਹੈ, ਨਾ ਉਹਦੀ PR ਹੋ ਰਹੀ ਹੈ, ਉਹ ਉਹਦੇ ਘਰਦਿਆਂ ਦੇ ਕੇਸ ਕਰ ਰਿਹਾ, ਉਹਦੇ ਘਰਦਿਆਂ ਦੇ ਕੇਸ ਕਰ ਰਿਹਾ, ਇਹੀ ਕੁਝ ਚੱਲ ਰਿਹਾ। 21-22, 22-25 ਸਾਲ ਦੇ ਲੋਕ ਇਹ ਫੇਸ ਕਰ ਰਹੇ ਆ, ਤੇ ਇਹ ਸਾਰਾ ਕੁਝ ਦੇਖ ਰਹੇ ਆ। ਤੇ ਆਈ ਹਾਈਲੀ ਸੇ ਕਿ ਇਹ ਤੁਸੀਂ ਪੁੱਠੇ ਸਿੱਧੇ ਕੰਮ ਨਾ ਕਰੋ ਆਪਣੇ ਬੱਚਿਆਂ ਲਈ। ਇਹ ਮਾਂ ਪਿਓ ਨੇ ਕੰਮ ਕੀਤੇ ਹੋਏ, ਆਪਣੇ ਬੱਚਿਆਂ ਨੂੰ ਦੁਖੀ ਕੀਤਾ ਹੋਇਆ, ਪਰੇਸ਼ਾਨ ਕਰ ਰਹੇ ਆ, ਜਿਹੜੇ ਆਪਣੇ ਲਾਲਚ ਨੂੰ ਵੀ ਬੱਚਿਆਂ ਨੂੰ ਭੇਜ ਦਈਏ। ਛੋਟੀ 19-19 ਸਾਲ ਦੀ ਕੁੜੀਆਂ ਦੇ ਵਿਆਹ ਕੀਤੇ, 18 ਸਾਲ ਦੇ, ਤੇ ਨਹੀਂ ਕਰਨੇ। ਨਾ ਭੇਜਣ ਲਈ ਕਰੋ ਵਿਆਹ ਪੁੱਠੇ ਕੰਟਰੈਕਟ ਮੈਰਿਜਸ, ਨਾ ਇੱਥੇ ਆ ਕੇ ਕੰਟਰੈਕਟ ਮੈਰਿਜਸ ਕਰੋ। ਇੱਥੇ ਅਗਰ ਤੁਸੀਂ ਕਿਸੇ ਨਾਲ ਕੰਟਰੈਕਟ ਮੈਰਿਜ ਕਰ ਰਹੇ ਹੋ ਫॉर PR, ਉਹ ਜਿੰਨੇ ਤੁਹਾਨੂੰ ਸਪਾਂਸਰ ਕੀਤਾ ਉਹ 3 ਸਾਲ ਤੱਕ ਕਿਸੇ ਹੋਰ ਨੂੰ ਸਪਾਂਸਰ ਨਹੀਂ ਕਰ ਸਕਦਾ, ਤੇ ਤੁਸੀਂ 5 ਸਾਲ ਤੱਕ ਕਿਸੇ ਹੋਰ ਨੂੰ ਸਪਾਂਸਰ ਨਹੀਂ ਕਰ ਸਕਦੇ ਆਫਟਰ ਗੈਟਿੰਗ PR ਇਹਦੇ ਕਿਸੇ ਦੇ ਥਰੂ। ਇਹ ਤੁਹਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਪਲੱਸ ਇੱਥੇ ਸਕੈਮ ਵੀ ਬਹੁਤ ਹੋ ਰਿਹਾ ਕੰਟਰੈਕਟ ਮੈਰਿਜ ਦੇ ਚੱਕਰ 'ਚ। ਕੁੜੀਆਂ, ਇੱਥੇ ਇੱਕ ਕੁੜੀ ਸੀਗੀ, ਉਹਨੇ 3 ਮੁੰਡਿਆਂ ਤੋਂ ਪੈਸੇ ਲਏ, 35-35 ਹਜ਼ਾਰ ਦੇ ਡੀਲ ਕਰਕੇ 10-10 ਹਜ਼ਾਰ ਐਡਵਾਂਸ ਫੜ ਕੇ ਦੌੜ ਗਈ। ਤਾਂ ਇਹ ਬਚ ਕੇ ਰਹੋ, ਪੁੱਠੇ ਸਿੱਧੇ ਕੰਮ ਨਹੀਂ ਕਰ ਰਹੇ, ਸਿੱਧੇ ਤਰੀਕੇ ਆਪਣੇ ਬਲਬੂਤੇ PR ਲਓ। ਫਰੈਂਚ ਐਜ਼ ਅ ਲੈਂਗੁਏਜ, ਤੁਹਾਡਾ ਕੀ ਓਪੀਨੀਅਨ ਹੈ ਉਸ ਲੈਂਗੁਏਜ ਦੇ ਬਾਰੇ, ਕਿ ਬੱਚਿਆਂ ਨੂੰ ਸਿੱਖਣੀ ਚਾਹੀਦੀ ਹੈ? ਕਿਉਂਕਿ ਇੱਕ ਟੈਬੂ ਹੈਗਾ ਕਿ ਫਰੈਂਚ ਲੈਂਗੁਏਜ ਇੱਕ ਨਵੀਂ ਲੈਂਗੁਏਜ ਹੈ ਜਿਹਦੇ ਬਾਰੇ ਬੱਚਿਆਂ ਨੇ ਜ਼ਿਆਦਾਤਰ ਨਹੀਂ ਕਦੇ ਪੜ੍ਹਿਆ, ਤੇ ਵਾਟ ਡੂ ਯੂ ਥਿੰਕ ਅਬਾਊਟ? ਓਕੇ, ਫਰੈਂਚ ਇਜ਼ ਰਾਈਟ ਨਾਓ ਜਿੱਦਾਂ ਹਾਲ ਹੋਇਆ PR ਦਾ ਕੈਨੇਡਾ, ਇਟ ਇਜ਼ ਵੈਰੀ ਡਿਫੀਕਲਟ, ਇਟ ਇਜ਼ ਵੈਰੀ ਵੈਰੀ ਡਿਫੀਕਲਟ। ਫਰੈਂਚ ਇੱਕ ਇੱਦਾਂ ਦੀ ਲੈਂਗੁਏਜ ਹੈ, ਅਗਰ ਸ਼ੌਂਕ ਹੈ ਜਾਂ ਮਜਬੂਰੀ ਹੈ, ਸ਼ੌਂਕ ਹੈ ਤਾਂ ਵੀ ਕਰ ਲਓ, ਮਜਬੂਰੀ ਹੈ ਤਾਂ ਵੀ ਕਰ ਲਓ। ਤੁਹਾਨੂੰ PR ਬਹੁਤ ਈਜ਼ੀ ਕਰਾ ਦੇਣਾ ਇਹਨੇ। ਅਗਰ CLB 5 ਅਚੀਵ ਕਰ ਲੋਗੇ ਤੇ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ, CLB 7 ਅਚੀਵ ਕਰ ਲੋਗੇ ਤੇ PR ਲੈ ਸਕਦੇ ਹੋ। ਔਰ ਅਗਰ ਇੰਡੀਆ ਬੈਠੇ ਹੋ ਔਰ ਪੈਸੇ ਨਹੀਂ ਹੈ ਕੈਨੇਡਾ ਆਉਣ ਲਈ, ਫਰੈਂਚ ਸਿੱਖ ਲਓ। 8-8 ਮਹੀਨੇ, ਸਾਲ ਤੁਸੀਂ ਫਰੈਂਚ ਸਿੱਖ ਸਕਦੇ ਹੋ, ਔਰ CLB 7 ਆ ਸਕਦੇ ਆ। 4-4, 5-5 ਮਹੀਨੇ ਪੜ੍ਹ ਕੇ ਬੱਚਿਆਂ ਦੇ CLB 5 ਆਏ ਹੋਏ ਆ, ਵਰਕ ਪਰਮਿਟ ਐਕਸਟੈਂਡ ਹੋ ਰਹੇ ਆ। ਅਤੇ ਸੀਰੀਅਸਲੀ ਹੋ ਕੇ ਫਰੈਂਚ ਸਿੱਖ ਲਓ ਤਾਂ ਤੁਹਾਡਾ ਕੰਮ ਬਣ ਜਾਊਗਾ। ਅਤੇ ਫਰੈਂਚ ਇਸ ਟਾਈਮ ਲਾਈਫ ਸੇਵਰ ਹੈ ਫॉर ਮੈਨੀ। ਰਾਈਟ।
ਨੈਕਸਟ ਕੁਐਸਚਨ ਜਿਹੜਾ ਉਹ ਇਹ ਹੈ ਕਿ ਲੈਟਸ ਸੇ ਕੋਈ ਸਪਾਊਸ ਹੈ, ਕੋਈ ਆਪਣੇ ਪਾਰਟਨਰ ਨੂੰ ਸਪਾਂਸਰ ਕਰਨਾ ਚਾਹ ਰਿਹਾ ਬਟ ਫॉर ਸਮ ਰੀਜ਼ਨ ਨਹੀਂ ਕਰ ਪਾ ਰਿਹਾ, ਬੀ ਇਟ ਕੋਈ ਕ੍ਰਿਮੀਨਲ ਰਿਕਾਰਡ ਸੀਗਾ ਜਾਂ ਬੀ ਇਟ ਕੋਈ ਮੈਡੀਕਲ ਕੰਡੀਸ਼ਨ, ਤੁਹਾਡੇ ਕੋਲ ਕੋਈ ਇੱਕ ਹੋਰ ਸੋਲਿਊਸ਼ਨ ਹੈਗਾ ਫॉर ਦੋਜ਼ ਪੀਪਲ ਹੂ ਵਾਂਟ ਟੂ ਸਪਾਂਸਰ देयर ਸਪਾਊਸ ਪਰ ਨਹੀਂ ਕਰ ਪਾ ਰਹੇ? ਓਕੇ ਪ੍ਰਾਣਿਕ, ਜਿੱਦਾਂ ਮੈਂ ਪਿਛਲੇ ਕੁਐਸਚਨਸ ਤੁਹਾਨੂੰ ਦੱਸਿਆ ਵੀ ਜਿਹੜੇ ਬੰਦੇ ਨੇ ਸਪਾਂਸਰ ਕਰਤਾ ਕਿਸੇ ਨੂੰ ਤੇ ਉਹ 3 ਸਾਲ ਤੱਕ ਕਿਸੇ ਹੋਰ ਨੂੰ ਸਪਾਂਸਰ ਨਹੀਂ ਕਰ ਸਕਦਾ, ਜਾਂ ਜਿੰਨੇ ਜੋ ਸਪਾਂਸਰ ਹੋਇਆ ਉਹ 5 ਸਾਲ ਤੱਕ ਸਪਾਂਸਰ ਨਹੀਂ ਕਰ ਸਕਦਾ। ਮੰਨ ਲਓ ਕਿਸੇ ਨੇ ਕਿਸੇ ਨੂੰ ਸਪਾਂਸਰ ਕਰਤਾ, ਹੁਣ ਡਿਵੋਰਸ ਹੋ ਗਿਆ ਤੇ ਉਹਦੇ ਤੇ 3 ਸਾਲ ਦਾ ਲੱਗਿਆ ਹੋਇਆ ਔਰ ਦੂਜੇ ਤੇ ਜਿਹੜਾ ਸਪਾਂਸਰ ਹੋਇਆ ਤੇ 5 ਸਾਲ ਤੱਕ ਸਪਾਂਸਰ ਨਹੀਂ ਕਰ, ਲੇਕਿਨ ਡਿਵੋਰਸ ਤੋਂ ਬਾਅਦ ਕਿਸੇ ਨਾਲ ਵਿਆਹ ਤੇ ਕਰ ਸਕਦੇ ਆ। ਮੰਨ ਲਓ ਕਿਸੇ ਨੇ ਵਿਆਹ ਕਰ ਲਿਆ, ਵਿਆਹ ਕਰਕੇ ਹੁਣ ਉਹਨੂੰ ਸਪਾਂਸਰ ਕਰਨਾ ਹੈ ਐਂਡ ਦੈਟ ਪਰਸਨ ਇਜ਼ ਇਨ ਕੈਨੇਡਾ, ਇਹ ਸਪਾਂਸਰ ਕਰ ਨਹੀਂ ਸਕਦੇ। ਫਿਰ ਇਹਦੇ ਕੋਲ ਹੱਲ ਇਹ ਆ, ਇਹ HNC ਦੇ ਅੰਦਰ ਸਪਾਂਸਰ ਕਰ ਸਕਦਾ, HNC ਦੇ ਅੰਦਰ ਉਹ ਐਪਲੀਕੇਸ਼ਨ ਲਾ ਸਕਦਾ ਐਪਲੀਕੈਂਟ ਕਿ ਮੇਰਾ ਸਪਾਊਸ ਜਿਹੜਾ ਉਹ ਐਲੀਜੀਬਲ ਨਹੀਂ ਹੈਗਾ ਟੂ ਸਪਾਂਸਰ ਮੀ ਡਿਊ ਟੂ ਦਿਸ ਰੀਜ਼ਨ ਔਰ ਐਲੀਜੀਬਿਲਿਟੀ ਔਰ ਸਮਥਿੰਗ ਐਲਸ, ਲੇਕਿਨ ਮੈਂ ਆਪਾਂ ਨਾਲ ਰਹਿਣਾ, ਅਸੀਂ ਹਸਬੈਂਡ ਵਾਈਫ ਆ ਐਂਡ ਮੇਰਾ ਰਾਈਟ ਹੈ ਇੱਥੇ ਇਹਦੇ ਨਾਲ ਰਹਿਣਾ, ਹਿਊਮੈਨਿਟੇਰੀਅਨ ਗਰਾਊਂਡ ਹੈ ਵੀ ਆਪਾਂ ਫੈਮਿਲੀ ਇਕੱਠੇ ਰਹੀਏ, ਆਪਣੀ ਬਣਾਈਏ, ਤਾਂ HNC ਦੀ ਐਪਲੀਕੇਸ਼ਨ ਹੈ ਜਿਹੜੀ ਇਹਨਾਂ ਲਈ ਲੱਗ ਸਕਦੀ ਆ। ਰਾਈਟ। ਕਾਫੀ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਵਰਕ ਪਰਮਿਟ 'ਤੇ ਆ ਕੇ ਜਦੋਂ ਉਹਨਾਂ ਦਾ ਐਕਸਪਾਇਰ ਹੋਣ ਵਾਲਾ ਹੁੰਦਾ ਵਿਜ਼ਿਟਰ 'ਤੇ ਚੱਲ ਜਾਂਦੇ ਆ, ਪਰ ਕਿਆ ਉਹਨਾਂ ਕੋਲ ਆਹ ਆਪਸ਼ਨ ਵੀ ਹੈਗੀ ਹੈ ਕਿ ਉਹ ਉਹਨਾਂ ਦਾ PGW ਵਰਕ ਪਰਮਿਟ ਜਿਹੜਾ ਫਿਨਿਸ਼ ਹੋ ਗਿਆ ਅਤੇ ਉਹ ਵਾਪਸ ਕੋਈ ਪ੍ਰੋਗਰਾਮ ਲੈ ਕੇ ਸਟੱਡੀ ਪਰਮਿਟ 'ਤੇ ਆ ਜਾਣ? ਯੈਸ, ਜਿੱਦਾਂ ਮੈਂ ਤੁਸੀਂ ਮੈਨੂੰ ਥੋੜ੍ਹੀ ਦੇਰ ਪਹਿਲੇ ਪੁੱਛਿਆ ਸੀ ਵੀ PGWP ਐਕਸਪਾਇਰ ਹੋ ਰਿਹਾ, ਕਿਹੜੇ ਕਿਹੜੇ ਉਹਨਾਂ ਕੋਲ ਆਪਸ਼ਨਸ ਹੈ। ਵਨ ਆਫ ਦ ਆਪਸ਼ਨ ਇਜ਼, ਅਗਰ PGWP ਐਕਸਪਾਇਰ ਹੋ ਰਿਹਾ ਤੁਸੀਂ ਸਟੱਡੀ ਪਰਮਿਟ ਲੈ ਸਕਦੇ ਹੋ, ਕਾਲਜ ਐਡਮਿਸ਼ਨ ਲੈ ਲਓ, ਈਜ਼ੀ ਪੜ੍ਹਾਈ ਕਰ ਲਓ, 24 ਘੰਟੇ ਤੁਹਾਨੂੰ ਕੰਮ ਅਲਾਊਡ ਹੈ, ਕੰਮ ਕਰ ਲਓ, ਤੁਹਾਨੂੰ ਇੰਪਲੋਇਰ ਮਿਲ ਸਕਦਾ ਜਿਹੜਾ LMI PNP ਤੁਹਾਨੂੰ ਦੇ ਸਕਦਾ, ਪੜ੍ਹਾਈ ਕਰ ਲਓ, ਇੱਥੇ ਤੁਹਾਨੂੰ ਲੀਗਲੀ ਸਟੇ ਮਿਲ ਜੂਗਾ। ਹੋਰ ਐਂਡ ਅਬ ਤੁਹਾਡੀ ਜਿਹੜੀ ਫਾਈਲ ਲੱਗੀ ਹੋਈ ਹੈ ITI ਦੀ, ਤੁਸੀਂ ਵੇਟ ਕਰ ਲਓ, ITI ਆ ਜੂਗੀ। ਤੁਹਾਡਾ ਵਿਆਹ ਨਹੀਂ ਹੋਇਆ ਤੇ ਸਪਾਊਸ, ਤੁਸੀਂ ਕੋਈ ਜੈਨੂਇਨ ਰਿਲੇਸ਼ਨਸ਼ਿਪ ਮਿਲ ਜੇ, ਇੱਥੇ ਤੁਹਾਨੂੰ ਕੋਈ ਕੁੜੀ ਮੁੰਡਾ ਜਿਹੜਾ PR ਹੈ ਜੈਨੂਇਨ ਹੋਵੇ ਤੇ ਤੁਸੀਂ PR ਉਹਦੇ ਵਿਆਹ ਕਰਾ ਕੇ ਸਪਾਂਸਰਸ਼ਿਪ ਲਾ ਸਕਦੇ ਹੋ। ਬਹੁਤ ਰਸਤੇ ਖੁੱਲ ਜਾਂਦੇ ਲੀਗਲੀ ਇੱਥੇ ਰਹੋਗੇ ਤਾਂ। ਤਾਂ ਅਗਰ ਸਟੱਡੀ ਪਰਮਿਟ ਲੈਣਾ ਹੈ, ਐਕਸਟੈਂਡ ਕਰਾਉਣਾ ਹੈ, PGWP ਤੋਂ ਬਾਅਦ ਐਡਮਿਸ਼ਨ ਲੈਣਾ ਹੈ, ਵੀ ਕੈਨ ਹੈਲਪ ਯੂ। ਅਸੀਂ ਤੁਹਾਡਾ ਸਟੱਡੀ ਪਰਮਿਟ ਐਕਸਟੈਂਸ਼ਨ ਕਰਾ ਸਕਦੇ ਹਾਂ, ਕਾਲਜ ਐਡਮਿਸ਼ਨ ਕਰਾ ਸਕਦੇ ਹਾਂ, ਕਾਲਜ ਚੇਂਜ ਕਰਨਾ ਉਹ ਕਰਾ ਸਕਦੇ ਹਾਂ, ਪ੍ਰਾਈਵੇਟ ਕਾਲਜ ਜਾਂ ਪਬਲਿਕ ਕਰਨਾ ਉਹ ਕਰਾ ਦਾਂਗੇ, ਪਬਲਿਕ ਜਾਂ ਪ੍ਰਾਈਵੇਟ ਕਰਨਾ ਉਹ ਕਰਾ ਦਾਂਗੇ, ਡਿਪਲੋਮਾ ਲਿਆ ਹੋਇਆ ਮਾਸਟਰਸ ਕਰਨੀ ਹੈ ਉਹ ਕਰਾ ਦਾਂਗੇ। ਸਟੱਡੀ ਪਰਮਿਟ ਦਾ ਵੀ ਕੋਈ ਵੀ ਕੰਮ ਕਰਨਾ ਹੈ ਸਾਡੀ ਟੀਮ ਤੁਹਾਡੀ ਹੈਲਪ ਕਰ ਸਕਦੀ ਹੈ, ਇਹ ਤੁਹਾਡਾ ਕੰਮ ਕਰਾ ਸਕਦੇ ਹਾਂ। ਰਾਈਟ। ਓਕੇ, ਦ ਫਾਈਨਲ ਕੁਐਸਚਨ ਟੂ ਰੈਪ ਅਪ, ਤੁਸੀਂ ਸਾਰਾ ਦੱਸਤਾ ਕਿ ਹਾਂ ਆਪਾਂ ਕਿੰਨੀਆਂ ਸਾਰੀਆਂ ਚੀਜ਼ਾਂ ਦੀ ਫਾਈਲ ਲਗਾਉਂਦੇ ਹਾਂ, ਬਟ ਲੈਟਸ ਸੇ ਜੇ ਕਿਸੇ ਦਾ ਆਲਰੇਡੀ ਫਾਈਲ ਲੱਗੀ ਸੀ ਜਾਂ ਕੋਈ ਉਹਦੀ ਇਮੀਗ੍ਰੇਸ਼ਨ ਦੀ ਰਿਜੈਕਸ਼ਨ ਆ ਗਈ ਹੈ, ਰਿਫਿਊਜੀ ਐਪਲੀਕੇਸ਼ਨ ਦੀ ਰਿਜੈਕਸ਼ਨ ਆ ਗਈ ਹੈ, ਅਤੇ ਕਿਆ ਤੁਸੀਂ ਉਹ ਵਾਲੇ ਕੇਸਿਸ ਪਿਕਅਪ ਕਰਦੇ ਹੋ? ਯੈਸ, ਅਗਰ ਕਿਸੇ ਦੀ ਇਮੀਗ੍ਰੇਸ਼ਨ ਦੀ ਫਾਈਲ ਰਿਜੈਕਟ ਹੋਈ ਹੈ ਔਰ IAD ਇਮੀਗ੍ਰੇਸ਼ਨ ਅਪੀਲ ਡਿਵੀਜ਼ਨ 'ਚ ਫਾਈਲ ਲਾਣੀ ਹੈ, ਉਹ ਵੀ ਮੈਂ ਰਿਪਰੈਜ਼ੈਂਟ ਕਰ ਸਕਦਾ, ਆਈ ਹੈਵ ਲਾਇਸੈਂਸ ਫॉर दैट। ਅਗਰ ਤੁਹਾਡਾ ਰਿਫਿਊਜੀ ਦਾ ਕੇਸ ਲੱਗਿਆ ਤੁਸੀਂ ਲਾਣਾ ਹੈ ਤਾਂ ਵੀ ਮੈਂ ਰਿਫਿਊਜੀ ਬੋਰਡ 'ਚ ਤੁਹਾਨੂੰ ਰਿਪਰੈਜ਼ੈਂਟ ਕਰ ਸਕਦਾ, ਰਿਫਿਊਜੀ ਦਾ ਕੇਸ ਲਾ ਸਕਦਾ। ਤੁਹਾਡਾ ਅਗਰ ਰਿਫਿਊਜੀ ਦੀ ਕੇਸ ਰਿਜੈਕਟ ਹੋ ਗਿਆ, ਅਪੀਲ ਲਾਣੀ ਹੈ, ਉਹ ਵੀ ਮੈਂ ਕਰ ਸਕਦਾ। ਤੁਹਾਡਾ ਅਗਰ ਜੁਡੀਸ਼ੀਅਲ ਰਿਵਿਊ ਲਾਣਾ ਤੇ ਸਾਡੀ ਟੀਮ 'ਚ ਲਾਇਰ ਬੈਠਾ, ਉਹ ਤੁਹਾਡਾ ਰਿਫਿਊਜੀ ਦਾ ਆਪਾਂ ਕੋਈ ਵੀ ਜੁਡੀਸ਼ੀਅਲ ਰਿਵਿਊ ਕਰਨਾ ਹੈ, ਚਾਹੇ ਇਮੀਗ੍ਰੇਸ਼ਨ ਦਾ ਚਾਹੇ ਰਿਫਿਊਜੀ ਦਾ, ਉਹ ਵੀ ਕਰ ਸਕਦੇ ਹਾਂ। ਤੁਹਾਡਾ HNC ਦਾ ਕੇਸ ਹੈ ਅਸੀਂ ਉਹ ਵੀ ਕਰ ਸਕਦੇ ਹਾਂ। ਅਤੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹੈ, ਕੋਈ ਵੀ ਮੈਟਰ ਹੈ ਜਿਹੜਾ ਤੁਹਾਡਾ, ਤੁਹਾਡੇ ਸਪਾਊਸ ਦਾ, ਸਿਸਟਰ ਦਾ, ਬ੍ਰਦਰ ਦਾ, ਫੈਮਿਲੀ ਦਾ, ਪੇਰੈਂਟਸ ਦਾ, ਕਿਸੇ ਦਾ ਵੀ ਹੈ, ਅਸੀਂ ਪੂਰੀ ਹੈਲਪ ਕਰ ਸਕਦੇ ਹਾਂ, ਹਰ ਇੱਕ ਕੇਸ 'ਚ ਤੁਹਾਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। Right. I think it has been a long podcast. You've answered so many questions. ਕਾਫੀ ਸਾਰਿਆਂ ਦੇ ਬਹੁਤ ਸਾਰੇ ਲੀਗਲ ਡਾਊਟਸ ਕਲੀਅਰ ਹੋ ਗਏ ਹੋਣੇ ਆ, ਅਤੇ ਥੈਂਕ ਯੂ ਸੋ ਮਚ ਅਗੇਨ ਫॉर योर टाइम ਟੂ ਬੀ ਹੀਅਰ। ਜੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ, ਕੁਐਸਚਨਸ ਹੈ, ਤੁਸੀਂ ਓਬਵੀਅਸਲੀ ਸੋਬਰ ਇਮੀਗ੍ਰੇਸ਼ਨ 'ਚ ਜਸਵੀਤ ਸਰ ਨੂੰ ਕੰਟੈਕਟ ਕਰ ਸਕਦੇ ਹੋ, ਉਹਨਾਂ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ, ਅਤੇ ਤੁਸੀਂ ਕੁਛ ਉਹਨਾਂ ਨੂੰ ਕਲਾਇੰਟਸ ਨੂੰ ਦੱਸ ਦਿਓ। ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗਾ ਵੀ ਅਗਰ ਮੇਰੇ ਨਾਲ ਗੱਲ ਕਰਨੀ ਹੈ 1 to 1, ਤੁਸੀਂ ਆਪਣੀ ਮਿਲਣਾ ਚਾਹੁੰਦੇ ਹੋ ਫੋਨ 'ਤੇ ਜਾਂ ਵੀਡੀਓ ਕਾਲ 'ਤੇ ਗੱਲ ਕਰਨਾ ਚਾਹੁੰਦੇ ਹੋ ਤੇ ਅਪਾਇੰਟਮੈਂਟ ਬੁੱਕ ਕਰੋ ਸਾਡੀ ਵੈਬਸਾਈਟ 'ਤੇ ਜਾ ਕੇ। ਅਗਰ ਕੈਨੇਡਾ 'ਚ ਹੀ ਹੈਗੇ ਹੋ ਔਰ ਇੱਥੇ ਆਫਿਸ ਆਉਣਾ ਚਾਹੁੰਦੇ ਹੋ ਤਾਂ ਫੋਨ ਕਰਕੇ ਅਪਾਇੰਟਮੈਂਟ ਬੁੱਕ ਕਰ ਲਓ ਜਾਂ ਆਨਲਾਈਨ ਕਰ ਲਓ, ਆਫਿਸ ਆ ਜਾਣਾ, ਵਾਕ ਇਨ, ਵੀ ਵਿਲ ਹੈਲਪ ਯੂ। ਤੁਹਾਡਾ ਕਿਸੇ ਵੀ ਤਰੀਕੇ ਦਾ ਮਸਲਾ ਹੈ, ਕੋਈ ਵੀ ਮੈਟਰ ਹੈ, ਕੋਈ ਵੀ ਇਮੀਗ੍ਰੇਸ਼ਨ ਪ੍ਰੋਬਲਮ ਹੈ, ਆਊਟ ਆਫ ਸਟੇਟਸ ਹੋ, ਵਰਕ ਪਰਮਿਟ 'ਤੇ ਹੋ, ਸਟੱਡੀ ਪਰਮਿਟ 'ਤੇ ਹੋ, ਕੋਈ ਵੀ ਮਸਲਾ ਹੈ, ਕੋਈ ਵੀ ਕੰਪਲੀਕੇਟਡ ਕੇਸ ਹੈ, ਤੁਹਾਨੂੰ ਬਾਕੀਆਂ ਨੇ ਮਨਾ ਕਰਤਾ ਵੀ ਨਹੀਂ ਕੁਝ ਹੋ ਸਕਦਾ, ਮੇਰੇ ਕੋਲ ਆ ਜਾਓ, ਤੁਹਾਨੂੰ ਅਗਰ ਹੋ ਸਕਦਾ ਸਾਫ਼-ਸਾਫ਼ ਦੱਸ ਦੂੰਗਾ, ਨਹੀਂ ਹੋ ਸਕਦਾ ਤਾਂ ਦੱਸ ਦੂੰਗਾ ਔਰ ਰਸਤਾ ਦਿਖਾ ਦੂੰਗਾ, ਅਗਰ ਹੋ ਸਕਦਾ ਤਾਂ ਕਿੰਨਾ ਟਾਈਮ ਲੱਗਣਾ, ਕਿਹੜਾ ਰਸਤਾ ਹੈਗਾ ਤੁਹਾਡਾ। ਸਾਫ਼-ਸਾਫ਼ ਸਿੱਧੀ ਟਰਾਂਸਪੇਰੈਂਟ ਸਲਾਹ ਚਾਹੀਦੀ ਹੈ, ਸਾਡੇ ਕੋਲ ਆ ਜਾਓ, ਅਸੀਂ ਤੁਹਾਨੂੰ ਗਾਈਡ ਕਰ ਦਾਂਗੇ। ਔਰ ਆਈ ਵੁੱਡ ਹਾਈਲੀ ਰਿਕਮੈਂਡ ਯੂ ਟੂ ਸਬਸਕ੍ਰਾਈਬ ਟੂ ਦਿਸ ਚੈਨਲ। ਤੋਂ ਤੁਹਾਡੇ ਪੂਰਾ ਸਪੋਰਟ ਨਾਲ ਇੱਥੇ ਅਸੀਂ ਹੁਣ 82,000 'ਚ ਪਹੁੰਚ ਗਏ ਹਾਂ, ਅਤੇ ਹੁਣ ਹੋਰ ਅਗਰ ਤੁਸੀਂ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਹੁਣ ਸਬਸਕ੍ਰਾਈਬ ਕਰ ਲਓ। ਬਾਕੀ ਸਾਰੇ ਸੋਸ਼ਲ ਮੀਡੀਆ ਚੈਨਲਸ ਫੋਲੋ ਕਰ ਲਓ, ਅਤੇ ਕੋਈ ਵੀ ਕੁਐਸਚਨ ਹੈ, ਕੋਈ ਮਾਈਨਰ ਕੁਐਸਚਨ ਹੈ, ਬੇਸਿਕ ਜਿਹਾ, ਤੇ ਕਮੈਂਟ ਕਰਕੇ ਪੁੱਛ ਲਓ। ਅਗਰ ਕੋਈ ਵੱਡਾ ਕੁਐਸਚਨ ਹੈ ਤੇ ਕਮੈਂਟਸ ਦੱਸ ਦਿਓ, ਅਸੀਂ ਨੈਕਸਟ ਪੋਡਕਾਸਟ ਤੁਹਾਡਾ ਕੁਐਸਚਨ ਲੈ ਲਾਂਗੇ ਅਤੇ ਉਹ ਕੋਸ਼ਿਸ਼ ਕਰਕੇ ਮੈਂ ਆਨਸਰ ਕਰ ਦੂੰਗਾ। ਅਤੇ ਅਗਰ
ਕੈਨੇਡਾ ਬੈਠੇ ਹੋ ਔਰ ਕੋਈ ਮਜਬੂਰੀ ਹੈ, ਕੋਈ ਪ੍ਰੋਬਲਮ ਹੈ, ਕਿਸੇ ਨਾਲ ਸ਼ੇਅਰ ਨਹੀਂ ਕੀਤੀ, ਮੇਰੇ ਨਾਲ ਕਰਨਾ ਹੈ, ਤਾਂ ਵੀ ਫੀਲ ਫਰੀ ਟੂ ਸ਼ੇਅਰ your problem with me privately. Thank you and see you again.